ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੂਹੀ ਮਹੱਲਾ ਪੰਜਵਾ। ਸਿਮਰਿਤ ਵੇਦ ਪੁਰਾਣ ਪੁਕਾਰਨ ਪੋਥੀਆ। ਨਾਮ ਬਿਨਾ ਸਭ ਕੂੜ ਗਾਲੀ ਹੋਛੀਆ। ਸਿਮਰਿਤ ਵੇਦ ਪੁਰਾਣ ਪੁਕਾਰਨ ਪੋਥੀਆ। ਨਾਮ ਬਿਨਾ ਸਭ ਕੂੜ ਗਾਲੀ ਹੋਛੀਆ। ਨਾਮ ਨਿਧਾਨ ਅਪਾਰ ਭਗਤਾ ਮਨ ਵਸੈ। ਜਨਮ ਮਰਨ ਮੋਹ ਦੁਖ ਸਾਧੂ ਸੰਗ ਨਸੈ। ਰਹਾਉ ਮੋਹਿ ਬਾਦ ਅਹੰਕਾਰ ਸਰ ਪਰ ਰੁਨਿਆ। ਸੁਖ ਨਾ ਪਾਇਨ ਮੂਲ ਨਾਮ ਵਿਛੁਨਿਆ। ਮੇਰੀ ਮੇਰੀ ਧਾਰ ਬੰਧਨ ਬੰਧਿਆ। ਨਰਕ ਸੁਰਗ ਅਵਤਾਰ ਮਾਇਆ ਧੰਦਿਆ। ਸੋਧਤ ਸੋਧਤ ਸੋਧ ਤਤ ਵਿਚਾਰਿਆ। ਨਾਮ ਬਿਨਾ ਸੁਖ ਨਾਹਿ ਸਰ ਪਰ ਹਾਰਿਆ। ਆਵਹਿ ਜਾਹਿ ਅਨੇਕ ਮਰ ਮਰ ਜਨਮ ਤੇ। ਬਿਨ ਬੂਝੇ ਸਭ ਬਾਦ ਜੋਨੀ ਭਰਮ ਤੇ। ਜਿਨ ਕਉ ਭਏ ਦਇਆਲ ਤਿਨ ਸਾਧੂ ਸੰਗ ਭਇਆ। ਅੰਮ੍ਰਿਤ ਹਰਿ ਕਾ ਨਾਮ ਤਿਨੀ ਜਨੀ ਜਪ ਲਿਆ। ਖੋਜਹਿ ਕੋਟ ਅਸੰਖ ਬਹੁਤ ਅਨੰਤ ਕੇ। ਜਿਸ ਬੁਝਾਏ ਆਪ ਨੇੜਾ ਤਿਸ ਹੈ। ਵਿਸਰ ਨਾਹੀ ਦਾਤਾਰ ਆਪਣਾ ਨਾਮ ਦੇਹੋ। ਗੁਣ ਗਾਵਾਂ ਦਿਨ ਰਾਤ ਨਾਨਕ ਚਾਉ ਏਹੋ। ਵਿਸਰ ਨਾਹੀ ਦਾਤਾਰ ਆਪਣਾ ਨਾਮ ਦੇਹੋ। ਗੁਣ ਗਾਵਾਂ ਦਿਨ ਰਾਤ ਨਾਨਕ ਚਾਉ ਏਹੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭਗਤ ਵਛਲ ਕਰੁਣਾ ਨਿਧਾਨ ਦੀਨਾ ਬੰਧੂ ਪਤਿਤ ਪਾਵਨ। ਜਗਤ ਗੁਰੂ ਨਿਰੰਜਨੀ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਮਹਾਨ ਬਖਸ਼ਿਸ਼ ਕਿਰਪਾਲਤਾ ਦਾ ਸਦਕਾ ਪ੍ਰਬੰਧਕਾਂ ਦੇ ਸ੍ਰੇਸ਼ਟ ਉਦਮ ਦੁਆਰਾ ਆਪ ਸਾਰੀਆਂ ਸੰਗਤਾਂ ਸ਼੍ਰੀ ਅਨੰਦਪੁਰ ਸਾਹਿਬ ਦਾ ਸਾਕਾ, ਚਮਕੌਰ ਸਾਹਿਬ, ਫਤਿਹਗੜ੍ਹ ਸਾਹਿਬ, ਮਾਛੀਵਾੜਾ, ਇਹ ਸਾਰਾ ਮਹੀਨਾ ਧਰਮ ਯੁੱਧਾਂ ਦਾ ਔਰ ਸ਼ਹੀਦੀਆਂ ਨਾਲ ਭਰਪੂਰ ਹੈ। ਇਹ ਸਾਰੇ ਇਤਿਹਾਸ ਆਪ ਸਰਵਣ ਕਰਦੇ ਆ ਰਹੇ ਹੋ। ਗੁਰੂ ਮਹਾਰਾਜ ਨੇ ਇਹ ਸੰਸਾਰ ਔਰ ਭਾਰਤ ਦੇ ਲੋਕ ਜਿਨ੍ਹਾਂ ਦੀ ਰੂਹ ਇਤਨੀ ਕਾਇਰ ਕਮਜ਼ੋਰ ਹੋ ਚੁੱਕੀ ਸੀ, ਤੇ ਮਹਾਰਾਜ ਨੇ ਐਸਾ ਕੌਤਕ ਵਰਤਾਇਆ ਕਿ ਬੜੇ ਬੜੇ ਵਿਦਵਾਨਾਂ ਨੂੰ ਸੱਦ ਕੇ ਸੰਤ ਸਮਾਗਮ
ਕਵੀ ਦਰਬਾਰ, ਢਾਡੀ ਦਰਬਾਰ, ਸ਼ਾਸਤਰ ਅਸਤਰ ਵਿਦਿਆ ਦਾ ਅਭਿਆਸ, ਪੁਰਾਣੇ ਬਹੁਤ ਸਾਰੇ ਗ੍ਰੰਥਾਂ ਦਾ ਅਨੁਵਾਦ ਆਪ ਵੀ ਕਿਰਪਾ ਕਰਕੇ ਕੀਤਾ। ਉਹਨਾਂ ਵਿਦਵਾਨਾਂ ਤੋਂ ਵੀ ਅਨੁਵਾਦ ਕਰਾਏ ਕਿ ਜੋ ਭਾਰਤੀ ਸੱਭਿਅਤਾ ਦੇ ਗ੍ਰੰਥ ਹੈ, ਖਾਲਸੇ ਨੂੰ ਉਹਨਾਂ ਦੀ ਵੀ ਬਾਖਵੀ ਚਾਹੀਦੀ ਹੈ, ਔਰ ਗੁਰਮਤਿ ਦਾ ਗਿਆਨ ਕਰਨ ਵਾਸਤੇ ਮਹਾਰਾਜ ਨੇ ਆਪ ਆਪਣੇ ਪਾਵਨ ਮੁਖਾਰਬਿੰਦ ਤੋਂ ਬਾਣੀ ਦੇ ਅਰਥ ਬਖਸ਼ਿਸ਼ ਕਰਕੇ ਗਾਂ ਸੰਪਰਦਾਵਾਂ ਜਿਹੜੀਆਂ ਸੀ ਉਹ ਚਲਾਈਆਂ, ਜੋ ਅੱਜ ਤੱਕ ਸੀਨਾ ਬਸੀਨਾ ਅਰਥ ਜਿਹੜੇ ਹੈ ਉਹ ਚੱਲਦੇ ਆ ਰਹੇ ਹਨ। ਸਮੇਂ ਸਮੇਂ ਦੇ ਨਾਲ ਟੀਕੇ ਵੀ ਛਪੇ ਹੈ, ਪਰ ਫਿਰ ਵੀ ਪੜ੍ਹਾਈ ਦੇ ਤੌਰ 'ਤੇ ਜੋ ਅਰਥਾਂ ਦੀਆਂ ਪ੍ਰਣਾਲੀਆਂ ਉਹ ਚੱਲ ਰਹੀਆਂ ਹਨ। ਕਿਉਂਕਿ ਜਦੋਂ ਤੱਕ ਇਨਸਾਨ ਨੂੰ ਆਪਣੇ ਇਤਿਹਾਸ ਬਾਰੇ ਵਾਕਫੀ ਨਾ ਹੋਵੇ, ਉਸ ਨੂੰ ਆਪਣੇ ਕੌਮੀ ਜਿੰਨੀਆਂ ਮਰਜ਼ਾਦਾ ਹਨ ਉਹਨਾਂ ਦਾ ਗਿਆਨ ਨਹੀਂ ਹੁੰਦਾ। ਤੇ ਗੁਰਬਾਣੀ ਦੁਆਰਾ ਆਤਮਾ ਬੋਧ ਵਾਸਤੇ ਬਾਣੀ ਦੀ ਵਿਚਾਰ ਵੀ ਜ਼ਰੂਰੀ ਹੈ। ਮਨ ਸਮਝਾਵਨ ਕਾਰਨ ਕਛੂ ਪੜੀ ਹੈ ਗਿਆਨ, ਵਿਦਿਆ ਵਿਚਾਰੀ ਤਾਂ ਪਰ ਉਪਕਾਰੀ। ਇਹ ਵੀ ਜ਼ਰੂਰੀ ਹੈ ਇਤਿਹਾਸ ਵਾਸਤੇ ਵੀ ਕਿ ਸਾਡੇ ਬਜ਼ੁਰਗਾਂ ਨੇ ਕੀ ਕਾਰਨਾਮੇ ਕੀਤੇ ਹੈ। ਜੇ ਰਮਾਇਣ ਨਾ ਹੁੰਦੀ, ਸ਼੍ਰੀ ਰਾਮ ਚੰਦਰ ਜੀ ਬਾਰੇ ਕੀ ਦੱਸ ਸਕਦੇ ਸੀ। ਭਾਗਵਤ ਪੁਰਾਣ ਹੈ, ਬਹੁਤ ਸਾਰੇ ਪੁਰਾਣੇ ਮਹਾਂਪੁਰਖਾਂ ਬਾਰੇ, ਕ੍ਰਿਸ਼ਨ ਜੀ ਬਾਰੇ ਕੈਸੇ ਪਤਾ ਲੱਗਦਾ। ਇਸ ਤਰ੍ਹਾਂ ਹੋਰ ਵੀ ਬਹੁਤ ਸਾਰੇ ਮਹਾਂਪੁਰਖ ਹੋਏ ਹੈ, ਉਹਨਾਂ ਦੇ ਜੀਵਨਾਂ ਬਾਰੇ ਗ੍ਰੰਥ ਪੜ੍ਹਨ ਤੋਂ ਪਤਾ ਲੱਗਦਾ ਹੈ। ਗੁਰਮਤਿ ਦੇ ਅੰਦਰ 10 ਗੁਰੂ ਸਾਹਿਬਾਨ ਔਰ ਮਹਾਰਾਜ ਦੇ ਗੁਰਸਿੱਖ ਸ਼ਹੀਦ ਮਰੀਦ, ਉਹਨਾਂ ਨੇ ਸੇਵਾਵਾਂ ਘਾਲਣਾ ਕਮਾਈਆਂ ਕੀਤੀਆਂ। ਇਤਿਹਾਸ ਪੜ੍ਹਨ ਤੋਂ ਸਾਰੀ ਵਿਚਾਰ ਪ੍ਰਾਪਤ ਹੁੰਦੀ ਹੈ। ਆਪਣੇ ਵਿਰਸੇ ਨਾਲ ਤਾਂ ਹੀ ਜੁੜ ਸਕਦੇ ਹਾਂ ਜੇ ਸਾਨੂੰ ਆਪਣੇ ਬਜ਼ੁਰਗਾਂ ਦੇ ਇਤਿਹਾਸ ਬਾਰੇ ਗਿਆਨ ਹੋਵੇ। ਸੋ ਇਸ ਵਾਸਤੇ ਗੁਰੂ ਮਹਾਰਾਜ ਨੇ ਗੁਰਪੁਰਬ ਜਿਹੜੇ ਸੀ ਸ਼ੁਰੂ ਕੀਤੇ। ਕਈ ਸਥਾਨਾਂ 'ਤੇ ਅਮਾਵਸ, ਕਿਤੇ ਬਸੰਤ ਪੰਜਵੀਂ ਹੈ, ਕਿਤੇ ਪੁੰਨਿਆਂ ਦਾ, ਔਰ ਜੁਦਾ ਜੁਦਾ ਮਾਘੀ ਹੈ, ਹੋਲੇ ਮਹੱਲਾ, ਦੀਵਾਲੀ ਤਿਉਹਾਰ ਮਨਾਉਣੇ ਸ਼ੁਰੂ ਕੀਤੇ। ਗੁਰੂ ਗ੍ਰੰਥ ਸਾਹਿਬ ਦਾ ਪਹਿਲਾ ਪ੍ਰਕਾਸ਼, ਮਹਾਰਾਜ ਦੇ ਅਵਤਾਰ ਪੁਰਬ, ਮੀਰੀ ਪੀਰੀ ਦੀਆਂ ਸ੍ਰੀ ਸਾਹਿਬਾਂ ਪਹਿਨਣ ਦੇ, ਗੁਰਤਾ ਗੱਦੀ ਦੇ, ਜੋਤੀ ਜੋਤ ਸਮਾਉਣ ਦੇ, ਸ਼ਹੀਦਾਂ ਸਿੰਘਾਂ ਦੇ ਸ਼ਹੀਦੀ ਪ੍ਰਸੰਗ ਗੁਰੂ ਸਾਹਿਬ ਦੇ। ਇਹ ਇਤਿਹਾਸ ਪੜ੍ਹਨ ਸੁਣਨ ਨਾਲ ਵਿਚਾਰ ਪ੍ਰਾਪਤ ਹੁੰਦੀ ਹੈ। ਜਿੱਥੇ ਅਧਿਆਤਮਕ ਪੱਖ ਹੈ, ਉੱਥੇ ਗੁਰਬਾਣੀ ਦੀ ਵੀ ਵਿਚਾਰ ਦਾ ਪੜ੍ਹਨਾ ਸੁਣਨਾ ਬੜਾ ਜ਼ਰੂਰੀ ਹੈ। ਪ੍ਰਬੰਧਕਾਂ ਨੇ, ਸਾਰੇ ਸਿੰਘਾਂ ਨੇ, ਸੰਗਤ ਨੇ ਉਦਮ ਕੀਤਾ ਹੈ ਕਿ ਜਿੱਥੇ ਬਾਣੀ ਦਾ ਅੰਮ੍ਰਿਤ ਰੂਪ, ਇਹ ਪਵਿੱਤਰ ਕੀਰਤਨ ਸ਼ਰਵਣ ਕੀਤਾ, ਉੱਥੇ ਹੁਣ ਕੁਝ ਸਮੇਂ ਵਾਸਤੇ ਜਦੋਂ ਦਾਸ ਗੁਰਦੁਆਰਾ ਸਾਹਿਬ ਪ੍ਰਵੇਸ਼ ਹੋਏ ਤੇ ਬਾਹਰ ਅੰਮ੍ਰਿਤ ਵੇਲੇ ਦਾ ਸ਼੍ਰੀ ਮੁਖ ਵਾਕ
ਜੋ ਆਪ ਨੇ ਵੀ ਦਰਸ਼ਨ ਕੀਤੇ, ਲਿਖਿਆ ਹੋਇਆ ਸੀ। ਤੇ ਮਨ 'ਚ ਫਿਰ ਵਿਚਾਰ ਆਈ ਕਿ ਜੋ ਗੁਰੂ ਮਹਾਰਾਜ ਨੇ ਸਵੇਰੇ ਕਿਰਪਾ ਕਰਕੇ ਸ਼੍ਰੀ ਮੁਖ ਵਾਕ ਬਖਸ਼ਿਆ, ਉਸ ਦੀ ਵਿਚਾਰ ਕਰਕੇ ਗੁਰੂ ਮਹਾਰਾਜ ਦੀਆਂ ਸੰਗਤ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਜਾਣ। ਕਿਉਂਕਿ ਵਿਚਾਰ ਜਿਹੜੀ ਹੈ ਜ਼ਰੂਰੀ ਹੈ। ਡਿਠੈ ਮੁਕਤ ਨਾ ਹੋਵੇ, ਜੇ ਚਿਰ ਗੁਰ ਸ਼ਬਦ ਨੂੰ ਕਰੇ ਵਿਚਾਰ। ਵਿਚਾਰ ਜ਼ਰੂਰੀ ਹੈ। ਵਿਚਾਰ ਕਰਨ ਵਾਸਤੇ ਮਹਾਰਾਜ ਨੇ ਹੁਕਮ ਵੀ ਕੀਤਾ, ਸਤੀ ਪੈਰੀ ਸਤ ਭਲਾ ਬਹੀਏ ਫੜਿਆ ਪਾਸ, ਉਥੈ ਪਾਪ ਪੁਨ ਵਿਚਾਰੀਏ ਕੂੜੇ ਘਟੇ ਰਾਸ। 8 ਪੈਰ, 8 ਪੈਰਾਂ 'ਚ ਇੱਕ ਪੈਰ ਇਸ ਵਾਸਤੇ ਮਹਾਰਾਜ ਨੇ ਬਖਸ਼ਿਆ ਕਿ ਜਿਹੜੇ ਵਿਦਵਾਨ ਪੜ੍ਹੇ ਲਿਖੇ ਮਹਾਂਪੁਰਖ ਗੁਰਬਾਣੀ ਦੇ ਖੋਜੀ ਹੈ, ਉਹਨਾਂ ਤੋਂ ਵਿਚਾਰ ਸ਼ਰਵਣ ਕੀਤੀ ਜਾਏ। ਜਿਸ ਤਰ੍ਹਾਂ ਡੈਨਮੋ ਤੇ ਬੈਟਰੀ ਚਾਰਜ ਹੋ ਜਾਂਦੀ ਨੇ, ਇਹ ਫਿਰ ਕਥਾ ਕੀਰਤਨ ਸੁਖਦਾਈ। ਜੇ ਢਿੱਲ ਮੱਠ ਪੈ ਜਾਏ, ਵਿਚਾਰ ਸੁਣਨੋਂ ਬੁੱਧੀ ਫੇਰ ਕਾਇਮ ਹੋ ਜਾਂਦੀ। ਕੋਈ ਕਮਜ਼ੋਰੀ ਆ ਜਾਏ, ਦੂਰ ਹੋ ਜਾਂਦੀ। ਜਿਸ ਤਰ੍ਹਾਂ ਆਪਾਂ ਦਰਖਤ ਦੇ ਮੁੱਢ ਨੂੰ ਪਾਣੀ ਦੇਈਏ, ਹਰਾ ਭਰਾ ਤਾਂ ਰਹਿੰਦਾ ਹੈ। ਗਰਮੀ ਸਰਦੀ ਦਾ ਜੋ ਪ੍ਰਭਾਵ ਹੈ ਬ੍ਰਿਕਸ਼ ਤੇ, ਉਹ ਦੂਰ ਨਹੀਂ ਹੁੰਦਾ। ਜੇ ਵਰਸ਼ਾ ਹੋ ਜਾਏ ਕਿ ਚੋਟੀ ਤੋਂ ਲੈ ਕੇ ਜੜ੍ਹਾਂ ਤੱਕ ਉਹਦੇ ਸਾਰੇ ਦੋਸ਼ ਨਿਵਰਤ ਹੋ ਜਾਂਦੇ। ਇਸ ਵਾਸਤੇ ਜਿਹੜੀ ਗੁਰਬਾਣੀ ਦੀ ਕਥਾ ਹੈ, ਇਹ ਗਿਆਨ ਦੀ ਵਰਸ਼ਾ ਹੈ। ਤਾਂ ਹੀ ਮਹਾਰਾਜ ਨੇ ਉੱਤਮ ਪਦਾਰਥ ਬਹੁਤ ਗਿਣੇ। ਸਭ ਨਾਲੋਂ ਉੱਤਮ ਕਥਾ ਨੂੰ ਕਿਹਾ, ਸਭ ਤੇ ਉੱਤਮ ਹਰ ਕੀ ਕਥਾ, ਜਿਹੜੀ ਹਰੀ ਦੀ ਕਥਾ। ਨਾਮ ਸੁਣਤ ਦਰਦ ਦੁੱਖ ਦੱਥ। ਨਾਮ ਸੰਬੰਧੀ ਜਿਹੜੀ ਗਿਆਨ ਚਰਚਾ ਸੁਣਨੇ ਨਾ, ਦਰਦ ਦੁੱਖ ਪੀੜਾ ਇਹ ਲੈ ਜਾਣੀਆਂ ਦੂਰ ਹੋ ਜਾਂਦੀਆਂ। ਇਹਦੇ 'ਚ ਐਸੀ ਬਰਕਤ ਹੈ। ਕਥਾ ਦਾ ਅਖਰੀ ਅਰਥ ਹੈ ਕਾ ਮੈਨੇ ਕਾਦਰ, ਕਾ ਮੈਨੇ ਕੁਦਰਤ, ਥਾ ਮੈਨੇ ਇਸਤਤ ਹੋਣਾ। ਕਾਦਰ ਆਪਣੀ ਕੁਦਰਤ ਵਿੱਚ ਕਿਵੇਂ ਇਸਤਤ ਹੈ, ਉਹਦਾ ਜਿਹੜਾ ਕਥਨ ਕਰਕੇ ਦੱਸਣਾ, ਉਹਨੂੰ ਆਪਾਂ ਕਥਾ ਕਹਿ ਦਿੰਦੇ ਹਾਂ। ਕਥੜੀਆਂ ਸੰਤਾ ਤੇ ਸਿਖਾਓ ਪੰਧੀਆ। ਜਿਹੜੇ ਗਿਆਨ ਮਾਰਗ ਦੇ ਪਾਂਧੀ ਹਨ, ਧਰਮ ਮਾਰਗ ਦੇ, ਉਹਨਾਂ ਨੂੰ ਜਿਹੜੀਆਂ ਫਿਰ ਸੰਤਾਂ ਦੀਆਂ, ਮਹਾਂਪੁਰਸ਼ਾਂ ਦੀਆਂ, ਗੁਰੂਆਂ ਪੀਰਾਂ ਦੀਆਂ ਕਥਾ, ਉਹ ਬੜੀਆਂ ਸੁਖਦਾਈ। ਕਥਾ ਕੀਰਤਨ ਸੁਖਦਾਈ, ਇਹ ਸੁਖ ਦੇਣ ਵਾਲੀ ਚੀਜ਼, ਮਨ ਨੂੰ ਸ਼ਾਂਤ ਕਰਨ ਵਾਲੀ। ਇਸ ਕਥਾ ਦੀ ਪਰੰਪਰਾ ਜਿਹੜੀ ਹੈ ਬੜੀ ਪੁਰਾਣੀ ਹੈ। ਸਨਕ ਸਨੰਦਨ ਸਨਾਤਨ ਸੰਤ ਕੁਮਾਰ ਉਪਨਿਸ਼ਦਾਂ ਵਿੱਚ ਉਹਨਾਂ ਦੇ ਪ੍ਰਸੰਗ ਆਉਂਦੇ ਹੈ। ਉਪਨਿਸ਼ਦ ਦਾ ਆਖਰੀ ਅਰਥ ਹੁੰਦਾ ਨੇੜੇ ਬੈਠ ਕੇ ਲਿਆ ਹੋਇਆ ਗਿਆਨ। ਉਪਮਨੇ ਸਮੀਪ ਬੈਠ ਕੇ। ਅੱਗੇ ਬੜੇ ਬੜੇ ਰਾਜੇ ਜਿਹੜੇ ਸੀ, ਉਹ ਮਹਾਂਪੁਰਸ਼ਾਂ ਕੋਲ ਜਾਂਦੇ ਸੀ, ਉਹਨਾਂ ਤੋਂ ਗਿਆਨ ਵਿਚਾਰ ਲੈਂਦੇ ਸੀ। ਫਿਰ ਉਹ ਪ੍ਰਜਾ ਵਿੱਚ ਸਾਰਾ ਵਰਤਾਰਾ ਉਸੇ ਤਰ੍ਹਾਂ ਕਰਦੇ ਸੀ।
ਜਦੋਂ ਗੀਤਾ ਦਾ ਗਿਆਨ ਸ਼੍ਰੀ ਅਰਜਨ ਨੂੰ ਸ਼੍ਰੀ ਕ੍ਰਿਸ਼ਨ ਭਗਵਾਨ ਦੇਣ ਲੱਗੇ, ਉਹਨੇ ਕਿਹਾ, ਹੇ ਅਰਜਨ, ਇਹ ਜਿਹੜਾ ਗਿਆਨ ਮੈਂ ਤੈਨੂੰ ਦੇਣ ਲੱਗਿਆ, ਇਹ ਪਹਿਲਾਂ ਸੂਰਜ ਨੂੰ, ਸੂਰਜ ਤੋਂ ਮਨੂ ਨੂੰ, ਮਨੂ ਨੇ ਇਸ਼ਕ ਵਾਕੂ ਨੂੰ ਦਿੱਤਾ ਸੀ। ਸ਼੍ਰੀ ਅਰਜਨ ਜੀ ਕਹਿਣ ਲੱਗੇ, ਮਹਾਰਾਜ, ਉਹ ਤਾਂ ਬੜੇ ਪਹਿਲਾਂ ਹੋ ਚੁੱਕੇ। ਕਹਿਣ ਲੱਗੇ, ਅਰਜਨ, ਤੇਰੇ ਤੇ ਮਾਇਆ ਦਾ ਪਰਦਾ ਹੈ ਤੇ ਮੈਂ ਮਾਇਆ ਵਿਦਿਆ ਤੋਂ ਰਹਿਤ ਹਾਂ। ਸਾਡੇ ਨਰ ਨਰਣ ਦੇ ਕਈ ਵਾਰੀ ਅਵਤਾਰ ਹੋ ਚੁੱਕੇ ਆ, ਤੈਨੂੰ ਨਹੀਂ ਪਤਾ। ਕੁਝ ਸਮੇਂ ਤੋਂ ਬਾਅਦ ਅਵਤਾਰ ਆਉਂਦੇ ਆ, ਫਿਰ ਮਹਾਂਪੁਰਖ ਹੁੰਦੇ ਆ, ਹਜ਼ੂਰੀ ਸੇਵਾਦਾਰ। ਸਮਾਂ ਬੀਤਣ ਤੋਂ ਬਾਅਦ ਗਿਆਨ ਲੋਪ ਹੋ ਜਾਂਦਾ। ਉਸ ਗਿਆਨ ਨੂੰ ਪ੍ਰਗਟ ਕਰਨ ਵਾਸਤੇ ਸਮੇਂ ਸਮੇਂ ਦੇ ਨਾਲ ਅਵਤਾਰ ਮਹਾਂਪੁਰਖ ਆਉਂਦੇ ਰਹਿੰਦੇ ਆ। ਸੋ ਇਸ ਕਰਕੇ ਜਿਹੜੀ ਸ਼ਰੰਖਲਾ ਹੈ, ਇਹ ਬੜੀ ਪੁਰਾਣੀ ਹੈ। ਸੰਤਾਂ ਦੀ ਜਿਹੜੀ ਇਹ ਪੀੜ੍ਹੀ ਪੁਸ਼ਤ ਹੈ, ਬੜੀ ਲੰਬੀ ਹੈ। ਕਈਆਂ ਦਾ ਖਿਆਲ ਹੈ ਕਿ ਇਹ ਸੰਤ ਛਪਦੇ ਨਹੀਂ, ਪਰ ਜੇ ਗ੍ਰੰਥ ਪੜ੍ਹੀਏ ਫਿਰ ਪਤਾ ਲੱਗਦਾ ਇਹ ਪ੍ਰਣਾਲੀ ਬਹੁਤ ਲੰਬੀ ਹੈ। ਵਾਲਮੀਕ ਆਏ, ਭਾਰਦਵਾਜ ਆਏ, ਭਿਰਗੂ ਆਏ, ਅੰਗਰੇ ਰਿਸ਼ੀ ਆਏ, ਵਿਸ਼ਿਸ਼ਟ ਆਏ, ਵਿਸ਼ਵਾਮਿਤਰ ਆਏ, ਵਾਲਮੀਕ ਆਏ, ਕਾਕਸੁੰਡ ਰਿਸ਼ੀ ਦੀਆਂ ਗੱਲਾਂ ਬਹੁਤ ਪੁਰਾਣੀ ਹੈ। ਇਹ ਸ਼ਰੰਖਲਾ ਕਥਾ ਵਾਰਤਾ ਦੀ ਕੋਈ ਨਵੀਂ ਨਹੀਂ ਹੈ। ਸਮੇਂ ਸਮੇਂ ਦੇ ਨਾਲ ਮਹਾਂਪੁਰਖ ਆ ਕੇ ਉਸ ਗਿਆਨ ਨੂੰ ਫੇਰ ਪ੍ਰਗਟ ਕਰਦੇ ਹਨ। ਸੋ ਇਸ ਵਾਸਤੇ ਕਲਯੁਗ ਦੇ ਅੰਦਰ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ 10 ਜਾਮੇ ਧਾਰ ਕੇ ਇਹ ਮਹਾਨ ਕਿਰਪਾ, ਮਹਾਨ ਬਖਸ਼ਿਸ਼ ਕੀਤੀ ਹੈ ਕਲਯੁਗੀਆਂ ਦੀ ਕਲਿਆਣ ਵਾਸਤੇ। ਭਾਈ ਬਾਲਾ ਜੀ ਦੀ ਜਨਮ ਸਾਖੀ ਹੈ। ਧੰਨ ਸ਼੍ਰੀ ਗੁਰੂ ਅੰਗਦ ਸਾਹਿਬ ਜੀ ਮਹਾਰਾਜ, ਜਦੋਂ ਭਾਈ ਬਾਲਾ ਜੀ ਬੜੀ ਬਿਰਧ ਅਵਸਥਾ ਸੀ, ਰਾਏ ਭੋਏ ਦੀ ਤਲਵੰਡੀ, ਮਨ 'ਚ ਬਹੁਤ ਬੈਰਾਗ ਹੋ ਗਿਆ ਕਿ ਮਹਾਰਾਜ ਬਾਲ ਸਿਖਾਈ ਭਗਤਨ ਕੋ ਮੀਤ। ਸਾਰੀ ਜ਼ਿੰਦਗੀ ਆਪ ਜੀ ਦੀ ਸੇਵਾ ਵਿੱਚ ਗੁਜ਼ਾਰੀ। ਮਰਦਾਨਾ ਜੀ ਤੁਹਾਡੇ ਹੱਥਾਂ 'ਚ ਚਲੇ ਗਏ, ਮੈਨੂੰ ਤੁਸੀਂ ਛੱਡ ਕੇ ਚਲੇ ਗਏ। ਬਹੁਤ ਉਦਾਸ ਬਰਾਗ ਚ ਕੈਸੀ ਹੀ ਕੋਈ ਕੋਏ ਮੰਜਨ ਮਾਣਿਕ ਤੂੰ, ਕਿਉਂ ਨਾ ਮਰੀਜਾ ਰੋਏ ਜਾਂ ਲਗ ਚੇਤਨਾ ਆਵੇ। ਦੁੱਖ ਵੇ ਛੋੜਾ ਇੱਕ ਦੁੱਖ ਕੋ, ਇੱਕ ਦੁੱਖ ਸਖਤ ਵਾਰ ਜਾਣ, ਇੱਕ ਦੁੱਖ ਰੋਗ ਉਠਾ ਤੰਤਾਏ, ਵੈਦ ਨ ਪੂਰੇ ਦਾਰੂ ਲਾਏ। ਇਹ ਵਿਛੋੜੇ ਦਾ ਦੁੱਖ ਬਹੁਤ ਵੱਡਾ ਹੈ। ਮਹਾਰਾਜ ਗੁਰੂ ਨਾਨਕ ਪਾਤਸ਼ਾਹ ਬਹੁਤ ਬਰਾਗ ਚ ਫਿਰ ਮਹਾਰਾਜ ਮੈਨੂੰ ਛੱਡ ਕੇ ਚਲੇ ਗਏ। ਸ਼੍ਰੀ ਮਰਦਾਨਾ ਜੀ ਵਾਂਗ ਮੇਰਾ ਵੀ ਹੱਥੀਂ ਕਿਰਪਾ ਕਰ ਜਾਂਦੇ। ਫਿਰ ਮਹਾਰਾਜ ਨੇ ਸਾਖਿਆਤ ਦਰਸ਼ਨ ਦਿੱਤੇ। ਕਹਿਣ ਲੱਗੇ, ਨਾ ਬਾਬਾ ਮੜੀ ਨਾ ਗੋਰ, ਧੰਨ ਗੁਰੂ ਅੰਗਦ ਸਾਹਿਬ ਦੇ ਹੀ ਹੈ। ਖਡੂਰ ਸਾਹਿਬ ਜਾਓ। ਫੇਰ ਵਸਾਇਆ ਫੇਰਨ ਸਤਿਗੁਰ ਖਾੜੂਰ। ਇੱਥੇ ਫਿਰ ਭਾਈ ਬਾਲਾ ਸਾਹਿਬ ਆਏ। ਹੁਣ ਆ ਨਵੀਨ ਬੰਦੇ ਉੱਠੇ ਆ, ਉਹ ਕਹਿੰਦੇ ਭਾਈ ਬਾਲਾ ਹੋਇਆ ਕੋਈ ਨਹੀਂ। ਜੇ ਪੁੱਛੀਏ ਵੀ ਤੁਹਾਡੇ ਕੋਲ ਕੀ ਪ੍ਰਮਾਣ ਹੈ, ਕਹਿੰਦੇ ਭਾਈ ਗੁਰਦਾਸ ਜੀ ਨੇ ਆਪਣੀਆਂ 12 'ਚ ਨਾਂ ਨਹੀਂ ਲਿਖਿਆ। ਭਾਈ ਗੁਰਦਾਸ ਨੇ 13 ਗੁਰੂ ਨਾਨਕ ਦੇ ਸਿੱਖਾਂ ਦੇ ਨਾਂ ਲਿਖੇ।
ਤੇ ਬਾਬੇ ਤਾਰੇ ਚਾਰ ਚੱਕ ਨੌ ਖੰਡ ਪਿਰਥਵੀ ਸੱਚਾ ਢੋਆ। ਤੇ ਕੀ ਗੁਰੂ ਨਾਨਕ ਸਾਹਿਬ ਦੇ 13 ਹੀ ਸਿੱਖ ਹੋਇਆ। ਤੇ ਜਦੋਂ ਗੋਇੰਦਵਾਲ ਸਾਹਿਬ 22 ਮੰਜੀਆਂ ਤੇ 72 ਪੀੜੇ ਥਾਪੇ ਆ, ਭਾਈ ਗੁਰਦਾਸ ਸਾਹਿਬ ਉਹਨਾਂ ਦੇ ਵਿੱਚ ਮੌਜੂਦ ਸੀ। ਤੇ ਬਾਬਾ ਮਹੇਸ਼ਾ ਜੀ ਸੁਲਤਾਨਪੁਰ ਦੇ ਸੀ, ਉਹਨਾਂ ਨੂੰ ਵੀ ਇੱਕ ਮੰਜੀ ਮਿਲੀ ਹੈ। ਤੇ ਜਿਹੜੀ ਉਹ ਸੋਨੇ ਦੀ ਫੋਟੋ ਉੱਥੇ ਬਣੀ ਹੋਈ ਮੰਜੀਆਂ ਦੀ, ਜਾ ਕੇ ਪੜ੍ਹ ਲਿਓ ਕਿ ਮਹੇਸ਼ ਦਾ ਨਾਂ ਹੈਗਾ ਕਿ ਨਹੀਂ। ਤੇ ਭਾਈ ਗੁਰਦਾਸ ਨੇ ਮਹੇਸ਼ੇ ਦਾ ਨਾਂ ਹੀ ਨਹੀਂ ਲਿਖਿਆ, ਨਾ ਵਿੱਚ ਬੈਠੇ ਸੀ। ਤੇ ਜੇ ਹੁਣ ਮਹੇਸ਼ੇ ਦਾ ਨਾਂ ਨਹੀਂ ਲਿਖਿਆ ਤੇ ਇਹਦਾ ਮਤਲਬ ਮਹੇਸ਼ਾ ਹੋਇਆ ਹੀ ਨਹੀਂ। ਗੱਜ ਕੇ ਬੋਲੋ। ਕਈ ਵਾਰੀ ਸੈਕਟਰੀ ਸਟੇਜ ਤੇ ਬੋਲਦੇ ਹੁੰਦੇ ਆ, ਨਾਮਵਰ ਹਸਤੀਆਂ ਹੁੰਦੀਆਂ, ਕੋਲ ਬੈਠੇ ਦੇ ਨਾਂ ਨਹੀਂ ਬੋਲ ਹੁੰਦਾ। ਇਹਦਾ ਮਤਲਬ ਇਹ ਨਹੀਂ ਵੀ ਸੰਗ ਚ ਹੈ ਹੀ ਨਾ ਸੋ। ਇਹ ਤਾਂ ਕੁਦਰਤੀ ਸਹਿਬਨ ਗੱਲ ਹੈਗੀ ਹੈ। ਤੇ ਭਾਈ ਬਾਲਾ ਜੀ ਤੋਂ ਪਤਾ ਨਹੀਂ ਇਹਨਾਂ ਨੂੰ ਅਲਰਜੀ ਕਿਉਂ, ਕੀ ਤਕਲੀਫ ਹੈ ਕਿ ਹੋਰ ਸਿੱਖਾਂ ਦੇ ਨਾਂ ਤੋਂ ਨਹੀਂ, ਤੇ ਭਾਈ ਬਾਲੇ ਤੋਂ ਇੰਨੀ ਤਕਲੀਫ ਕਿਉਂ ਹੋ ਰਹੀ ਹੈ। ਉੱਥੇ ਹਾਲੇ ਤੇ ਭਾਈ ਬਾਲੇ ਦੇ ਪਿਤਾ ਦਾ ਖੂਹ ਹੈਗਾ, ਚੰਦਰਭਾਨ ਉਹਦਾ ਨਾਮ ਸੀ, ਪਾਕਿਸਤਾਨ 'ਚ ਹਾਲੇ ਵੀ ਹੈਗਾ। ਇਹ ਖਡੂਰ ਸਾਹਿਬ ਸਮਾਏ, ਉੱਥੇ ਉਹਨਾਂ ਦੀ ਸਮਾਧ ਵੀ ਹੈਗੀ ਹੈ। ਪਰ ਕੋਈ ਨਾ ਕੋਈ ਸ਼ੋਸ਼ਾ ਐਸਾ ਛੱਡਣਾ ਵੀ ਟਿਕ ਕੇ ਬਹਿਣ ਨਹੀਂ ਦੇਣਾ। ਇਹ ਟਿਕ ਕੇ ਕਿਉਂ ਸਿੱਖ ਬੈਠੇ, ਕੋਈ ਨਾ ਕੋਈ ਵਿਵਾਦ ਸ਼ੁਰੂ ਹੀ ਰੱਖੋ। ਤੇ ਭਾਈ ਬਾਲਾ ਸਾਹਿਬ ਇੱਥੇ ਆ ਗਏ, ਤੁਹਾਨੂੰ ਗੁਰੂ ਅੰਗਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦਰਸ਼ਨ ਕੀਤੇ ਤੇ ਮਹਾਰਾਜ ਨੇ ਉੱਠ ਕੇ ਉਹਨਾਂ ਦਾ ਸਤਿਕਾਰ ਕੀਤਾ ਵੀ ਤੁਸੀਂ ਵੱਡੇ ਸਾਹਿਬਾਂ ਦੇ ਨਾਲ ਰਹੇ ਆ, ਆਸਣ ਦਿੱਤਾ, ਜੀ ਆਇਆਂ, ਆਗਤੰ ਸਵਾਗਤੰ ਸਾਰੰ, ਆਏ ਦਾ ਸਵਾਗਤ ਕਰਨਾ ਹੁਣ ਤਾਂ ਆਪਾਂ ਭੁੱਲ ਗਏ। ਪੜ੍ਹ ਲਿਖ ਬਹੁਤ ਗਏ ਆ ਬੱਚੇ ਬੱਚੀਆਂ ਕੋਈ ਬਾਹਰੋਂ ਆ ਜਾਏ ਨਾ, ਮੋਬਾਈਲ ਤੇ ਲੱਗੇ ਰਹਿਣਗੇ, ਉਹਨਾਂ ਨੂੰ ਨਹੀਂ ਪਤਾ ਕੌਣ ਆਇਆ। ਗੱਜ ਕੇ ਬੋਲੋ। ਇਹ ਪੜ੍ਹਾਈ ਖਤਮ ਹੋ ਗਈ ਹੈ। ਮਾਤਰੀ ਭਵ, ਦੇਵ ਭਵ, ਗੁਰੂ ਭਵ, ਮਾਤਾ ਪਿਤਾ ਦਾ, ਗੁਰੂ ਉਸਤਾਦ ਦਾ, ਸਿਆਣੇ ਪੁਰਸ਼ਾਂ ਦਾ ਸਤਿਕਾਰ ਕਰਨਾ। ਹੁਣ ਤੁਹਾਨੂੰ ਪਤਾ ਹੋਣਾ ਚਾਹੀਦਾ, ਜਿਹੜੇ ਭੱਟ ਸੀਗੇ ਇਹ ਵੇਦਾਂ ਦੇ ਰਿਸ਼ੀ ਸੀਗੇ। ਜਿਹੜੇ ਮਹਾਰਾਜ ਗਏ ਨਾ, ਇਹ ਵਿਦਿਆ ਦੇ ਹੰਕਾਰ 'ਚ ਬੈਠੇ ਰਹੇ ਤੇ ਭਜਨ ਫਿਰ ਨਿਕਲ ਗਿਆ ਵੀ ਤੁਹਾਨੂੰ ਹੰਕਾਰ ਹੋ ਗਿਆ, ਸਤਿਕਾਰ ਨਹੀਂ ਕੀਤਾ, ਜਾਓ ਮਾਤਲੋਕ ਭਟਕਦੇ ਫਿਰੋਗੇ। ਫਿਰ ਡਰ ਗਏ ਵੀ ਮਾਰਾ ਹੁਣ ਬਚਨ ਦਾ ਨਿਕਲ ਗਿਆ, ਵਿਅਰਥ ਜਾਣਾ ਨਹੀਂ। ਹੁਣ ਕਿਰਪਾ ਕਦੋਂ ਹੋਊ? ਕਹਿੰਦੇ ਜਦੋਂ ਤੁਹਾਨੂੰ ਗੁਰੂ ਨਾਨਕ ਸਾਹਿਬ ਦੀ ਗੱਦੀ ਤੇ 5ਵੇਂ ਪਾਤਸ਼ਾਹ ਹੋਣਗੇ, ਉਹ ਕਿਰਪਾ ਕਰਨਗੇ, ਉਹ ਕਿਰਪਾ ਕਰਨਗੇ। ਵਿੱਚ ਭੱਟਾਂ ਨੇ ਲਿਖਿਆ, ਰਹਿਓ ਸੰਤ ਹੋਂ ਟੋਲ, ਸਾਧ ਬਹੁ ਤੇਰੇ ਡਿਠੇ, ਸੰਨਿਆਸੀ ਤਪਸਿਆ ਮੁਖੋਂ ਇਹ ਪੰਡਤ ਮਿੱਠੇ। ਏਕ ਬਰਸੋਂ ਫਿਰੋ ਕਿਨੇ ਨਾ ਪਰਚਾ ਲਾਓ, कहत्या कह तीरथ को खुशी ना आयो, हर नाम छोड़ दूजे लगे, तन के गुण हो क्या कहो, गुरदई मिलाए फिख्या, जिव तू राखै तेव रहो। 1 साल लिखिया। 1 साल क्यों लिखिया? हिंदुस्तान के 68 तीर्थ 25 को रोज तुरीए, 1 साल 68 तीर्थां की यात्रा होती है। ਇਹ ਨਹੀਂ ਵੀ ਐਵੇਂ ਲਿਖ ਗਏ, ਉਹਦੇ ਪਿੱਛੇ ਕੋਈ ਵਿਚਾਰ ਹੁੰਦੀ ਹੈ। ਸਿਆਣੇ ਬੰਦੇ ਬੇਵਿਚਾਰੀ ਗੱਲ ਨਹੀਂ ਕਰਦੇ ਹੁੰਦੇ, ਪੜ੍ਹੇ ਲਿਖੇ। 25 ਕੋ ਰੋਜ਼ ਤੁਰਿਆ ਜਾਏ, 1 ਸਾਲ ਵਿੱਚ 68 ਤੀਰਥਾਂ ਦੀ ਯਾਤਰਾ ਸੰਪੂਰਨ ਹੋ ਜਾਂਦੀ ਹੈ। ਤਾਂ ਬਰਸ ਲਿਖਿਆ
ਤੇ ਕਿਉਂ ਆਏ ਉਹ ਭਟਕਦੇ ਫਿਰਦੇ ਸੀ। ਫਿਰ ਇਹ ਵੀ ਸੁਣ ਲਿਓ, ਹਾ ਉਹ 2 ਗੰਧਰਵ ਸੀਗੇ ਨਾ, ਇਹਨਾਂ ਦਾ ਵੀ ਰਾਗੀਆਂ ਦਾ ਇਹੀ ਹਾਲ ਹੋਇਆ ਸੀ। ਉੱਠ ਕੇ ਸਤਿਕਾਰ ਨਹੀਂ ਸੀ ਕੀਤਾ, ਇਹਨਾਂ ਨੂੰ ਵੀ ਹੰਕਾਰ ਹੋ ਗਿਆ ਸੀ। ਇੱਕ ਤੰਦੂਆ ਬਣ ਗਿਆ, ਦੂਆ ਹਾਥੀ ਬਣ ਗਿਆ। ਉਹ ਪਾਣੀ ਪੀ ਗੇਣ ਗਿਆ, ਉਹਨੂੰ ਖਿੱਚ ਲਿਆ ਤੇ ਫਿਰ ਅਰਦਾਸ ਕੀਤੀ। ਸੁਦਰਸ਼ਨ ਨੇ ਇਹਨਾਂ ਦੇ ਤੰਦ ਕੱਟੇ ਸੀ, ਕਲਿਆਣ ਕੀਤੀ ਸੀ। ਇਹ ਵੱਡਿਆਂ ਵੱਡਿਆਂ ਦੀ ਗੱਲ ਸੁਣਾਤੀ ਹੈ ਕਿ ਜਿਹੜਾ ਗੁਰੂ ਦਾ, ਮਹਾਂਪੁਰਖ ਦਾ ਸਤਿਕਾਰ ਨਹੀਂ ਕਰਦਾ, ਉਹਦੀ ਇਹ ਦੁਰਦਸ਼ਾ ਹੁੰਦੀ ਹੈ। ਸਤਿਕਾਰ ਕਰਨਾ, ਆਗਤੰ ਸਵਾਗਤੰ ਸਾਰੰ, ਆਏ ਦਾ ਸਵਾਗਤ ਕਰਨਾ, ਭੋਜਨ ਚਾ ਕਿਰਤੰ ਸਾਰੰ, ਭੋਜਨ ਦੇ ਵਿੱਚ ਘਿਓ ਨਾ ਪਾਓ ਤੇ ਉਹ ਹਲਦੀ ਜੁਦੀ ਦਿਸੀ ਜਾਊਗੀ, ਬਕ ਬਗਾ ਅੰਦਰ ਨਹੀਂ ਲੰਘੂਗਾ। 5ਵਾਂ ਪਾਇਆ ਕਿਰਤ ਤਾਂ ਹੋਆ ਪਾਕ ਪਵਿੱਤ, ਇਹਦੇ ਬਿਨਾਂ ਗੱਲ ਨਹੀਂ ਬਣਨੀ। ਔਰ ਇਸੇ ਤਰ੍ਹਾਂ ਇਹ ਜ਼ਰੂਰੀ ਹੈ। ਅੱਜ ਹੁਣ ਅਸੀਂ ਇਹ ਚੀਜ਼ਾਂ ਭੁੱਲਦੇ ਜਾ ਰਹੇ ਹਾਂ। ਸਤਿਕਾਰ ਕਿਵੇਂ ਕਰਨਾ? ਸ਼੍ਰੀ ਰਾਮਚੰਦਰ ਜੀ ਮਹਾਰਾਜ ਕਕਈ ਨੇ 14 ਸਾਲ ਦਾ ਬਨਵਾਸ ਭਰਤ ਲਈ ਰਾਜ ਮੰਗ ਲਿਆ ਤੇ ਮਹਾਰਾਜ ਨੇ ਉਹਨੂੰ ਪ੍ਰਵਾਨ ਕੀਤਾ। ਜੇ ਹੁੰਦੇ ਰੰਗਜੇ ਵਰਗੇ ਦਸ਼ਰਥ ਨੂੰ ਜੇਲ੍ਹ 'ਚ ਸੁੱਟਦੇ, ਕਈ ਨੂੰ ਬੰਦੀ ਖਾਨੇ ਪਾਉਂਦੇ ਤੇ ਗੱਦੀ ਤੇ ਬਹਿ ਜਾਂਦੇ, ਪਰ ਉਹਨਾਂ 'ਚ ਭਾਵਨਾ ਸੀ ਸਤਿਕਾਰ ਦੀ। ਪਿਤਾ ਦਾ ਮੋਹ ਵੀ ਬਹੁਤ। ਰਾਜਗੱਦੀ ਦੇ ਤਿਲਕ ਦੀ ਸਾਰੀ ਸਮੱਗਰੀ ਤਿਆਰ, ਸਾਰੇ ਰਿਸ਼ੀ ਆਏ ਬੈਠੇ, ਗੁਰੂ ਵਿਸ਼ੇਸ਼ ਮਹਾਰਾਜ ਆਏ ਬੈਠੇ ਰਸਮ ਕਰਨ ਲਈ। ਕਹਿੰਦੇ ਪਿਤਾ ਜੀ ਤੁਸੀਂ ਬਚਨ ਦਿੱਤਾ, ਬਚਨ ਤੇ ਕਾਇਮ ਰਹੋ। ਸਭ ਤੋਂ ਪਹਿਲਾਂ ਜਟਾਂ ਬਣਾ ਕੇ ਸਾਧਾਂ ਦਾ ਲਿਬਾਸ ਧਾਰ ਕੇ ਮਾਤਾ ਕਕਈ ਨੂੰ ਨਮਸਕਾਰ ਕਰਨ ਲਈ ਗਏ। ਲਛਮਣ ਜੀ ਕਹਿੰਦੇ ਮਹਾਰਾਜ ਤੁਹਾਨੂੰ ਬਨਵਾਸ ਦੇ ਰਹੇ। ਕਹਿੰਦੇ ਖਬਰਦਾਰ ਇਸ ਤੋਂ ਗਾਂ ਬਚਨ ਬੋਲਿਆ। ਪਿਤਾ ਤੋਂ ਹੀ ਵਰ ਲਏ ਸੀ, ਲੈ ਲੈ। ਫੇਰ ਆਪਣੀ ਮਾਤਾ ਨੂੰ ਮੱਥਾ ਟੇਕਣ ਗਏ ਤੇ ਹੁਣ ਆਪਾਂ ਆਪਣੇ ਮਨ ਨਾਲ ਝਾਤ ਮਾਰ ਲਓ ਕਿੱਥੇ ਖੜੇ ਹਾਂ। ਫਿਰ ਮਾਤਾ ਸੀਤਾ ਮਹਾਰਾਜਾ ਜਨਕ ਬਦੇਹੀ ਦੀ ਪੁੱਤਰੀ ਹੈ, ਮਹਾਰਾਜਾ ਦਸ਼ਰਥ ਦੀ ਨੂੰਹ, ਮੌਕੇ ਦੇ ਅਵਤਾਰ ਦੀ ਧਰਮ ਪਤਨੀ ਹੈ। ਹੁਣ ਮਹਿਲਾਂ ਨੂੰ ਦੇਖਿਆ, ਜਿੱਥੇ ਪਤੀ ਜਾ ਰਿਹਾ, ਪਤੀ ਦਾ ਕੰਡਿਆਲਾ ਰਸਤਾ ਚੁਣਿਆ ਬਨਵਾਸ ਦਾ। ਅੱਜ ਹੁਣ ਹਰ ਥਾਂ ਥਾਂ ਡਿਵੋਰਸ ਹੋ ਰਿਹਾ ਰੋਜ਼। ਸੋਚ ਲਓ ਕਿੱਧਰ ਤੁਰੇ ਹੋਏ ਆ। ਗੁਰੂ ਗ੍ਰੰਥ ਸਾਹਿਬ ਸਾਡਾ ਗੁਰੂ ਆ। ਇਹ ਤਾਂ ਬੜਾ ਕਹਿੰਦੇ ਵੀ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਆ। ਇਹਦੇ ਮੂਹਰੇ ਆਨੰਦ ਕਾਰਜ ਹੋ ਗਿਆ ਤੇ ਨਾ ਬੀਬੇ ਸਮਝਦੇ ਨਾ ਬੀਬੀਆਂ ਸਮਝਦੀਆਂ। ਤੇ ਗੁਰੂ ਵਾਲੀ ਗੱਲ ਕਿਹੜੀ ਰਹੀ? ਆਹ ਸੁਣ ਲਓ ਤ੍ਰੇਤੇ ਯੁੱਗ ਦੀ। ਹੁਣ ਭਰਤ ਗਿਆ ਸੀ ਨਾਨਕੀ, ਉਹ ਆ ਗਿਆ, ਮਾਤਾ ਨਾਲ ਖਫਾ ਹੋਇਆ। ਪਿਤਾ ਸ੍ਰੀ ਪਰ ਲੋਕ ਚਲੇ ਗਏ, ਘਰ ਉਜੜ ਗਿਆ ਸਾਰਾ, ਉਹ ਮਗਰ ਚਲੇ ਗਿਆ। ਮਹਾਰਾਜ ਇਹ ਤੁਹਾਡੀ ਅਮਾਨਤ ਹੈ। ਕਹਿੰਦੇ ਨੇ ਪਿਤਾ ਜੀ ਨੇ ਬਚਨ ਦਿੱਤੇ ਸੀ, ਮਾਤਾ ਜੀ ਨੇ ਲੈ ਲਿਆ। ਕੋਈ ਹਰਕ ਸ਼ੋਕ ਨਹੀਂ। ਮਰਜ਼ਾਦਾ ਪੁਰਸ਼ੋਤਮ, ਉਹ ਵੀ ਪ੍ਰੇਮੀ ਸ਼ਰਧਾਲੂ ਬਹੁਤ ਸੀ। ਮਹਾਰਾਜ ਦੀਆਂ ਚਰਨ ਪਾਦੁਕਾ ਲਿਆਂਦੀਆਂ।
ਧੂਪ ਬੱਤੀ ਕਰਕੇ ਤਖ਼ਤ ਤੇ ਸਜਾਤੀ। ਜਿਵੇਂ ਉਹ ਜੰਗਲ ਵਿੱਚ ਝੌਂਪੜੀਆਂ 'ਚ ਰਹਿੰਦੇ ਸੀ ਉਵੇਂ ਰਿਹਾ। ਜਿਵੇਂ ਉਹ ਕੰਦਮੂਲ ਖਾਂਦਾ ਸੀ। ਮੋਹਰੇ ਦਾਸ ਬਣ ਕੇ ਨਮਸਕਾਰ ਕਰਕੇ ਰਾਜ ਚਲਾਉਂਦਾ ਸੀ। 14 ਸਾਲ ਅਯੁੱਧਿਆ ਦਾ ਖੜਾਮਾ ਨੇ ਰਾਜ ਕੀਤਾ। ਅੱਜ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਮਹਾਰਾਜ ਆਪ ਗੱਦੀ ਦੇ ਕੇ ਗਏ ਆ, ਇਹਦਾ ਕੀ ਸਤਿਕਾਰ ਕਰਦੇ ਆ? ਗੱਜ ਕੇ ਬੋਲੋ। ਕਿੱਥੇ ਖੜੇ ਆ ਅਸੀਂ? ਇਹ ਅੱਖਰ ਤਾਂ ਸਿੱਖ ਲਿਆ ਵੀ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਦੇ ਆ, ਬਹੁਤ ਵਧੀਆ ਗੱਲ ਹੈ। ਪਰ ਜੋ ਗੁਰੂ ਗ੍ਰੰਥ ਸਾਹਿਬ ਕਹਿ ਰਿਹਾ ਉਹ ਨਹੀਂ ਮੰਨ ਰਹੇ। ਇਹ ਵੀ ਤਾਂ ਕੋਈ ਬਚਨ ਮੰਨਣ ਲਈ ਕਹਿੰਦੇ ਹੀ ਹੋਣਗੇ, ਉਧਰ ਸਾਡਾ ਧਿਆਨ ਨਹੀਂ। ਜੇ ਇਹਦਾ ਬਚਨ ਮੰਨਦੇ, ਅੱਜ ਆ ਜਿਹੜੀ ਦੁਰਦਸ਼ਾ ਹੋ ਰਹੀ ਹੈ ਫੇਰ ਨਹੀਂ ਸੀ ਹੋਣੀ ਜੋ ਇਸ ਵੇਲੇ ਹੋ ਰਹੀ ਹੈ। ਸੋ ਇਸ ਕਰਕੇ ਪੁਰਾਣਾ ਇਤਿਹਾਸ ਲੈ ਲਓ, ਨਵੀਨ ਲੈ ਲਓ। ਬੀਬੀ ਬੀਰੋ ਜੀ, ਸਾਰੇ ਤੁਸੀਂ ਗਿਆਨੀ ਧਿਆਨੀ ਬੈਠੇ ਆ ਜਿੰਨੇ। ਜਦੋਂ ਬੀਬੀ ਜੀ ਦੀ ਸ਼ਾਦੀ ਹੋਈ, ਹੁਣ ਗੁਰੂ ਵੀ ਤੇ ਪਿਤਾ ਵੀ ਮਹਾਰਾਜ ਸੱਚੇ ਪਾਤਸ਼ਾਹ, ਕਿਹਦਾ ਚਿੱਤ ਕਰੇ ਮਹਾਰਾਜ ਚਰਨਾਂ ਛੱਡ ਕੇ ਜਾਣ ਦਾ। ਜਿਹੜਾ ਛੋਟਾ ਦੁਆਰ ਸੀ ਨਾ ਬੀਬੀ, ਉਹ ਉਧਰ ਨੂੰ ਡੋਲਾ ਲੈ ਕੇ ਚਲ ਗਿਆ ਵੀ ਨਾ ਵਿੱਚੀ ਲੰਘੇ ਤੇ ਨਾ ਜਾਵਾਂ। ਤੇ ਮਹਾਰਾਜ ਨੂੰ ਬੇਨਤੀ ਕੀਤੀ, ਮਹਾਰਾਜ ਬੀਬੀ ਜੀ ਦਾ ਡੋਲਾ ਉਧਰ ਲੈ ਗਿਆ, ਹੁਣ ਕਿਵੇਂ ਕਰੀਏ? ਮਹਾਰਾਜ ਕਹਿੰਦੇ ਕੰਧ ਢਾ ਦਿਓ, ਲੜਕੀਆਂ ਆਪਣੇ ਘਰੇ ਸ਼ੋਭਾ ਪਾਉਣੀਆਂ। ਗੱਜ ਕੇ ਬੋਲੋ। ਇਸ ਕਰਕੇ ਪਿਆਰਿਓ, ਇਤਿਹਾਸ ਪੜ੍ਹੀਏ ਫਿਰ ਪਤਾ ਲੱਗਦਾ। ਮਾਤਾ ਸਾਹਿਬ ਕੌਰ ਜੀ, ਖਾਲਸੇ ਦੀ ਮਾਤਾ, ਫੋਟੋਆਂ ਤਾਂ ਲਾ ਲਈਆਂ ਤੁਸੀਂ ਘਰਾਂ 'ਚ ਮਾਤਾ ਦੀਆਂ। ਫੋਟੋ ਲਾਉਣ ਨਾਲ ਗੱਲ ਨਹੀਂ ਬਣਨੀ। ਫੋਟੋਆਂ ਦੁਆਲੇ ਹੋ ਗਏ ਆ, ਫੋਟੋਆਂ ਦਾ ਯੁੱਗ ਬਹੁਤ ਹੋ ਗਿਆ। ਮਾਤਾ ਜੀ ਮਹਾਰਾਜ ਦੇ ਦਰਸ਼ਨ ਕੀਤੇ ਦੇ ਬਿਨਾਂ ਫੋਕਾ ਪਾਣੀ ਨਹੀਂ ਸੀ ਪੀਂਦੇ। ਦਰਸ਼ਨ ਕਰਕੇ, ਨਿਤਨੇਮ ਪੂਰਾ ਕਰਕੇ, ਹਜ਼ੂਰੀ ਸੇਵਾ। ਤੇ ਜਦੋਂ ਹਜ਼ੂਰ ਸਾਹਿਬ ਤੋਂ ਮਾਤਾ ਸੁੰਦਰ ਕੌਰ ਨੂੰ ਪਹਿਲਾਂ ਇੱਥੇ ਛੱਡ ਗਏ ਬਾਲਾ ਸਾਹਿਬ, ਜਿੱਥੇ 8ਵੇਂ ਪਾਤਸ਼ਾਹ ਜੋਤੀ ਜੋਤ ਸਮਾਏ, ਫਿਰ ਮਾਤਾ ਨੂੰ ਕਿਹਾ ਤੁਸੀਂ ਵੀ ਚਲੇ ਜਾਓ ਉੱਥੇ। ਕਹਿੰਦੇ ਮਹਾਰਾਜ ਮੈਂ ਤਾਂ ਆਪ ਜੀ ਦਰਸ਼ਨ ਕੀਤੇ ਬਿਨਾਂ ਕਰੀ ਜਲ ਪਾਣੀ ਨਹੀਂ ਛਕਿਆ। ਤੇ ਮਹਾਰਾਜ ਨੇ 5 ਸ਼ਾਸਤਰ ਦਿੱਤੇ। ਪਲੰਗ ਤੇ ਬੈੱਡ ਲਾ ਕੇ ਸਜਾ ਕੇ ਧੂਪ ਬੱਤੀ ਕਰਨੀ ਹੈ, ਸੁਗੰਧੀ ਵਾਲਾ ਦਰਾਬ ਛਿੜਕਣਾ। ਤੇ ਜਦੋਂ ਇਹਨਾਂ ਦਾ ਪੂਜਾ ਸਤਿਕਾਰ ਕਰੋਗੇ ਨਾਮ ਬਾਣੀ ਨਾਲ, ਇਹਨਾਂ ਵਿੱਚ ਹੀ ਮੇਰੇ ਦਰਸ਼ਨ ਹੋਇਆ ਕਰਨਗੇ। ਗੱਜ ਕੇ ਬੋਲੋ। ਉਹ ਜਿਹੜੇ ਗੋਰਿਆਂ ਦਾ ਰਾਜ ਆਇਆ, ਇਹ ਮਹਾਰਾਜ ਰਣਜੀਤ ਸਿੰਘ ਕੋ ਆ ਗਏ, ਫਿਰ ਉਹ ਗੋਰੇ ਬਲੈਤ ਲੱਗ ਗਏ। ਉਹ ਫਿਰ ਲਾਲ ਬਹਾਦਰ ਸ਼ਾਸਤਰੀ ਆਇਆ, ਉਹਦੀ ਹਿੰਮਤ ਨਾ ਆਈ ਸੀ। ਸਾਰੇ ਯਾਤਰਾ ਕਰਾਈ ਨਾ, ਹੁਣ ਤਖਤ ਸ਼੍ਰੀ ਕੇਸਗੜ੍ਹ ਸਭਾਏਮਾਨ। ਦਰਸ਼ਨ ਹੁਣ ਉਹਨਾਂ ਮਾਤਾ ਦਾ ਜੀਵਨ ਪੜ੍ਹੋ, ਫੇਰ ਲੱਗੇ ਵੀ ਉਹ ਕਿੱਥੇ ਸੀ ਤੇ ਅਸੀਂ ਕਿੱਧਰ ਤੁਰੇ ਹੋਏ ਹਾਂ। ਤੇ ਮਹਾਰਾਜ ਦਾ ਹੁਕਮ ਸੀ, ਧਨ ਪਿਰ ਇਹ ਨਾ ਆਖੀਆਂ, ਬਹਿਨ ਇਕੱਠੇ ਹੋਏ, ਏਕ ਜੋਤ ਦੋਇ ਮੂਰਤੀ, ਧਨ ਪਿਰ ਕਹੀਐ ਸੋਏ। ਇਹ ਅੱਜ ਗੱਲਾਂ ਕਿਉਂ ਦੁਹਰਾਉਣੀਆਂ ਪੈ ਰਹੀਆਂ? ਇਹ ਸਾਡੇ ਸਮਾਜ ਦਾ ਢਾਂਚਾ ਕਾਫੀ ਵਿਗੜਿਆ ਹੋਇਆ। ਹੁਣ ਪੋਲੀਆਂ ਗੱਲਾਂ ਸੁਣਾ ਕੇ ਮੈਂ ਵੀ ਚਲੇ ਜਾਂਦਾ। ਪਰ ਹੁਣ ਆਪਾਂ ਸੁਧਾਰ ਆਪਾਂ ਆਪ ਹੀ ਕਰਨਾ, ਮੌਲਵੀਆਂ ਤਾਂ ਕਰਨਾ ਨਹੀਂ ਸਾਡਾ। ਜਿਹੜੀਆਂ ਸਾਡੇ ਕਮਜ਼ੋਰੀਆਂ ਹੋਈਆਂ, ਇਹ ਸਾਨੂੰ ਆਪੇ ਹੀ ਕਰਨੀਆਂ ਪੈਣੀਆਂ। ਜੇ ਇੱਧਰ ਧਿਆਨ ਨਹੀਂ ਦਿਆਂਗੇ ਨਾ, ਉਹ ਕਥਾ ਸੁਣ ਕੇ ਗੱਲ ਉੱਥੇ ਦੀ ਉੱਥੇ ਰਹਿ ਜਾਣੀ। ਕੰਨਿਆ ਦੇਵੈ ਸਿੱਖ ਕੋ
ਲੇਵੈ ਨ ਕਿਛ ਦਾਮ, ਸੋਈ ਮੇਰਾ ਸਿੱਖ ਹੈ ਤੇ ਪਹੁੰਚੈ ਮੇਰੇ ਧਾਮ। ਕੰਨਿਆ ਦੇਵੈ ਸਿੱਖ ਕੋ ਅਮੀ ਅਮੀ ਰਲ ਜਾਏ, ਦਈ ਭਾਦਣੀ ਕੋ ਸੁਤਾ ਅਹੀ ਮੁਖ ਅਮੀ ਚੁਆਏ। ਜਿਹੜਾ ਨਗੁਰਾਬੇ ਪੀਰਾ ਬੰਦਾ ਉਹਨੂੰ ਕੰਨਿਆ ਦੇ ਦਿੱਤੀ। ਸੱਪ ਦੇ ਮੂੰਹ 'ਚ ਜ਼ਹਿਰ ਚੋ ਦਿਓ ਨਾ, ਦੁੱਧ ਪਿਲਾ ਦਿਓ, ਹੁਣ ਡੰਗੇ ਮਾਰਨਾ, ਆ ਡੰਗ ਵੱਜ ਰਹੇ, ਮਾਫ ਕਰਿਓ। ਤੇ ਸਾਡੀਆਂ ਬੀਬੀਆਂ ਦੇ ਵਿੱਚ ਵੀ ਬਿਮਾਰੀ ਬੜੀ ਪੈ ਗਈ ਹੈ। ਹੁਣ ਰੱਬ ਨੂੰ ਤਾਂ ਸਮਝਦੇ ਹੋ ਬੁੱਧੂ ਸੀ, ਕੋਈ ਭਰਵੱਟਿਆਂ ਦੁਆਲੇ ਹੋਇਆ, ਕੋਈ ਪੜਿਆਂ ਦੁਆਲੇ ਹੋਇਆ। ਸਿੱਖੀ ਵਾਲੀ ਗੱਲ, ਰੋਮਾਂ ਦੀ ਬੇਅਦਬੀ, ਇੱਕ ਬੱਜਰ ਰਹਿਤ ਸੀ, ਕੇਸ ਰਹਿਤ ਵਿੱਚ ਵੀ ਆ, ਕੇਸਾਂ ਦਾ ਕੱਟਣਾ ਰਹਿਤ ਵਿੱਚ, ਦੋਹੀ ਜਗ੍ਹਾ ਆਇਆ ਹੈ। ਤੇ ਹੋਰ ਇੱਥੇ ਆ ਕੇ ਦੇਖ ਰਹੇ, ਉੱਥੇ ਤਾਂ ਹੁਣ ਬੇੜਾ ਗੁੱਲ ਹੋਇਆ ਹੀ ਆ ਨਾ। ਇੱਥੇ ਕੇ ਬਚੇ ਹੋਣਗੇ, ਮਾਂ ਪਿਓ ਨੇ ਅੰਮ੍ਰਿਤ ਛਕੇ ਆ ਤੇ ਮੁੰਡੇ ਚਿਲਮਾਂ ਪੀ ਰਹੇ, ਸਿਗਰਟਾਂ ਪੀ ਰਹੇ। ਕਿਹੜੇ ਪਾਸੇ ਤੁਰੇ ਜਾ ਰਹੇ ਆ? ਤੇ ਹਜਾਮਤਾਂ ਜਿਵੇਂ ਮੁਸਲਮਾਨਾਂ ਨਹੀਂ ਉਵੇਂ ਕਰਾ ਰਹੇ ਨੇ। ਤੇ ਮਹਾਰਾਜ ਦਾ ਹੁਕਮ ਸੀ, ਸਿੱਖੋ ਦਾੜੀ ਤਾਰੀਫ, ਬਗੈਰ ਦਾੜੀ ਦਰਸ਼ਨਾਂ ਦੀ। ਇਹ ਦਾੜੀ ਤਾਰੀਫ ਹੈ, ਇੱਜ਼ਤ ਹੈ। ਜਿਹਦੇ ਮੂੰਹ ਤੇ ਨਹੀਂ ਗਏ ਮੈਂ ਦਰਸ਼ਨ ਨਹੀਂ ਕਰਨਾ ਚਾਹੁੰਦਾ। ਤੇ ਹੁਣ ਅਸੀਂ ਸਵੇਰੇ ਉੱਠਦੇ ਕੀ ਕਰਦੇ ਹਾਂ? ਜਪਜੀ ਸਾਹਿਬ ਪੜ੍ਹਨਾ ਤਾਂ ਛੱਡਤਾ, ਤੇ ਸੇਫਟੀ ਲੈ ਕੇ ਮੂੰਹ ਦੁਆਲੇ ਲੱਗੇ ਹੁੰਦੇ। ਕਿੱਥੇ ਤੇ ਮੂੰਹ ਬਾਣੀ ਪੜ੍ਹਨ ਨਾਲ ਸੀ, ਤੇ ਅਸੀਂ ਕਿਹੜੇ ਪਾਸੇ ਤੁਰੇ ਹੋਏ ਹਾਂ? 552 ਸਾਲ ਹੋ ਗਿਆ ਗੁਰੂ ਨਾਨਕ ਸਾਹਿਬ ਜੀ ਨੂੰ ਅਵਤਾਰ ਧਾਰਿਆ। ਵੈਸੇ ਤਾਂ ਮਹਾਰਾਜ ਸਦਾ ਹੀ ਹੈ, ਸਰਗੁਣ ਸਰੂਪ ਧਾਰਿਆ। ਹਾਲੇ ਤੇ ਅਸੀਂ ਜਟਾ ਜੂਝ ਨਹੀਂ ਹੋ ਸਕੇ, ਨਸ਼ੇ ਅਸੀਂ ਨਹੀਂ ਛੱਡ ਸਕੇ। ਅੰਮ੍ਰਿਤ ਛਕਣਾ ਤਾਂ ਬਹੁਤ ਦੂਰ ਜਾ ਚੁੱਕਾ। ਉਹ ਕਹਿੰਦੇ ਤਾਂ ਹੁਣ ਰਾਗੀਆਂ ਤੇ ਗ੍ਰੰਥੀਆਂ ਭਾਈਆਂ ਦਾ ਕੰਮ ਹੈ, ਆਪਣਾ ਤਾਂ ਕੰਮ ਹੀ ਨਹੀਂ। ਆਪਣਾ ਨਹੀਂ ਕੰਮ। ਆਉਦਣ ਆਏ ਆ ਇੱਧਰ ਨੂੰ, ਅੰਮ੍ਰਿਤਸਰੋਂ ਜਹਾਜ਼ ਬੈਠੇ ਆ, ਤੇ ਚੋਗਰੇ ਸਾਡੇ ਬੈਠੇ ਮਗਰੋਂ ਗਲਾਸੀ ਗਲੂਸੀ ਮਿਲੂਗੇ, ਗਲਾਸੀ। ਮੈਂ ਕਿਹਾ ਮਾਫ ਕਰ ਦਿਓ ਮਹਾਰਾਜ। ਕਹਿੰਦੇ ਬਜ਼ੁਰਗੋ, ਸਾਡੇ ਬਜ਼ੁਰਗਾਂ ਨੇ ਤੁਸੀਂ ਬਾਣੀ ਪੜ੍ਹੋ, ਇੰਨੇ ਪੈਸੇ ਖਰਚੇ ਆ ਫਸਟ ਕਲਾਸ ਦੇ, ਤੇ ਹੁਣ ਗਲਾਸੀ ਵੀ ਨਾ ਪੀਏ। ਅਸੀਂ ਗਲਾਸੀ ਪੀ ਕੇ ਸੌ ਜਾਣਾ। ਆਕਾਸ਼ 'ਚ ਉੱਡ ਰਹੇ ਆ, ਕਹਿੰਦੇ ਕਰੋਨੇ ਦੀ ਬਿਮਾਰੀ ਹੈ। ਆ ਬਿਮਾਰੀਆਂ ਕਰੋਨਾ ਦੇ ਨਾਲ ਚਿੰਬੜੀ ਫਿਰਦੇ ਆ। ਨਸ਼ਿਆਂ ਵਿੱਚ, ਜਿਹਨੂੰ ਮਹਾਰਾਜ ਨੇ ਕਿਹਾ ਸੀ ਦੁਰਮਤ ਮਦ ਜੋ ਪੀਵਤੇ ਬਿਖਲੀ ਪਤ ਕਮਲੀ। ਪਰ ਕਿੱਧਰ ਸੰਸਾਰ ਤੁਰਿਆ ਹੋਇਆ। ਸਾਨੂੰ ਦੇਖ ਕੇ ਲੋਕਾਂ ਨੂੰ ਕੋਈ ਸਿੱਖਿਆ ਲੈਣੀ ਸੀ, ਪੇ 10ਵੇਂ ਪਾਤਸ਼ਾਹ ਦੇ ਸਿੱਖਿਆ। ਅੱਜ ਸਿੱਖ ਦਾ ਸਾਡੀਆਂ ਨਾ ਕਮਜ਼ੋਰੀਆਂ ਦਾ ਫਲ ਕੀ ਹੋ ਰਿਹਾ? ਉਹਨਾਂ ਲੋਕਾਂ ਦੀ ਇੰਨਾ ਹੌਸਲਾ ਵੱਧ ਗਿਆ। ਤਖਤ ਕੇਸਗੜ੍ਹ ਜਿੱਥੇ ਖਾਲਸਾ ਸਾਜਿਆ, ਅੰਦਰ ਸਿਰਗਟ ਪੀ ਕੇ ਤੇ ਧੂਆਂ ਮਾਰ ਰਹੇ ਆ। ਹੁਣ ਦਰਬਾਰ ਸਾਹਿਬ ਦਾ ਵੀ ਸੁਣ ਲਿਆ, ਕਿੰਨੀ ਜ਼ੋਰਤ ਜਿੱਥੇ ਗਾੜਿਆ ਇਹਨਾਂ ਦਾ ਪ੍ਰਬੰਧਕਾਂ ਦਾ। ਕਿਉਂ ਹੋ ਰਿਹਾ? ਉਹ ਦੇਖਦੇ ਬਿਨਾਂ ਜੁਣ ਸਾਹ ਸੱਤ ਨਹੀਂ ਰਿਹਾ। ਇੱਕ ਸ਼ੇਰ ਜੰਗਲ 'ਚ ਰਹਿੰਦਾ, ਸਾਰੀ ਬਨਚਰ ਥਰ ਥਰ ਕੰਬਦੀ ਉਹ ਤੋਂ। ਅਸੀਂ ਜੰਗਲਾਂ 'ਚ ਵੀ ਰਹਿ ਕੇ ਦੇਖਿਆ, ਜਾਨਵਰਾਂ ਨੂੰ ਇੰਨਾ ਗਿਆਨ ਆ, ਇੱਧਰ ਬਾਘ ਆ, ਚਿੱਤਰਾ ਆ, ਸ਼ੇਰ ਆ, ਉਹ ਰਾਹ ਛੱਡ ਜਾਂਦੇ।
ਸਿੰਘ ਦਾ ਸ਼ੇਰ ਦਾ ਇੰਨਾ ਭੈ ਆ, ਕੱਲਾ ਹੀ ਆ, ਕੋਈ ਸਾਥੀ ਨਹੀਂ ਲੈਂਦਾ। ਆਪਣੇ ਬਲ ਦੁਆਰਾ ਹੀ ਸ਼ੇਰ ਸਾਰੇ ਜੰਗਲ ਦਾ ਰਾਜਾ ਬਣ ਕੇ ਬੈਠਾ, ਇੰਨਾ ਭੈ ਆ। ਤੇ ਸਾਨੂੰ ਆ ਗੋਲਕ ਨੇ ਖਾ ਲਿਆ। ਤਪ ਤੇਜ ਨਸ਼ਟ ਹੋ ਗਿਆ, ਤਪ ਤੇਜ ਖਤਮ ਹੋ ਗਿਆ। ਹਰੀ ਸਿੰਘ ਨਲੂਆ ਕਦੋਂ ਹੋਇਆ? ਉਹ ਪਠਾਣਾ ਦਾ ਨਿਆਣਾ ਰੋਂਦਾ, ਹੁਣ ਵੀ ਕਹਿੰਦੇ ਹਰੀਆ ਰੰਗ ਲਾਇਆ ਹੀ, ਉਹ ਚੁੱਪ ਹੋ ਜਾਂਦਾ। ਪਰ ਉਹ ਸਿੰਘ ਸੀ, ਸ਼ੇਰ ਸੀ। ਬਾਬਾ ਜਵਾਲਾ ਸਿੰਘ ਮਹਾਰਾਜ ਉੱਥੇ ਪਠਾਣਾ ਦੇ ਘੇਰੇ 'ਚ ਆ ਗਿਆ, ਕਹਿੰਦੇ ਫੜ ਲਓ। ਸੰਤਾਂ ਕੋ ਗੜਬਾ ਸੀ ਸਰਬਲੋਹ ਦਾ, ਵਿੱਚ ਪਰਨਾ ਪਾ ਕੇ ਕਮਾਏ ਪੰਜਾਂ ਸੱਤਾਂ ਦੇ ਟੋਟਰ ਭੰਨੇ। ਭੱਜ ਗਏ, ਕਹਿੰਦੇ ਕੌਣ ਆ? ਕਹਿੰਦੇ ਹਰੀ ਸਿੰਘ ਨਲੂਆ। ਕਹਿੰਦੇ ਉਹ ਤਾਂ ਚੱਲ ਗਏ। ਕਹਿੰਦੇ ਉਹਦੇ ਭਰਾ ਹਲੇ ਜੀਂਦੇ ਆ। ਗੱਜ ਕੇ ਬੋਲੋ। ਕਹਿੰਦੇ ਭਰਾ ਹਲੇ ਜੀਂਦੇ। ਪਰ ਹੁਣ ਹਰੀ ਸਿੰਘ ਨਲੂਆ ਤਾਂ ਆਪਾਂ ਨੂੰ ਚੰਗਾ ਨਹੀਂ ਲੱਗਦਾ, ਉਹ ਨਹੀਂ ਚੰਗੇ ਲੱਗਦੇ। ਆ ਹੁਣ ਬੱਚੇ ਆਉਂਦੇ ਆ, ਮੈਂ ਕਿਹਾ ਵੀ ਜੇ ਕੇਸ ਦਾੜੀ ਰੱਖ ਲਓ, 8 ਦਿਨ ਨਹਾ ਲਓ, ਕੰਮ ਨਿਬੜਿਆ। ਆ ਜਿਹੜਾ ਤੁਸੀਂ ਮੁੰਨਦੇ ਆ ਰੋਜ਼ ਦਾ ਸਿਆਪਾ, ਰੋਜ਼ ਦਾ ਹੀ। ਬੀਬੀ ਡਿਵੋਰਸ ਕਰੇ ਮੁੜ ਕੇ ਆਉਂਦੀ ਨਹੀਂ, ਇਹ ਦਾੜੀ ਸਵੇਰੇ ਚਪੇੜ ਮਾਰਦੀ ਫੇ ਆ ਗਈਆਂ। ਇਹ ਨਹੀਂ ਡਿਵੋਰਸ ਕਰਦੀ, ਕਰਦੀ ਡਿਵੋਰਸ ਆ ਜਾਂਦੀ ਕਿ ਨਹੀਂ? ਉਹ ਫੇਰ ਰਗੜਦੇ, ਉਹ ਫਿਰ ਲੜਨ ਲੱਗ ਪੈਂਦੇ, ਇਹਦੇ ਚੁੱਭਦੇ ਹਨ। ਤੇ ਸਾਡੇ ਬੀਬੀਆਂ ਨੂੰ ਬਿਮਾਰੀ ਪੈ ਗਈ, ਇਹ ਵੀ ਕਹਿੰਦੀਆਂ ਵੀ ਕਲੀਨ ਸ਼ੇਪ ਚਾਹੀਦਾ। ਤੇ ਜਦੋਂ ਸਾਡਾ ਸਮਾਜ ਇੱਥੇ ਆ ਕੇ ਖੜ ਗਿਆ, ਤੇ ਫਿਰ ਦੱਸੋ ਮੈਨੂੰ, ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਆਪਾਂ ਕਿਵੇਂ ਮੰਨਦੇ ਹੋ? ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਹੁਕਮ ਹੈ, ਸਾਬਤ ਸੂਰਤ ਰੱਬ ਬਣਾਈ। ਅੱਗੇ ਕੀ ਹੈ? ਬੇਈਮਾਨ ਨੇ ਭੰਨ ਗਵਾਈ। ਸਾਬਤ ਸੂਰਤ ਰੱਬ ਦੀ, ਭੰਨੇ ਬੇਈਮਾਨ। ਦਰਗਾਹ ਢੋਈ ਨਾ ਮਿਲੇ, ਕਾਫਰ ਕੁੱਤਾ ਸ਼ੈਤਾਨ। ਮੇਰੇ ਨਾਲ ਨਾ ਗੁੱਸੇ ਹੋਇਓ, ਮਹਾਰਾਜ ਦੇ ਬਚਨ ਸੁਣਾਤੇ ਮੈਂ ਤੁਹਾਨੂੰ। ਆ ਮਹਾਰਾਜ ਦੇ, ਜਿਹਨੂੰ ਗੁਰੂ ਕਹਿੰਦੇ ਆ। ਪਾਨ ਸੁਪਾਰੀ ਖਾਤੀਆਂ, ਮੁਖ ਬੀੜੀਆਂ ਲਾਈਆਂ, ਹਰ ਹਰ ਕਦੇ ਨਾ ਚੇਤਿਓ, ਜਮ ਪਕੜ ਚਲਾਈਆਂ। ਅੱਜ ਸਾਡਾ ਤਪ ਤੇਜ ਕਿਉਂ ਖਤਮ ਹੋ ਗਿਆ? ਅਸੀਂ ਮਰਜ਼ਾਦਾ ਛੱਡਤੀ, ਅਸੂਲ ਛੱਡ ਦਿੱਤੇ। ਜੇ ਬੀਬੇ ਨੂੰ ਕਹੀਓ, ਕਹਿੰਦੇ ਜੀ ਮੇਰੇ ਘਰ ਵਾਲੀ ਜਿਹੜੀ ਉਹ ਪਾਠ ਕਰਦੀ ਹੈ, ਤੇ ਆਪਣੇ ਨਾਲ ਰੋਟੀ ਵੀ ਘਰ ਵਾਲੀ ਨੂੰ ਖਿਲਾ ਦਿਆ ਕਰ। ਤੇਰਾ ਪਾਠ ਤੈਨੂੰ, ਉਹਦਾ ਉਹਨੂੰ। ਕਲਯੁਗ ਦੇ ਵਿੱਚ ਤਾਂ ਐਸ ਪੋਟੇ ਨੇ ਗਲਤੀ ਕੀਤੀ ਤੇ ਇਹਨੂੰ ਡੰਡ ਮਿਲਣਾ, ਇਹਨੂੰ ਨਹੀਂ ਮਿਲਣਾ। ਇਹ ਕਰ ਕਰੇ ਸੋ ਇਹ ਕਰ ਪਾਏ, ਕੋਈ ਨਾ ਪਕੜੀਐ ਕਿਸੇ ਦੇ ਥਾਏ। ਸੋ ਇਸ ਕਰਕੇ ਗੁਰਮੁਖ ਪਿਆਰਿਓ, ਰਕੜ ਜ਼ਮੀਨ ਪਈ ਹੋਵੇ ਨਾ, ਬੀਜ ਸੁੱਟੀਏ ਤਾਂ ਉੱਥੋਂ ਕੁਝ ਨਹੀਂ ਲੱਜਣਾ। ਪਹਿਲਾਂ ਭੂਮੀ ਸਾਫ਼ ਕਰਨੀ ਪੈਂਦੀ ਹੈ, ਫੇਰ ਬੀਜ ਬੀਜੀਏ, ਉਹ ਫਲੀਭੂਤ ਹੁੰਦਾ। ਇਸ ਤਰ੍ਹਾਂ ਜਿੰਨਾ ਚਿਰ ਅਸੀਂ ਹਿਰਦੇ ਰੂਪੀ ਭੂਮੀ ਨੂੰ ਸਾਫ਼ ਸੁਥਰਾ ਨਹੀਂ ਕਰਦੇ, ਹੁਣ ਸਾਰੇ ਜੀ ਨਾਮ ਜਪੋ ਜੀ, ਨਾਮ ਜਪੋ ਜੀ, ਇਹ ਨਹੀਂ ਕਹਿੰਦਾ ਜੋੜੇ ਝਾੜੋ, ਭਾਂਡੇ ਮਾਂਜੋ, ਸੇਵਾ ਕਰੋ। ਗੁਰੂ ਨਾਨਕ ਸਾਹਿਬ ਦੇ ਘਰ ਦਾ ਸਭ ਤੋਂ ਪਹਿਲਾਂ ਇਹ ਹੈ। ਧੰਨ ਗੁਰੂ ਅਮਰਦਾਸ ਸਾਹਿਬ, ਉਹਨੂੰ ਬਹਾਲਿਆ, ਮਾਲਾ ਫੜਾ ਕੇ ਕਿਤੇ ਮਾਰੇ ਨੇ, ਆ ਗਾਗਰ ਚੁੱਕ ਲਾਵੇ, ਕੁੜਮ ਸੀ। ਕਹਿੰਦੇ ਸੇਵਕ ਬਣਨਾ, ਕਹਿੰਦੇ ਦੇ ਲੋ। ਇਹ ਤਾਂ ਬੜਾ ਔਖਾ ਕੰਮ ਹੈ। ਗੁਰ ਪੀਰਾਂ ਕੀ ਚਾਕਰੀ, ਮਹਾਂ ਕਰੜੀ ਸੁਖ ਸਾਰ। ਸਾਰ ਸੁੱਖਾਂ ਨੂੰ ਦੇਣ ਵਾਲੀ ਹੈ ਗੁਰੂਆਂ ਪੀਰਾਂ ਚਾਕਰ। ਕੁੜਮ ਪੁਣਾ ਛੱਡਿਆਂ ਦਾ ਕਹਿੰਦੇ ਪਿੰਡੇ ਹੀ, ਹੁਣ ਤਾਂ ਦਾਸ ਬਣ ਕੇ ਆ। ਕਹਿੰਦੇ ਚੱਕ ਗਾਗਰ, ਬਿਆਸ ਤੋਂ ਜਲ ਲਿਆਉਣਾ, 1 ਵਜੇ ਪੂਰੇ ਐਗਜ਼ੈਕਟ ਇਸ਼ਨਾਨ ਕਰਨਾ। ਇੱਕ ਦਿਨ ਵੀ 1 ਮਿੰਟ ਇੱਧਰ ਉੱਧਰ ਹੋ ਗਿਆ ਤੇ
ਛੁੱਟੀ ਹੋ ਜਾਣੀ ਉਦੋਂ ਹੀ ਸਾਧੂ ਬਚਨ ਜੀ। ਇਹ ਨਹੀਂ ਕਿਹਾ ਕਿ ਮਹਾਰਾਜ ਕੋੜੇ ਮਿਆਂ ਨੇ ਬੁੱਢਾ ਕਿਉਂ ਮਾਰਨ ਡਏ, ਖਡੂਰ ਸਾਹਿਬ 'ਚ ਪਾਣੀ ਹੈ ਨਹੀਂ, ਸਾਰਾ ਪਿੰਡ ਪਾਣੀ ਪੀਂਦਾ, ਖੇਤੀਆਂ ਸਿੰਜਦੇ ਆ, ਹੈ ਵੀ ਮੈਨੂੰ ਬੁੱਢੇ ਨੂੰ ਕਿਉਂ ਮਾਰਨ ਡਏ, ਉੱਥੋਂ ਭੇਜਦੇ ਬਿਆਸ ਤੋਂ ਲਿਆਓ। ਪਰ ਜਿਹੜਾ ਦਾਸ ਆ ਨਾ, ਉਹ ਵਕਾਲਤਾਂ ਨਹੀਂ ਕਰਦਾ ਹੁੰਦਾ, ਦਲੀਲਾਂ ਨਹੀਂ ਕਰਦਾ ਹੁੰਦਾ, ਵਕਾਲਤ ਨਹੀਂ, ਉੱਥੇ ਤਾਂ ਅਪੀਲ ਬੇਨਤੀ ਹੁੰਦੀ। ਸਤਿਵਚਨ ਜੀ ਪੜ ਲੇਗਾ ਕਰ, ਐਵੇਂ ਜਾਂਦੇ ਪਿਛਲਪੁਰੀ 3 ਮੀਲ ਤੀ ਖਡੂਰ ਸਾਹਿਬ ਦੀ ਹੱਦ ਹੈ ਨਾ, ਤੇ ਮਹਾਰਾਜ ਵਾਲੇ ਪੇਠ ਨਾ ਹੋ, ਜਿੱਥੋਂ ਖਡੂਰ ਸਾਹਿਬ ਦੀ ਹੱਦ ਮੁੱਕਦੀ ਕਰਵਟ ਬਦਲਦੀ, ਫਿਰ ਦਰਿਆ 'ਚ ਗਲ ਗਲ ਪਾਣੀ 'ਚ, ਵੀ ਇੱਥੋਂ ਗਾਗਰ ਲਿਆ ਕੇ ਇਉਂ ਰੱਖਣੀ ਵੀ ਬੜੀ ਔਖੀ ਆ, ਵੀ ਜੇ ਸੱਤਾ ਤੂੰ ਇਉਂ ਚੱਕ ਕੇ ਰੱਖ ਹੋ ਜਾਊਗੀ। ਤੇ ਰਾਜ ਹੁਣ ਤਾਂ ਗੁਰਦੁਆਰਾ ਭੂਰੀ ਵਾਲਾ ਬਣਾਤਾ ਨਾ ਬਾਬਾ ਜੈਮਲ ਸਿੰਘ, ਉੱਥੇ ਕਰੀਰ ਦਾ ਬ੍ਰਿਕਸ਼ ਦਰਸ਼ਨ ਕੀਤੇ ਕਿ ਨਹੀਂ, ਜਿਹਨੇ ਨਹੀਂ ਕੀਤੇ ਕਰਿਆ, ਉੱਥੇ ਇੱਕ ਲਾਹੀ ਕਰਦੇ ਸੀ 12 ਸਾਲ ਲਗਾਤਾਰ। ਆਪਾਂ ਦਾ ਬਹਾਨਾ ਬਣਾਉਂਦੇ, ਅੱਜ ਮੇਰਾ ਢਿੱਡ ਦੁਖਦਾ, ਅੱਜ ਫਲਾਣੇ ਦਾ ਆਪਰੇਸ਼ਨ, ਅੱਜ ਮਕਾਨੀ ਜਾਣਾ, ਅੱਜ ਵਿਆਹ ਹੈ ਜੀ, ਅੱਜ ਪਾਰਟੀ ਹੈ। 12 ਸਾਲਾਂ 'ਚ ਇੱਕ ਦਿਨ ਵੀ ਨਾਗਾ ਦੱਸਦਾ ਕਿਤੇ ਬਹਾਨੇਬਾਜ਼ੀ ਕੀਤੀ ਹੋਵੇ। ਨੌਕਰ ਜਿਹੜਾ ਹੁੰਦਾ, ਦਿਹਾੜੀਦਾਰ ਬੰਦਾ ਹੁੰਦਾ, ਛੁੱਟੀਆਂ ਵੀ ਲੈਣੀਆਂ, ਹੇਰਾ ਫੇਰੀ ਵੀ ਝੂਠ, ਤੂਫਾਨ ਕਈ ਕੋਈ ਬਹਾਨੇ ਬਣਾਉਣੇ। ਪਰ ਦਾਸ ਦੀ ਸੇਵਕ 24 ਘੰਟੇ ਸਰਵਿਸ ਹੁੰਦੀ ਹੈ। ਜਿਹੜਾ ਦਾਸ ਹੈ ਨਾ, 24 ਘੰਟੇ ਸਰਵਿਸ, ਉਹਨੂੰ ਕੋਈ ਆਰਾਮ ਨਹੀਂ। ਆਰਾਮ ਦੇ ਮੂਹਰੇ ਐੜਾ ਲਾਤਾ ਬਣ ਗਿਆ ਆਰਾਮ, ਹਾਲਾਤਾਂ ਬਣ ਗਿਆ ਹਰਾਮ। ਦਾਸ ਕੋ ਨਾ ਆਰਾਮ ਹੈ ਨਾ ਹਰਾਮ ਹੈ, ਕੱਲਾ ਆਰਾਮ ਹੈ। ਅਸੀਂ ਅੱਖਰ ਵਿਗਾੜ ਦਿੱਤੇ ਹੈ, ਆਰਾਮ ਮੂਹਰੇ ਐੜਾ ਲਾਤਾ, ਹਰਾਮ ਪ੍ਰਸਤ ਹੋ ਗਏ, ਹਾਲਾਤਾ ਹਰਾਮ ਪ੍ਰਸਤ ਹੋ ਗਏ। ਪਰ ਉਹ ਸ਼ੁੱਧ ਰਾਮ ਰਮਿਆ ਹੋਇਆ, ਰਮੰਤੀ ਰਾਮਾ ਉੱਥੇ ਖੜੇ, ਉਹ ਫੇ ਘਾਲ ਥਾਂ ਪਈ ਕਿ ਨਹੀਂ, ਘਾਲ ਮਰਦਾਂ ਘਾਲੀ ਮਰਦ ਬਣ ਕੇ, ਤੇ ਫੇ ਕਿਹੜੇ ਬਰ ਲੈ ਲੈ, ਨਮਾਣਿਆਂ ਦੇ ਮਾਣ, ਨਤਾਣਿਆਂ ਦੇ ਤਾਣ, ਨਿਓਟਿਆਂ ਦੀ ਓੜ, ਨਗਤਿਆਂ ਦੀ ਗਤ। ਹੁਣ ਉਹਨਾਂ ਨੇ ਆਪਣੀ ਬੀਬੀ ਨੂੰ ਕਿੰਨੀ ਸਿੱਖਿਆ ਦਿੱਤੀ, ਉਹ ਜਵਾਈ ਨੂੰ ਵੀ, ਭਾਈ ਜੇਠੇ ਨੂੰ, ਬੀਬੀ ਭਾਨੀ ਰੋਜ਼ ਇਸ਼ਨਾਨ ਕਰਾਉਂਦੇ ਸੀ। ਹਾਲੇ ਉਹ ਕੋਈ ਹੈਗੀ, ਉਹ ਕਮਰਾ ਵੀ ਹੈਗਾ, ਇਸ਼ਨਾਨ ਕਰਾਉਂਦੇ ਸੀ ਬੀਬੀ ਹੋਣੀ, ਬੀਬੀ ਭਾਨੀ। ਜਿਲੇ ਸਿੱਖੀ ਦੀ ਪਰਖ ਕੀਤੀ ਨਾ, 3 ਜਣੇ ਪਾਸ ਹੋਏ। ਗੁਰੂ ਨਾਨਕ ਵੇਲੇ ਲਹਿਣਾ ਪੂਰਾ ਉਤਰਿਆ, ਜਿੱਦਣ ਗੁਰੂ ਅੰਗਦ ਸਾਹਿਬ ਨੇ ਕੀਤੀ, ਧੰਨ ਗੁਰੂ ਅਮਰਦਾਸ ਸਾਹਿਬ, ਜਿੱਦਣ ਗੁਰੂ ਅਮਰਦਾਸ ਸਾਹਿਬ ਨੇ ਕੀਤੀ, 3 ਜਣੇ ਆ ਗਏ। ਇੱਕ ਤਾਂ ਬੀਬੀ ਆ ਗਈ ਭਾਨੀ, ਦੂਜਾ ਭਾਈ ਜੇਠਾ ਆ ਗਿਆ, ਤੀਜਾ ਭਾਈ ਪਾਰੋ ਜੀ ਆ ਗਿਆ ਡੱਲੇ ਵਾਲੇ। ਗੋਂਦਵਾਲ ਸਾਹਿਬ ਜਿੱਥੇ ਬੌਲੀ ਸਾਹਿਬ ਹੈ, ਉਹਦੇ ਕੋਲ ਮੰਜੀ ਸਾਹਿਬ ਬਣਿਆ, ਉੱਥੇ ਬਹਿ ਕੇ ਮਹਾਰਾਜ ਦੀਵਾਨ ਲਾਉਂਦੇ ਹੁੰਦੇ ਸੀ। ਭਾਈ ਪਾਰੋ ਨੂੰ ਕਹਿੰਦੇ ਬੈਠੋ ਇੱਥੇ, ਕਹਿੰਦੇ ਮਹਾਰਾਜ ਤੁਸੀਂ ਮੈਨੂੰ ਗੱਦੀ ਦੇਣੀ ਚਾਹੁੰਦੇ ਆ, ਮੈਂ ਤਾਂ ਤੁਹਾਡਾ ਸਿੱਖ ਬਣਨਾ ਪਸੰਦ ਕਰਦਾ। ਹੁਣ ਤਾਂ ਜਿਹੜਾ ਉੱਠਦਾ, ਮੈਂ ਐਨਮਾ ਜੀ ਮੁੱਖ ਸੇਵਾਦਾਰ ਆ, ਮੁਖੀ ਆ, ਦਾਸ ਬਣਨ ਨੂੰ ਕੋਈ ਤਿਆਰ ਨਹੀਂ। ਇਹਦਾ ਦਾਸਾਂ ਦਾ ਪੰਥ ਹੈ। ਹੁਣ ਹਰੇਕ ਨੇ ਮੁਖੀ ਲਾ ਲਿਆ, ਮੁਖੀ ਤੀਰ ਦੀ ਇੰਨੀ ਹੁੰਦੀ ਹੈ, ਲੋਹੇ ਦੀ, ਪਿੱਛੇ ਕਾਨੀ ਹੁੰਦੀ ਹੈ। ਜੇ ਕਾਨੀ ਲਾ ਦਈਏ ਤਾਂ ਮੁਖੀ ਕੱਲੀ ਕੀ ਕਰੂਗੀ, ਮੁਖੀ ਨੇ ਕਾਨੀ ਨਾ ਚੱਲਣਾ। ਆ ਮੁਖੀ ਬਣ ਗਏ ਸਾਰੇ, ਦਾਸ ਬਣਨ ਨੂੰ ਕੋਈ ਤਿਆਰ ਨਹੀਂ। ਇਹ ਦਾਸਾਂ ਦਾ ਪੰਥ ਹੈ, ਸੇਵਾਦਾਰਾਂ ਦਾ। ਤੇ ਸਾਧ ਸੰਗਤ ਜੀ ਜਿਹੜੇ ਹੋਇਆ, ਤੇ ਫਿਰ ਕਹਿੰਦੇ ਤੂੰ ਤਾਂ ਸਾਡਾ ਪਰਮਹੰਸ, ਭਾਈ ਬਾਰੋ ਉਹਨੂੰ ਤੇ ਬਖਸ਼ ਕਰਤੀ। ਤੇ ਜਿਹੜੇ ਬੀਬੀ ਭਾਨੀ ਨੂੰ, ਉਹ ਕਹਿੰਦੀ ਘਰ ਦੀ ਘਰ 'ਚ ਰਹਿ, ਘਰ ਦੀ ਘਰ 'ਚ ਤਾਂ ਹੀ ਰੋ ਜੇ ਉਹਦਾ ਪਤੀ ਗੱਦੀ ਤੇ ਬੈਠੂਗਾ। ਤੇ ਅੱਜ ਦੀ ਬੀਬੀ ਹੁੰਦੀ ਤਾਂ ਆਪ ਬਹਿ ਜਾਂਦੀ,
ਗੱਜ ਕੇ ਬੋਲੋ। ਘਰ ਦੀ ਘਰ 'ਚ ਪਤੀ ਗੱਦੀ ਤੇ ਬੈਠੂਗਾ ਤਾਂ ਹੀ ਘਰ 'ਚ ਰਹੂਗੀ। ਪਤੀ ਨੂੰ ਮੌਕਾ ਹੀ ਨਹੀਂ ਦਿੱਤਾ। ਬੀਬੀ ਨੇ ਬਚਨ ਕਰਤਾ, ਬੀਬੀ ਭਾਨੀ ਨੇ, ਬੀਬੀ ਭਾਨੀ ਦੀਆਂ ਸੁਸਾਇਟੀਆਂ ਤਾਂ ਬਣਾ ਲਈਆਂ, ਪਰ ਬੀਬੀ ਦੇ ਜੀਵਨ ਨੂੰ ਵੀ ਦੇਖੋ ਨਾ, ਕੱਲੀ ਸੁਸਾਇਟੀ ਨਾਲ ਤਾਂ ਗੱਲ ਬਣਨੀ ਨਹੀਂ। ਫਿਰ ਭਾਈ ਜੇਠਾ ਸੇਵਾ ਕਰਦੇ, ਤੂੰ ਸਾਰਾ ਦਿਨ ਲੱਗਾ ਰਹਿਣਾ। ਕਹਿੰਦੇ ਮੇਰਾ ਤਾਂ ਘਰ ਆ, ਨੌਕਰ ਤਾਂ ਚਲ ਜਾਂਦੇ ਹੁੰਦੇ ਆ, ਘਰ ਵਾਲੇ ਨੂੰ ਫਿਕਰ ਹੁੰਦਾ ਸਾਰਾ। ਉਧਰ ਆ ਗਿਆ ਸੋਢੀ ਲਾਹੌਰ ਤੋਂ, ਚੱਲੇ ਸੀ ਕਿਤੇ, ਕਹਿੰਦੇ ਹੁਣ ਮਿਲ ਚਲੀ ਆਪਣੀ ਬਰਾਦਰੀ ਦਾ ਇੱਥੇ ਹੈਗਾ, ਜਿਹੜੇ ਹੈਗਾ ਟੋਕਰੀਆਂ ਢੋਰ, ਕੱਪੜੇ ਲਿਬੜੇ। ਜੇਠਿਆ ਸਾਡੀ ਮਿੱਟੀ ਪਲੀਤ ਕਰਦੀ ਹੈ। ਸੋਢੀ ਐਡੀ ਸਾਡੀ ਉੱਚੀ ਸੁੱਚੀ ਬਾਂਸ, ਤੂੰ ਜਵਾਈ ਹੋ ਕੇ ਜਵਾਈ ਪੁਣੇ ਅੱਖਰ ਨੂੰ ਤਾਂ ਮਿੱਟੀ 'ਚ ਮਿਲਾਤਾ, ਤਾਂ ਮਿੱਟੀ ਨਹੀਂ ਢੋਂਦਾ, ਮਿੱਟੀ 'ਚ ਮਿਲਾਤਾ ਇਹਨੂੰ। ਅਸੀਂ ਤੇਰਾ ਭਾਂਡਾ ਛੇਕਿਆ। ਕਹਿੰਦੇ ਤੁਸੀਂ ਤਾਂ ਅੱਜ ਛੇਕਿਆ, ਮੈਂ ਤਾਂ ਜਿੱਦਣੋਂ ਲਾਹੌਰੋਂ ਆਇਆ ਉਦਣ ਦਾ ਛੇਕਿਆ ਤੁਹਾਡਾ। ਗੱਜ ਕੇ ਬੋਲੋ। ਤੁਸੀਂ ਤਾਂ ਬੜੇ ਭੁਲੇਖੇ 'ਚ ਰਹੇ ਆ ਥੋੜੀ ਹੋ। ਤੇ ਮਹਾਰਾਜ ਜਾਣੀ ਜਾਣ ਬੁਲਾ ਲਿਆ, ਆ ਜਾ ਬਈ, ਇਸ਼ਨਾਨ ਕਰਾਤੇ। ਭਾਈ ਬੱਲੂ ਉਹਨਾਂ ਨੂੰ ਡੀਟੀ ਲਾਤੀ, ਬਾਸਰ ਬਣਾਏ, ਬੈਠੋ। ਬਾਬੇ ਬੁੱਢੇ ਨੂੰ ਬੁਲਾ ਲਿਆ, ਲਾਓ ਬਈ ਤਿਲਕ। ਚੌਰ ਤਾਖ ਦੇ ਮਾਲਕ ਬਣਾਤੇ, ਤੇ ਗੱਦੀ ਲੈ ਕੇ ਖੜੇ ਕਿੱਥੇ ਆ? ਖੜੇ ਕਿੱਥੇ ਆ? ਹਮ ਰੁਲਤੇ ਫਿਰਤੇ, ਕੋਈ ਬਾਤ ਨਾ पूछता, गुर सतगुर संग कीरे हम था। हम कीरे कर्म सतगुर सरनाई, मोको राम नाम प्रगास। ते अज गुरु रामदास दा दरबार सारी दुनिया दे पूजनीक होया। डिठा सभ्य थाव नहीं तुद जहिया, बादो पुरख बधाते तां तू सोहया। बहदी सगन अपार अनूप रामदासपुर, हर हाँ नानक असमल जाए नहाया रामदास सर। रामदास सरोवर नीका, जो नहावै सो कुल तरावै, उधार हुआ है जी का। रामदास सरोवर नहाते सब उतरे पाप कमाते, संत सरोवर नहावै सो जन परमगत पावै। आ बाणी दे शब्द धन गुरु रामदास सच्चे पातशाह। वो जिहड़ा हुण आया सी, ते जे किते पिस्तौल लै आउंदा डब च, हाले इन्ना सी भी खाली हत्थीं काबू आ गया। जे डब च पिस्तौल लै आउंदा फिर तां कईयां दा गुगा पूजदा ते अपने पल्ले की रहिंदा। वो गुरु रामदास ने अपने स्थान की इज्जत आपे ही रख लई। मालक बैठे खाली हत्थीं आया ना, जे कोई शास्त्र हुंदा, शास्त्र वाला बंदा नेड़े आउण दिंदा? फिर किड्डा बड़ा चैलेंज। वो तो महाराज लाज रख गए, नहीं तो भूत नहीं भुला दिंदा सारियां दी। ये क्यों हो रहा है? साडी कमजोरी। तनखाहां ते जिन्नियां मर्जी मिलियां ते डीटी हुण कौन देऊगा? डीटी कौन देऊगा? आ पिछे जे किसी ने कुत्ता रखिया सी, उत्थे फनियर नाग आ गया। वो कुत्ता जी सप नाल लड़दा रहा, सारा टब्बर बचा गया। साडे उत्थे एक प्रेमी हुंदे सी खतरी, उन्हें एक तोता पढ़ाया सी। जदों किसी ने डोर खड़काउणी ना, तोते ने बोलना, आ बाहर देखो कौन है डोर खड़का रहा। जे इन्होंने सिखा लिया ना, बिल्कुल सेम होई बोली। वो मैं गया, वो तोता जी बोले, बाहर देखो कौन आया? कहते बाबा जी कौन है? मैं कहा देखो, वो तोता पिंजरे चक लिया। कहते जे एक बिरू के घर चोर आ गया, वो तोते ने जे गल की तो चोर भज गए। तोते ने चोर भजा दिते। ट्रेनिंग सी, अज साडे अंदरों ट्रेनिंग खत्म हो गई।
ਸਾਡੇ ਅੰਦਰੋਂ ਸਾਹਸ ਖਤਮ ਹੋ ਗਿਆ, ਸੂਰਬੀਰਤਾ ਖਤਮ ਹੋ ਗਈ। ਭੀਮ ਚੰਦ ਕਹਿੰਦਾ ਕੋਈ ਹੈ ਜਿਹੜਾ ਗੁਰੂ ਗੋਬਿੰਦ ਗ੍ਰਿਫਤਾਰ ਕਰ ਲਿਆ, ਸੀਸ ਲਿਆਵੇ। ਭਾਈ ਮਨੀ ਸਿੰਘ ਦੇ ਸਾਹਿਬਜ਼ਾਦੇ ਪੁੱਤਰ ਮਹਾਰਾਜ ਦੇ ਜਰਨੈਲ ਉਦੈ ਸਿੰਘ ਕੇਸਰੀ ਚੰਦ ਕਹਿੰਦਾ ਮੈਂ ਲਿਆਉਂਗਾ। ਮਹਾਰਾਜ ਨੇ ਕਿਹਾ ਵੀ ਨਹੀਂ ਕਿ ਵੀ ਜਾਓ, ਵੀ ਆਹ ਹੋ ਰਿਹਾ। ਇੰਨੇ ਅਲਰਟ ਸੀ ਉਹ ਸਿੰਘ। ਚਲੇ ਗਿਆ, ਉਹ ਹਾਲੇ ਪਰ ਨਹੀਂ ਕਰਦਾ ਸੀ, ਬਸ ਕੱਦੂ ਜਿਵੇਂ ਬੇਲ ਨੂੰ ਤੋੜੀ ਦਾ ਨਾ, ਵੱਢ ਕੇ ਸੇਰੂ ਦਾ ਕਲਪੇ ਬਰਛੇ ਤੇ ਟੰਗ ਕੇ ਆਇਆ ਮਹਾਰਾਜ, ਇਹ ਤੁਹਾਡੇ ਸੀਸ ਦੇ ਸੁਪਨੇ ਲੈਂਦਾ ਸੀ। ਇਹ ਸੀ ਮਹਾਰਾਜ ਦੇ ਸਿੰਘ। ਇੱਕ ਵਾਰੀ ਹਮਲਾ ਹੋ ਗਿਆ, ਭਾਈ ਦਇਆ ਨੂੰ ਕਹਿੰਦੇ ਮਹਾਰਾਜ ਹੋ ਚੜੇ। ਕਹਿੰਦੇ ਮਹਾਰਾਜ ਬਰਾਜੇ ਆ। ਕਹਿੰਦੇ ਤੁਸੀਂ ਜਹੇਦਾਰਾਂ ਪੰਜਾਂ ਪਿਆਰਿਆਂ ਦੀ ਮਹਾਰਾਜ ਗੜੀ ਪਈ ਹੈ। ਕਹਿੰਦੇ ਮੈਂ ਹੁਕਮ ਬਿਨਾਂ ਕਰਾਂ। ਕਹਿੰਦੇ ਮਹਾਰਾਜ ਨੇ ਇੱਕ ਵਾਰੀ ਹੁਕਮ ਕਰਤਾ ਦਿੱਤਾ, ਜਾਦੂਗਰ ਸਿੰਘ ਨੇ ਕੀ ਦੰਗਾ ਦੰਗਾ ਸਤਿਗੁਰ ਸੇ ਮੰਗਾ। ਉਧਰ ਉਹ ਚੜੇ ਆਉਂਦੇ ਤੇ ਆਪਾਂ ਹੁਕਮ ਭਾਲੀ ਜਾਵਾਂਗੇ। ਜਾ ਕੇ ਕਰਕੇ ਹਮਲਾ, ਰਾਤ ਨਾ ਗਲਿਆ, ਮੂਸਲੇ ਸਾਰੇ ਆਪਸ ਵਿੱਚ ਵੱਢ ਹੋ ਕੇ ਮਰ ਗਏ। ਰੌਲਾ ਰੱਪਾ ਤਾਂ ਹੋਣਾ ਹੀ ਸੀ। ਭਾਈ ਦਇਆ ਹਮਲਾਇਆ, ਇਹ ਰੌਲਾ ਸੀ। ਮਹਾਰਾਜ ਉਦੈ ਸਿੰਘ ਨੂੰ ਪੁੱਛੋ, ਬੁਲਾ ਲਿਆ। ਕਹਿੰਦੇ ਵੀ ਕਿਹਨੂੰ ਪੁੱਛ ਕੇ? ਕਹਿੰਦੇ ਮਹਾਰਾਜ ਤੁਹਾਡਾ ਹੁਕਮ। ਕਹਿੰਦੇ ਮੈਂ ਤਾਂ ਕੀਤਾ ਨਹੀਂ। ਦਇਆ ਸਿੰਘ ਕਹਿੰਦੇ ਮਹਾਰਾਜ ਇੱਕ ਵਾਰੀ ਕਰਤਾ ਦਿੱਤਾ, ਉਹ ਆ ਕੇ ਮਹਿਲਾਂ 'ਚ ਵੜ ਜਾਂਦੇ ਤੇ ਅਸੀਂ ਹੁਕਮ ਉਡੀਕਦੇ ਰਹਿੰਦੇ। ਮਹਾਰਾਜ ਕਹਿੰਦੇ ਸ਼ਾਬਾਸ਼, ਮੈਨੂੰ ਇਹੋ ਜਿਹਾ ਜਰਨੈਲ ਚਾਹੀਦੇ। ਅੱਜ ਲੋੜ ਹੈ, ਅੱਜ ਲੋੜ ਹੈ। ਨਾ ਅਸੀਂ ਆਪਣਾ ਆਪ ਸੰਭਾਲਿਆ, ਨਾ ਬੱਚੇ ਬੱਚਿਆਂ ਨੂੰ ਸੰਭਾਲੇ। ਸਿੱਖੀ ਕਿੱਧਰ? ਮਾਇਆ ਬਹੁਤ ਆ ਗਈ, ਕਾਰਾਂ ਆ ਗਈਆਂ, ਕੋਠੀਆਂ ਆ ਗਈਆਂ, ਕਰੋਕਰੀਆਂ ਆ ਗਈਆਂ, ਸਾਰੇ ਪਦਾਰਥ ਆ ਗਏ, ਪਰ ਘਰਾਂ 'ਚੋਂ ਸਿੱਖੀ ਦਾ ਉਂਝਾ ਫਿਰ ਗਿਆ। ਜੇ ਸਿੱਖੀ ਆ ਤੇ ਤੁਸੀਂ ਸਿੱਖਿਆ, ਜੇ ਸਿੱਖੀ ਨਹੀਂ ਤੁਸੀਂ ਸਿੱਖ ਨਹੀਂ। ਇਹ ਨਾ ਭਰੋਸਾ ਕਰੋ ਅਸੀਂ ਸਿੱਖਾਂ ਦੇ ਜੰਮ ਸਿੱਖਿਆ, ਸਿੱਖਾਂ ਦੇ ਜੰਮਣ ਨਾਲ ਸਿੱਖ ਨਹੀਂ। ਸਿੱਖ ਹੋਆ ਜਿਨ ਗੁਰੂ ਨਾਨਕ ਦੀ ਸਿੱਖੀ ਧਾਰੀ ਹੈ। ਰਹਿਤ ਪਿਆਰੀ ਮੁਝ ਕੋ ਸਿੱਖ ਪਿਆਰਾ ਨਾ ਹੈ, ਰਹਿਣੀ ਰਹੇ ਸੋਈ ਸਿੱਖ ਮੇਰਾ ਉਹ ਸਾਹਿਬ, ਮੈਂ ਉਸ ਕਾ ਚੇਲਾ। ਸਿੱਖੀ ਗ੍ਰਸਤੀ ਜਿਹੜਾ ਛੋਟਾ ਬ੍ਰਹਮਾ ਆ, ਇਹ ਨਹੀਂ ਪੇ ਨਿਆਣੇ ਜਮਾ ਲਿਆ ਕੀੜਿਆਂ ਵਾਂਗ ਘੁੰਮੀ ਗਏ। ਜ਼ਿੰਮੇਵਾਰੀ ਹੈ। ਮਾਲੀ ਉਹ ਆ ਜਿਹੜਾ ਬੂਟਾ ਲਾ ਕੇ ਉਹਨੂੰ ਫਲਦਾਈ ਬਣਾਉਂਦਾ। ਜੇ ਬੂਟੇ ਨੂੰ ਫਲੇ ਨਹੀਂ ਲੱਗਾ ਤੇ ਲਾਹਨਤ ਹੈ ਉਸ ਮਾਲੀ ਨੂੰ। ਗ੍ਰਸਤੀ ਦਾ ਫਰਜ਼ ਹੈ ਬੱਚੇ ਪੈਦਾ ਕੀਤੇ, ਉਹਨਾਂ ਬੱਚਿਆਂ ਨੂੰ ਆਪ ਸੁਸ਼ਿਕਸ਼ਿਤ ਹੋਣਾ, ਉਹਨਾਂ ਨੂੰ ਸਿੱਖਿਆ ਦੇਣੀ, ਕਾਇਮ ਕਰਨਾ। ਆ ਮੁਸਲਮਾਨਾਂ ਦੇਖ ਲਓ, ਆਉਂਦੇ ਸਿੱਧੇ ਮਸੀਤੇ 9-9 ਸਾਲ ਦੇ ਕੁਰਾਨ ਦੇ ਹਾਫਿਜ਼ ਬਣੇ ਫਿਰਦੇ। ਲੜਕੀਆਂ ਪੜਦਾ ਪੋਸ਼ੀ ਪੂਰੀ ਹੈ ਤੇ ਸਾਡੇ ਪੱਲੇ ਕੀ ਹੈ? ਸਿੱਖਾਂ ਦੀਆਂ ਕੁੜੀਆਂ ਮੈਂ ਨੰਗੇ ਸਿਰ ਨੰਗੇ ਬੋਦੇ ਕਰਕੇ ਤੁਰੀਆਂ ਫਿਰਦੀਆਂ। ਗੁਰਦੁਆਰਿਆਂ ਚ ਆਉਂਦੇ ਉੱਥੇ ਵੀ ਕੋਈ ਭੈਵ ਸੰਜਮ ਨਹੀਂ ਕਿ ਗੁਰਮੁਖੀ ਬਾਣਾ ਪਹਿਨਣਾ ਫਿਰ ਗੁਰੂ ਘਰ ਚ ਜਾਣਾ। ਅਬਲੈਜ ਜਿਹੜੇ ਜਾਈਦਾ ਕਹਿਣ ਕੋ ਹਰ ਕੋਲ ਆ ਗਿਆ, ਸਿਰ ਢੱਕ ਲਈਏ। ਹੁਣ ਅੱਜ ਕੱਲ੍ਹ ਪ੍ਰਚਾਰ ਵੀ ਜੇ ਆਪਾਂ ਕਹਾਂਗੇ ਸਾਨੂੰ ਪੈਸੇ ਨਹੀਂ ਦੇਣੇ, ਗੱਜ ਕੇ ਬੋਲੋ, ਤੇ ਖੜ ਤਾਂ ਇੱਥੇ ਗਏ ਅਸੀਂ। ਸੱਚ ਬੋਲਣ ਦੀ ਜ਼ਰੂਰਤ ਨਹੀਂ ਰਹਿ ਗਈ, ਪਰ ਮਹਾਰਾਜ ਕਹਿੰਦੇ ਬੋਲੀਏ ਸੱਚ, ਧਰਮ ਝੂਠ ਨਾ ਬੋਲੀਏ। ਜੋ ਗੁਰ ਦੱਸੈ ਬਾਟ ਮਰੀਦਾਂ ਜੋਲੀਏ। ਇਸ ਕਰਕੇ ਪਿਆਰਿਓ ਬੇਨਤੀਆਂ ਤਾਂ ਕਰਦਾ, ਸਿੱਖੀ ਸੰਭਾਲ ਲਓ। ਸਿੱਖੀ ਸੰਭਾਲ ਲਓਗੇ ਸਭ ਕੁਝ ਸੰਭਿਆ ਗਿਆ। ਬਾਬਾ ਮੰਝ 84 ਪਿੰਡਾਂ ਦੀ ਚੌਧਰ ਨੂੰ ਠੁੱਡ ਮਾਰ ਕੇ ਗੁਰੂ ਨਾਨਕ ਦੀ ਸਿੱਖੀ ਕਬੂਲੀ। ਸੁੱਖ ਤਾਂ ਸਾਰੇ ਸੀ, ਕਿਹੜਾ ਕਲੇਸ਼ ਸੀ? ਸਿੱਖੀ, ਗੁਰੂ ਨਾਨਕ ਸਾਹਿਬ ਦੀ ਸਿੱਖੀ। ਗੁਰ ਸਿੱਖੀ ਬਾਰੀਕ ਹੈ ਤਿੱਖੀ, ਖੰਡੇ ਧਾਰ ਇਹ ਬਲਹੁ ਨਿੱਕੀ। ਗੁਰ ਸਿੱਖੀ ਦਾ ਸਿੱਖਣਾ, ਗੁਰਮੁਖ ਸਾਧ ਸੰਗਤ ਦੀ ਸੇਵਾ। ਗੁਰ ਸਿੱਖੀ ਜੇ ਸਿੱਖਣੀ ਹੈ, ਸੇਵਾ, ਸ਼ਰਧਾ, ਭਗਤੀ, ਪਿਆਰ। ਅੱਜ ਇਹ ਸਾਡੇ ਜੋ ਬੀਜ ਨਾਸ ਹੋ ਗਿਆ, ਬਰਾਗ ਤਿਆਗ ਦਾ ਖਤਮ ਹੋ ਗਿਆ।
ਹੁਣ ਉੱਥੇ ਬੱਚੇ ਬੱਚੀਆਂ +2 ਕੀਤੀ, ਭਾਜੜ ਪਈ ਹੈ, ਏਜੰਟਾਂ ਦੀਆਂ ਮੌਜਾਂ ਲੱਗੀਆਂ, 35-40 ਲੱਖ ਦੇ ਕੇ ਤੁਰੇ ਆਉਂਦੇ ਆ। ਇੱਥੇ ਅਸੀਂ ਰੌਲਾ ਪਾਉਂਦੇ ਹਾਂ ਖਾਲਸਾ ਰਾਜ ਦਾ, ਉਹ ਪੰਜਾਬ ਸਾਰਾ ਖਾਲੀ ਹੋਈ ਜਾਂਦਾ, ਉਹ 5-7 ਸਾਲਾਂ ਨੂੰ ਭਈਆਸਤਾਨ ਬਣ ਜਾਊਗਾ। ਅਸਲੀ ਪੰਜਾਬ ਰਹਿ ਗਿਆ ਰਾਵੀਓਂ ਪਾਰ। ਆ ਸਾਡੇ ਚੌਧਰੀਆਂ ਨੇ 3 ਟੁਕੜੇ ਕਰਾਤੇ, ਔਰ ਜਿਹੜਾ ਛੋਟਾ ਜਿਹਾ ਟੁਕੜਾ ਇਹ ਵੀ ਤੁਹਾਡੇ ਹੱਥੋਂ ਨਿਕਲ ਰਿਹਾ। ਗੁੱਸਾ ਨਾ ਕਰੋ ਮੇਰੀ ਗੱਲ ਦਾ, ਇਹ ਵੀ ਨਿਕਲ ਰਿਹਾ ਤੁਹਾਡੇ ਹੱਥੋਂ। ਤੁਸੀਂ ਤਾਂ ਰਾਜ ਦੀਆਂ ਗੱਲਾਂ ਕਰਦੇ ਆ, ਉਹ ਵੀ ਸਾਡੇ ਹੱਥੋਂ ਗੁਆਚ ਰਿਹਾ, ਕਿਉਂਕਿ ਉੱਥੇ ਅਸੀਂ ਨਹੀਂ ਰਹਿ ਗਏ, ਜਿਹਦੇ ਕਾਰਨ ਥਾਂ ਥਾਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋ ਰਹੀ ਹੈ। ਨਸ਼ਿਆਂ ਨੇ ਖਾ ਲਏ ਲੋਕ, ਵਿਸ਼ਿਆਂ ਨੇ ਗਰਕ ਕਰ ਦਿੱਤੇ, ਗੁਰੂ ਗ੍ਰੰਥ ਸਾਹਿਬ ਦਾ ਫਿਕਰ ਕੀ। ਅਸੀਂ ਆਪਣੇ ਕੁੜੀਆਂ ਮੁੰਡੇ ਦੇ ਆਪਣੇ ਆਪ ਨੂੰ ਸੰਭਾਲ ਸਕੇ, ਇਹਨੂੰ ਕਹਿੰਦੇ ਸਾਂਭਣਾ। ਕੌਣ ਸਾਂਭੇਗਾ ਇਹਨੂੰ? ਕੌਣ ਸਾਂਭੇਗਾ? ਸੁਲਤਾਨਪੁਰ ਇੱਕ ਵਾਰੀ ਹੜ੍ਹ ਆ ਗਿਆ ਤੇ ਬਾਬਾ ਊਧਮ ਸਿੰਘ ਗੁਰੂ ਗ੍ਰੰਥ ਸਾਹਿਬ ਸੀਸ ਤੇ ਲੈ ਕੇ ਜਿੰਨੇ ਦਿਨ ਹੜ੍ਹ ਰਿਹਾ ਬੇਰੀ ਤੇ ਬੈਠੇ ਰਹੇ, ਬੇਰੀ ਤੇ। ਬਾਰੇ ਬੇਅਦਬੀ ਨਾ ਹੋ ਜਾਏ, ਉਹ ਸੰਤ ਬੈਠਾ ਰਿਹਾ ਉੱਥੇ, ਹੜ੍ਹ ਲਊਗਾ, ਮਹਾਰਾਜ ਸਰੂਪ ਬੇਅਦਬੀ ਨਾ ਹੋ ਜਾਏ। ਅੱਜ ਲੋੜ ਹੈ ਇਹਨਾਂ ਗੱਲਾਂ ਨੂੰ ਸਮਝਣ ਦੀ। ਸੋ ਸਤਿਗੁਰੂ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ ਹੈ। ਕੱਲ ਥੋੜ੍ਹੀ ਖੁਸ਼ੀ ਵੀ ਹੈ ਕਿ ਥੋੜ੍ਹੇ ਤਿਆਰ ਪਰ ਤਿਆਰ ਸਿੰਘ ਇੱਥੇ ਬੈਠੇ ਆ, ਮਰਜ਼ਾਦਾ ਵੀ ਇੱਥੇ ਕੋਈ ਹੈਗੀ ਹੈ। ਬਹੁਤੇ ਤਾਂ ਫਿਰ ਇਹ ਅੱਜ ਕੱਲ੍ਹ ਭੁੰਨੇ ਬਹਿ ਕੇ ਰੋਟੀ ਖਾਣੀ ਬਹੁਤ ਔਖੀ ਹੈ। ਬਸ ਸੁਣਾ ਦਿੱਤਾ ਵੀ ਅਕਬਰ ਜਿਹੜਾ ਸੀ ਉਹਨੇ ਪੰਗਤ 'ਚ ਬਹਿ ਕੇ ਖਾਧੀ ਸੀ, ਉਹ ਖਾ ਗਿਆ ਵੀ ਤੁਹਾਨੂੰ ਕੀ ਢਿੱਡ ਪੀੜ ਹੁੰਦੀ ਹੈ। ਆਖੇ ਉਦੋਂ ਜੀ ਕੁਰਸੀਆਂ ਨਾ ਸੁਣੀਆਂ। ਮੈਂ ਕਿਹਾ ਉਹਦੇ ਤਾਂ ਸ਼ਾਹੀ ਤਾਕਤ ਸੀਗੇ। ਜਿਸ ਵੇਲੇ ਆ ਕਹਿੰਦੇ ਬੋਰਡ ਪੜ੍ਹ ਲਓ, ਬਾਬਾ ਬੁੱਢਾ ਸਾਹਿਬ ਕਹਿੰਦੇ ਮਾਰਾ ਪੜ੍ਹ ਲਿਆ, ਕਹਿੰਦੇ ਪਹਿਲੇ ਪੰਗਤ ਪਾਛੇ ਸੰਗਤ। ਪੰਗਤ 'ਚ ਬਹਿ ਗਿਆ, ਕੱਪੜੇ ਲੱਗੇ ਵਿਛਾਉਣ, ਕਹਿੰਦੇ ਖਬਰਦਾਰ ਮੈਂ ਗੁਰੂ ਨਾਨਕ ਦੀ ਗੱਦੀ ਨੂੰ ਨਮਸਕਾਰ ਕਰਨ ਜਾ ਰਿਹਾ, ਕੋਈ ਜਲ ਜੋ ਠਾਠਾ ਬਾਗਾ ਨਹੀਂ ਕਰਦਾ। ਲੰਗਰ ਛਕਦੇ ਬਾਬਾ ਬੁੱਢਾ ਸਿੰਘ ਮਹਾਰਾਜ ਹੁਣ ਦਰਸ਼ਨ, ਕਹਿੰਦੇ ਜਿਹੜੇ ਤੁਹਾਡੇ ਹੱਥ ਤੇ ਫੁੱਲਕਾਰ ਆਮ ਰੱਖ ਕੇ ਗਏ ਉਹੀ ਤਾਂ ਮਹਾਰਾਜ ਸੀ। ਕਹਿੰਦੇ ਕਮਾਲ ਦੀ ਗੱਲ ਹੈ, ਗੁਰੂ ਨਾਨਕ ਸਾਹਿਬ ਦੀ ਗੱਦੀ ਦੇ ਮਾਲਕ ਉਹ ਸੇਵਾ ਕਰ ਰਹੇ ਹੈ। ਕਹਿੰਦੇ ਹੁਣ ਮਹਾਰਾਜ ਕੀ ਛਕਦੇ ਹੁੰਦੇ ਆ? ਬਾਬਾ ਬੁੱਢਾ ਸਿੰਘ ਕਹਿੰਦੇ ਓਗਰੇ ਦਾ ਬਲੂਣਾ ਦਲੀਆ, ਬਲੂਣਾ ਜਿਲੇ ਰੱਖਿਆ। ਹੁਣ ਰਾਜੇ ਲੋਕ 36 ਤਰ੍ਹਾਂ ਦੇ ਭੋਜਨ ਛਕਦੇ ਆ, ਜਿਹੜੀ ਗਰਾਹੀ ਪਾਏ ਅੰਮ੍ਰਿਤ ਦੇ ਘੁੱਟ। ਕਹਿੰਦੇ ਕਮਾਲ ਹੈ, ਇੰਨਾ ਪ੍ਰਭਾਵਿਤ ਹੋਇਆ ਮਹਾਰਾਜ। ਆ 84 ਪਿੰਡ ਦਾ ਪਟਾ, ਮਹਾਰਾਜ ਕਹਿੰਦੇ ਨਹੀਂ ਤਾਂ ਭਾਂਡੇ ਮੂੰਹ ਦੇ ਮਾਰ ਦਿੰਦੇ ਆ। ਇਹ ਗੁਰੂ ਨਾਨਕ ਦਾ ਖਜ਼ਾਨਾ ਆਪਣੇ ਆਪ ਹੀ ਚੱਲੀ ਜਾਂਦਾ। ਇਹ ਪ੍ਰਵਾਨ ਨਹੀਂ, ਲੋਕ ਕਹਿਣਗੇ ਰਾਜੇ ਦੀ ਜਗੀਰ ਨਾਲ ਗੁਰੂ ਨਾਨਕ ਦਾ ਲੰਗਰ ਚੱਲਦਾ, ਅਸੀਂ ਜਗੀਰਦਾਰ ਨਹੀਂ ਬਣਨਾ। ਇਹ ਮੇਰੇ ਕਿਰਤੀ ਸਿੱਖਾਂ ਦੀ ਕਿਰਤ, ਗੁਰੂ ਨਾਨਕ ਦਾ ਖਜ਼ਾਨਾ। ਰਾਜੇ ਲੋਕ ਵੀ ਬੜੇ ਸਿਆਣੇ ਹੁੰਦੇ, ਕਹਿੰਦੇ ਮਹਾਰਾਜ ਬੀਬੀਆਂ ਤਾਂ ਸਾਂਝੀਆਂ ਹੁੰਦੀਆਂ, ਬੀਬੀ ਭਾਨੀ ਨੇ ਨਾਮ ਪਟਾ ਲਿਆ। ਅੱਜ ਇੱਥੇ ਬਾਬੇ ਬੁੱਢੇ ਦੀ ਬੀੜ ਆ, ਇੱਥੇ ਬਾਬਾ ਬੁੱਢਾ ਸਾਹਿਬ ਫਿਰ ਕਾਸ਼ਤ ਕਰਦੇ ਹੁੰਦੇ ਸੀ, ਸਾਰੀ ਖੇਤੀ ਸਾਰੀ ਸੰਭਾਲ। ਜਿਹੜਾ ਹਰਗੋਬਿੰਦਪੁਰ ਜਿੱਥੇ ਜੰਗ ਹੋਇਆ, ਇਹ ਆਖਰੀ ਪਿੰਡ ਸੀ। ਚੰਦੂ ਦੇ ਪੁੱਤ ਘੇਰੜੋਂ ਨੇ ਮੱਲੋਂ ਵਾਲੀ ਕਬਜ਼ਾ ਕਰਕੇ ਬੈਠੇ। ਇਹ 84 ਪਿੰਡ ਸਾਰੇ ਸੀ। ਸੋ ਇਸ ਕਰਕੇ ਸਤਸੰਗੀਓ, ਸਾਡਾ ਇਤਿਹਾਸ, ਸਾਡੇ ਗੁਰੂਆਂ ਦਾ ਇਤਿਹਾਸ ਸਾਨੂੰ ਕੀ ਪ੍ਰੇਰਨਾ ਦੇ ਰਿਹਾ, ਅਸੀਂ ਕਿੱਧਰ ਜਾ ਰਹੇ ਹਾਂ। ਅੱਜ ਲੋੜ ਹੈ ਕਿ ਜਿੰਨੇ ਕੁ ਬਚੇ ਆ ਬਚੇ ਰਹੀਏ। ਬੱਚੇ ਦੇ ਵੱਲੋਂ ਮੂੰਹ ਸਿਰ ਮਨਾਈ ਫਿਰਦੇ, ਤੁਰੇ ਫਿਰਦੇ ਆ। ਕਈ ਬਾਬਾ ਜੀ ਚਰਨ ਪਾਓ, ਮੈਂ ਵੀ ਘਰੋਂ ਮਾਸ ਸ਼ਰਾਬ ਆਂਡੇ ਕੱਢਣੇ ਪੈਣਗੇ।
ਇਹ ਬੱਚੇ ਨਹੀਂ ਮੰਨਦੇ। ਮੈਂ ਕਿਹਾ ਮੰਨਦੇ ਤਾਂ ਤੁਸੀਂ ਵੀ ਹੈ ਨਹੀਂ। ਬੱਚੇ ਨਹੀਂ, ਕੱਚੇ ਆ ਇਹ, ਕੱਚੇ ਆ। ਅੱਜ ਇਹਨਾਂ ਦੇ ਦਿਨ ਮਨਾ ਰਹੇ ਆ। ਧੰਨ ਬਾਬਾ ਅਜੀਤ ਸਿੰਘ, ਧੰਨ ਬਾਬਾ ਜੁਝਾਰ ਸਿੰਘ, ਧੰਨ ਜੋਰਾ ਹੁਣ ਬਾਬਾ ਫਤਿਹ ਸਿੰਘ, ਕਿੱਥੋਂ ਆਨੰਦਪੁਰੋਂ। ਸਰਸਾ ਨਦੀ, ਠੰਡ ਦਾ ਮੌਸਮ, ਬਜ਼ੁਰਗ ਮਾਤਾ, ਮਾਸੂਮ ਬੱਚੇ। ਕਲਯੁਗ ਵਿੱਚ ਬੱਚੇ ਨੇ ਰਾਜ ਪਲਟਾ ਕੀਤਾ ਸਤਯੁਗ ਦੇ ਵਿੱਚ ਪ੍ਰਹਲਾਦ ਨੇ। ਉਹਦੇ ਕੋਲ ਹਥਿਆਰ ਕਿਹੜਾ ਸੀ? ਰਾਰਾ ਮਮਾ ਰਾਮ, 2 ਅੱਖਰ ਸੀ। ਇਸ ਸ਼ਕਤੀ ਨੇ ਪਲਟਾ ਕੀਤਾ। ਧਰੂ ਨੇ ਪਲਟਾ ਕੀਤਾ। 12 ਅੱਖਰ ਸੀ। ਓਮ ਨਮੋ ਭਗਵਤੇ ਵਾਸੁਦੇਵਾਏ। ਇਸ ਮੰਤਰ ਦੁਆਰਾ ਤ੍ਰੇਤੇ 'ਚ ਪਲਟਾ ਹੋਇਆ। ਸੀਤਾ ਕੋ 2 ਅੱਖਰ ਸੀ, ਰਾਰਾ ਮਮਾ ਰਾਮ, ਸ਼੍ਰੀ ਰਾਮ। द्रौपदी राज पलटा किया बीबी ने, हरे कृष्ण। कोई हैगा सी सहाई उस वेले? कोई सहाई हैगा सी? क्यों बीबी हो हैगा सी सहायता वाला कोई? भीष्म पितामह वाल देखदी है, द्रोणाचार्य नूं देखदी है, दूआं नूं देखदी है। 5 पांडव जूए जान के धोने सिट के बैठे है। फिर कहती मेरे च बल मुकाबला करो, उन्हें झोड़ के वह मारिया। फिर भाई गुरदास की कहते हैं, अखी मीट ध्यान धर, हा हा कृष्ण करे बिल लांदी। कपड़ कोटा सारन थके दूतन पार बसंत, नाथा नाथा बाण तुरांदी। शब्द सी, अज शब्द किथे है? शब्द की जिहड़ा कमाई करदा उहदे कोल बरकत आउंदी है। फिर आ गया आह योग। 85 साल की बिरध माता, माता गुजर कौर, 7-9 साल के साहिबजादे, उन्होंने राज पलटा किया। बंदा बहादुर आया। 850 साल की हुकूमत, गुरु गोबिंद सिंह का थापड़ा खंडे बन अमृत बख्शिश लैके राज पलटा किया। साहिबजादियां तो होया ना। लोहड़ राजधानी, खालसा राज, सम्मत सिक्के, एक ओंकार श्री वाहिगुरू जी की फतह, देग तेग फतेह, नुसरत बेद रंग ज़ाफ्तज, नानक गुरु गोबिंद सिंह श्री अकाल पुरख जी सहाय। ये मोहर है। ये हाले भी बंदे बहादुर के वारसां को मोहर हाले भी सांभी पई है। गज के बोलो। अही दा दरबार सब को गवा लिया। सांभिया कुछ? वो हाले भी सांभी बैठे है। जिहड़ी मोहर लाउंदा सी ओह तीर भी। सो कहण तो भाव ये राज पलटा कादी बरकत ना होया? नाम दी बरकत, सिमरन दी बरकत, खंडे बट दे अमृत दी, सिदक भरोसे और दृढ़ विश्वास अज दी लोड़ है। कईयां ने बुरके तो बहुत वधिया पाए हुए, पर जे शेर दी खल विच गिदड़ होवे फिर भी गल नहीं बननी। अंदर रूह भी होनी चाहिए है, रूह भी होनी चाहिए है। हुण बच्चे बच्चियां तुहाडे दुध नहीं, दही नहीं, मक्खण नहीं, लस्सी नहीं, इन्होंने कादिया ते राज इन्होंने करना। वो बाबा दीप सिंह 18 साल के कंडे पचकदे सी। युद्ध एवं नहीं होंदे। युद्ध वास्ते सेहत भी होनी चाहिए है, बल भी होना चाहिए, रूहानी बल भी चाहिए, गुरु की आशीर्वाद का बल भी चाहिए। बहुत बलों की लोड़ है। तो बच्चे बच्चियां जाने है नहीं। जिले आउंदे सी ना इधरों काबल चों, वो जिहड़े उत्थे भईए जा हुंदे सी 100 एवं डेपन दा हुंदा सी। देख के उन्होंने हुण साडी भी वो हालत बनी हुई है।
ਸਾਡੀ ਵੀ ਹਾਲਤ ਬਣੀ ਜਾਂਦੀ ਹੈ। ਇਸ ਕਰਕੇ ਗੁਰੂ ਪਿਆਰਿਓ, ਸਤਿਗੁਰ ਸੱਚੇ ਪਾਤਸ਼ਾਹ ਦੀ ਬਾਣੀ ਔਰ ਇਤਿਹਾਸ ਤੋਂ ਵਿਚਾਰ ਲੈ ਕੇ ਸਾਨੂੰ ਹੁਣ ਪੁਨਰ ਸਿਰਜਣਾ ਕਰਨੀ ਪੈਣੀ ਆਪਣੀ। ਕਿਹੜੀਆਂ ਕਮੀਆਂ ਆਈਆਂ, ਕਿਉਂ ਆਈਆਂ, ਇਹ ਕਿਵੇਂ ਨਿਵਰਤ ਹੋਣਗੀਆਂ, ਕਿਵੇਂ ਸਾਡਾ ਪਹਿਲਾ ਬਲ ਕਾਇਮ ਹੋਵੇਗਾ, ਇਹ ਜ਼ਰੂਰੀ ਹੈ। ਉੱਥੇ ਵੀ ਇਹ ਬੇਨਤੀ, ਆ ਕਿਸਾਨ ਅੰਦੋਲਨ ਸੀ, ਉੱਥੇ ਵੀ ਇਹਨਾਂ ਨੂੰ ਕਹਿੰਦੇ ਰਿਹਾ, ਮੈਂ ਕਿਹਾ ਤਾਸਾਂ ਖੇਲ ਕੇ ਦੇ ਭੁੱਕੀਆਂ ਲਾ ਕੇ ਨਹੀਂ ਮੋਰਚੇ ਫਤਿਹ ਹੋਣੇ। ਜਪਜੀ ਸਾਹਿਬ ਦਾ ਲੜ ਫੜ ਲਓ, ਮੂਲ ਮੰਤਰ ਦਾ ਲੜ ਫੜ ਲਓ। ਸਾਡੇ ਸਾਧ ਕਹਿੰਦੇ ਮੀਟਿੰਗ ਕਰਨੀ, ਬਾਬਾ ਜੀ ਆਸ਼ੀਰਵਾਦ। ਮੈਂ ਕਿਹਾ ਹੁਣ ਲੱਗੇ ਤਾਂ ਹੈਗੇ ਆ, ਤੇ ਜੇ ਆਪਾਂ ਗਏ ਨਾ ਪੂਰੇ ਹੋਏ ਤੇ ਲੋਕ ਸਾਧਾਂ ਨੂੰ ਟੀਚਰਾਂ ਕਰਨਗੇ। ਤੇ ਮਹਾਰਾਜ ਨੇ ਲਾਜ ਰੱਖ ਲਈ, ਗੱਜ ਕੇ ਬੋਲੋ। ਸਾਧਾਂ ਨੇ ਲੰਗਰ ਨਹੀਂ ਬੰਦ ਹੋਣ ਦਿੱਤੇ, ਕਿਉਂਕਿ ਭੋਜਨ ਨਾ ਮਿਲਦਾ ਕਿੰਨੇ ਕੁ ਦਿਨ ਬਹਿਣਾ ਸੀ। ਡਟ ਗਏ ਔਰ ਪ੍ਰਚਾਰ ਵੀ ਡਟ ਕੇ। ਤੇ ਪਹਿਲੀ ਵੇਰੀ ਇਹ ਦਿੱਲੀ ਦਰਬਾਰ ਚ ਹੋ ਗਿਆ। ਯੂਨਿਟੀ, ਇਤਫਾਕ। ਇਹ ਨਹੀਂ ਕਿ ਉਹ ਮੋਰਚਾ ਫਤਿਹ ਹੋ ਗਿਆ, ਹਾਲੇ ਤਾਂ ਮੋਰਚੇ ਬਹੁਤ ਪਏ। ਇੱਕ ਮੋਰਚਾ ਥੋੜੀ, ਆਪਣੇ ਮੋਰਚੇ ਹਾਲੇ ਕਾਫੀ ਹੈ। ਸੁਸਤ ਨਾ ਹੋ ਜਾਇਓ, ਇਹ ਹੋ ਗਿਆ ਤਾਂ ਹੁਣ ਲੋੜ ਨਹੀਂ, ਹੋਰ ਸਾਵਧਾਨੀ ਦੀ ਲੋੜ ਹੈ। ਸਾਵਧਾਨ ਇਕਾਗਰ ਚੀਤ। ਸੋ ਆਓ, ਮਹਾਰਾਜ ਕਿਰਪਾ ਕਰਨ। ਬਾਬਾ ਜਵਾਲਾ ਕਹਿੰਦੇ ਸੀ, ਇੱਥੇ ਦੇ ਸਿੱਖਾਂ ਤੋਂ ਕੁਛ ਨਹੀਂ ਹੋਣਾ, ਬਾਹਰ ਦੇ ਕਰਨਗੇ। ਮੈਂ ਕਹਿੰਦਾ ਹੁਣ ਬਾਹਰ ਦੇ ਤੁਰ ਪਣ ਕਿਤੇ, ਇਹ ਉਹਨਾਂ ਦਾ ਬਚਨ ਹੈ। ਕਹਿੰਦੇ ਇਹਨਾਂ ਤੋਂ ਨਹੀਂ ਹੋਣਾ, ਬਾਹਰ ਦੇ ਕਰਨਗੇ। ਹੁਣ ਦੇਖੀਦਾ ਵੀ ਵਾਕਿਆ ਹੀ ਉੱਥੇ ਤਾਂ ਨਸ਼ਿਆਂ, ਚੋਰੀਆਂ, ਚਕਾਰੀਆਂ ਇਹਨਾਂ ਕੋਈ ਵਧਿਆ ਆ। ਹਾਂਜੀ, ਕੋਈ ਨਾ ਦਲੀਲ ਨਾ ਵਕੀਲ, ਕੋਈ ਰਾਜ ਸੱਤਾ ਹੈ ਹੀ ਨਹੀਂ। ਮਹਾਰਾਜ ਰਾਮਚੰਦਰ ਜੀ ਨੇ ਜਿਹੜੇ ਬਨਵਾਸ ਗਏ, ਸੰਗਤ ਦਾ ਪਿਆਰ ਬਹੁਤ ਸੀ ਉਹਨਾਂ ਨੂੰ। ਕਹਿੰਦੇ ਜਾਓ, ਨਰ ਨਾਰੀ ਚਲੇ ਜਾਓ। ਜਿਹੜੇ 14 ਸਾਲ ਬਾਅਦ ਆਏ ਤਾਂ ਖੁਸਰੇ ਬੈਠੇ। ਮਹਾਰਾਜ ਤੁਸੀਂ ਬੈਠੇ ਆ? ਕਹਿੰਦੇ ਮਹਾਰਾਜ ਤੁਸੀਂ ਕਿਹਾ ਨਰ ਨਾਰੀ ਚਲ ਜਾਓ, ਤਾਂ ਉਦੋਂ ਦੇ ਬੈਠੇ ਆ। ਕਹਿੰਦੇ ਜਾਓ, ਕਲਯੁਗ ਵਿੱਚ ਤੁਹਾਡਾ ਰਾਜ ਹੋਊਗਾ। ਹੁਣ ਇਹ ਖੁਸਰਿਆਂ ਦਾ ਰਾਜ ਆ। ਇਹਨਾਂ ਤੋਂ ਕੀ ਭਾਲਦੇ ਆ? ਖੁਸਰਿਆਂ ਤੋਂ। ਖੁਸਰਿਆਂ ਨੇ ਖੁਸਰੇ ਬਣਾਤੇ ਸਾਰੇ। ਨਸ਼ੇ ਪਲਾ ਪਲਾ ਕੇ, ਕੰਜਰੀਆਂ ਨਚਾ ਨਚਾ ਕੇ, ਡਾਂਸ ਕਰ। ਕੰਜਰੀ ਆਉਂਦੀ ਹੈ 1-1 ਕਰੋੜ ਰੁਪਇਆ ਇਨਾਮ ਦਿੰਦੇ ਆ। ਇਹ ਹਾਲ ਹੋਇਆ ਸਾਡਾ। ਤੇ ਫਿਰ ਤੁਹਾਨੂੰ ਕੁਝ ਕਰਨਾ ਪਏਗਾ। ਕਰਨਾ ਉਹੀ ਹੈ ਜੋ ਦਸਮ ਪਾਤਸ਼ਾਹ ਕਹਿ ਗਏ, ਬਿਨਾਂ ਤੇਗ ਤੀਰੰਗ ਨਰੰਗ ਭੇਟ ਜਾਨੋ, ਗਹੋ ਕੰਨ ਤਾਕੂ ਕਿਤੇ ਲੈ ਸਧਾਨੋ। ਇਹੀ ਮੋਰ ਆ ਗਿਆ ਸੁਣੋ ਇਹ ਪਿਆਰੇ, ਬਿਨਾਂ ਤੇਗ ਕੇ ਸੰਗ ਦੇਹੋ ਨਾ ਦੀਦਾਰੇ। ਪਾਤਸ਼ਾਹ ਦਾ ਹੁਕਮ ਹੈ। ਇਹ ਹੁਕਮ ਨੂੰ ਮੰਨਣਾ ਦ੍ਰਿੜ ਪ੍ਰਪੱਕ ਹੋ ਕੇ। ਔਰ ਮਹਾਰਾਜ ਕਰਕੇ ਟਕਸਾਲ ਵਾਲੇ ਸਿੰਘੋ, ਮੈਂ ਤੁਹਾਨੂੰ ਵੀ ਬੇਨਤੀ ਕਰਦਾ, ਤੁਸੀਂ ਵੀ ਸਾਰੇ ਇੱਕ ਦੂਜੇ ਨੂੰ ਮੂੰਹ ਮੋਟਾ ਕਰਕੇ ਫਿਰੀ ਜਾਂਦੇ ਆ। ਇਉਂ ਗੱਲ ਨਹੀਂ ਬਣਨੀ। ਰਲ ਕੇ ਚੱਲੋ, ਇਤਫਾਕ ਨਾ। ਤੁਸੀਂ ਪ੍ਰਚਾਰਕ ਜਮਾਤਾਂ, ਤੁਸੀਂ ਜੋੜਨਾ ਦੁਇਆਂ ਨੂੰ। ਇੰਜਣ ਦੇ ਪੁਰਜੇ ਜੋਦੇ ਜੋਦੇ ਹੋਣ, ਜਿੰਨਾ ਮਰਜ਼ੀ ਹੈਂਡਲ ਮਾਰੀ ਚੱਲਿਓ, ਸਟਾਰਟ ਹੋ ਜਾਊਗਾ? ਨਹੀਂ ਹੋਣਾ ਨਾ। ਸਾਈਕਲ 'ਚ ਬਾਲ ਐਵੇਂ ਮਾੜਾ ਜਿਹਾ ਹੁੰਦਾ, ਜੇ ਉਹ ਹੋਵੇ 2.5-3 ਘੰਟੇ ਲੈ ਜਾਂਦਾ ਬੰਦੇ ਨੂੰ ਵੀ। ਜੇ ਉਹ ਨਾ ਹੋਵੇ ਤੇ ਸਾਈਕਲ ਚੁੱਕਣਾ ਪੈ ਜਾਂਦਾ। ਛੋਟਾ ਵੱਡਾ ਨੇ ਦੇਖੋ, ਹਰੇਕ ਇੱਕ ਦੂਜੇ ਨਾਲ ਪਿਆਰ, ਸ਼ਰਧਾ, ਭਗਤੀ, ਨਿਤਨੇਮ ਦਾ ਪੱਖ ਰਲ ਕੇ ਚੱਲੋਗੇ ਨਾ, ਫਿਰ ਮਹਾਰਾਜ ਕਿਰਪਾ ਕਰਦੇ। ਉਹ ਪੰਛੀ ਜਾਲ 'ਚ ਫਸਾਇਆ ਸੀ ਨਾ, ਉਹਨੇ ਇਕੱਠੇ ਉਹ ਜਾਲੇ ਉਡਾ ਕੇ ਲਗਾ। ਯੂਨਿਟੀ। ਇਸ ਕਰਕੇ ਗੁਰੂ ਪਿਆਰਿਓ, ਆ ਜਿਹੜਾ ਅਸੀਂ ਇਕੱਠੇ ਹੋਏ ਆ, ਇਹਦਾ ਮਤਲਬ ਜਿਵੇਂ ਇੱਥੇ ਇਕੱਠੇ ਆ, ਮਨ ਕਰਕੇ ਵੀ ਇਵੇਂ ਇਕੱਠੇ ਹੋ ਜਾਵੇ। ਤੇ ਮਹਾਰਾਜ ਮਿਹਰ ਕਰਨਗੇ। ਮਹਾਰਾਜ ਤਾਂ ਸਦਾ ਹੀ ਮਿਹਰ ਕਰਦੇ ਆ। ਸਾਹਿਬ ਮੇਰਾ ਮਿਹਰਬਾਨ, ਸਾਹਿਬ ਮੇਰਾ ਮਿਹਰਬਾਨ, ਜੀ ਸਗਲ ਕੋ ਦੇ ਦਾਨ, ਤੂੰ ਕਾਹੇ ਡੋਲੇ ਪ੍ਰਾਣੀਆਂ, ਤੁਧ ਰਾਖੇਗਾ ਸਿਰਜਣਹਾਰ, ਜਿਨ ਪੈਦਾਸ ਤੂੰ ਕੀਆ। ਉਹ ਤਾਂ ਕਿਰਪਾ ਕਰ ਰਿਹਾ ਹੈ।
ਕੋਈ ਭੁੱਖ ਪੀੜ ਛੱਡਦਾ ਹੀ ਨਹੀਂ। ਟਾਈਮ ਟੂਮ ਦਾ ਦੱਸ ਦਿਓ ਵੀ, ਡਿਊਟੀਆਂ ਤੇ ਵੀ ਜਾਣਾ ਤੁਸੀਂ, ਸਾਡਾ ਕੰਮ ਤਾਂ ਖੁੱਲ੍ਹਾ ਹੀ ਹੁੰਦਾ। ਸੋ ਆਓ ਵੀ, ਇਹ ਵੀ ਮਿਲ ਗਿਆ ਕਿ ਨਹੀਂ? ਪੜ੍ਹ ਬਈ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੂਹੀ ਮਹੱਲਾ ਪੰਜਵਾ। ਸਿਮਰਿਤ ਵੇਦ ਪੁਰਾਣ ਪੁਕਾਰਨ ਪੋਥੀਆ। ਸੂਹੀ ਰਾਗ ਆ ਪੰਜਵੇਂ, ਸਤਿਗੁਰੂ ਜੀ ਕਿਰਪਾ ਕਰਦੇ। ਉਹ ਇੱਕ ਰਾਜਾ ਹੁੰਦਾ ਸੀ ਨਾ, ਜਿਹੜੇ ਰਾਗੀਆਂ ਨੇ ਕੀਰਤਨ ਕਰਨਾ ਬੜਾ ਸੁਰ ਮਾਰਨਾ। ਉਹ ਰਾਗੀਆਂ ਨੇ ਸਮਝਣਾ ਵੀ ਰਾਗ ਦਾ ਚੰਗਾ ਬਾਕੁਕਾਰ ਹੋਣਾ। ਉਹਨੇ ਕੱਲ੍ਹ ਪੁੱਛਾਂਗੇ ਵੀ ਰਾਜਨ ਕਿਹੜਾ ਰਾਗ ਆ। ਉਹਦੀ ਬੀਬੀ ਸਿਆਣੀ ਸੀ ਟਾਉਣੀ ਵੀ ਟਾਈਮ ਟਾਈਮ ਕਿਹੜਾ ਰਾਗ ਹੁੰਦਾ ਰਾਗੀ ਵੀ ਅੰਮ੍ਰਿਤਾ ਸਾਹਿਬ ਹੁੰਦਾ, ਪਤਾ ਹੀ ਨਹੀਂ ਹੁੰਦਾ ਵੀ ਕਿਹੜਾ ਬੇਲਾ ਕਿਹੜਾ ਰਾਗ ਹੈ, ਇਵੇਂ ਚੱਲੀ ਜਾਂਦਾ ਕੰਮ। ਪਰ ਸਿਆਣੇ ਬਿਰਲੇ ਵੇਲੇ ਹੈਗੇ। ਉਹ ਰਾਣੀ ਕਹਿੰਦੀ ਵੀ ਇਸ ਵੇਲੇ ਨਾ ਸੂਹੀ ਰਾਗ ਦਾ ਵੇਲਾ ਹੁੰਦਾ। ਤੂੰ ਕਹਿਣਾ ਸੂਹੀ ਰਾਗ। ਉਹਨੇ ਲਾਲ ਰੰਗ ਦੀ ਕੁੜਤੀ ਬਣਾ ਦਿੱਤੀ ਸੂਹੇ ਰੰਗ ਦੀ, ਵੀ ਜੇ ਚੇਤਾ ਭੁੱਲ ਜਾਏ ਨਾ ਕੁੜਤੀ ਨੂੰ ਦੇਖ ਕੇ ਦੱਸਦੀ ਸੂਹੀ ਰਾਗ ਹੈ। ਉਹ ਵਿਚਾਰੇ ਨੂੰ ਉਹ ਭੁੱਲ ਗਿਆ। ਰਾਗੀ ਕਹਿੰਦੇ ਮਹਾਰਾਜ ਕਿਹੜਾ ਰਾਗ ਗਾਉਂਦੇ ਆ? ਕਹਿੰਦਾ ਉਹ ਕੁੜਤੀ ਰਾਗ ਗਾਇਆ ਜਾ ਰਿਹਾ। ਅੱਜ ਕੱਲ੍ਹ ਸਾਡੀ ਵੀ ਇਹੀ ਹਾਲਤ ਹੈ। ਸਿਰ ਤਾਂ ਬਹੁਤ ਮਾਰਾਂਗੇ, ਪਤਾ ਹੁੰਦੇ ਨਹੀਂ ਵੀ ਕੀ ਗੱਲ ਹੈ। ਇਸ ਕਰਕੇ ਇੱਥੇ ਹੈਗਾ ਸੂਹੀ ਰਾਗ ਆ। ਪੰਜਵੇਂ ਸਤਿਗੁਰੂ ਕਿਰਪਾ ਕਰਦੇ ਹਨ। ਸਿਮਰਿਤ ਵੇਦ ਪੁਰਾਣ ਪੁਕਾਰਨ ਪੋਥੀਆ। 27 ਸਿਮਰਤੀਆਂ, 4 ਵੇਦ, 18 ਪੁਰਾਣ, ਹੋਰ ਜਿੰਨੇ ਪੋਥੀਆਂ ਗ੍ਰੰਥ ਹੈਗੇ ਆ ਸਾਰੇ ਇਹ ਗੱਲ ਪੁਕਾਰ ਕੇ ਕਹਿ ਰਹੇ ਹਨ। ਨਾਮ ਬਿਨਾ ਸਭ ਕੂੜ ਗਾਲੀ ਹੋਛੀਆ। ਨਾਮ ਤੋਂ ਬਿਨਾਂ ਸਾਰੀਆਂ ਗੱਲਾਂ ਕੂੜ ਆ, ਹੋਛੇਪਨ ਵਾਲੀਆਂ। ਜਿੰਨੀਆਂ ਵੀ ਗੱਲਾਂ ਹੈਗੀਆਂ, ਬਹੁ ਵਚਨ ਪੈ ਨਾ ਲੱਲੇ ਦੇ ਪੈਰ 'ਚ ਹਲੰਤ ਪਾਤਾ ਵੀ ਜਿੰਨੀਆਂ ਵੀ ਗੱਲਾਂ ਹੈਗੀਆਂ ਇਹ ਸਭ ਹੋਛੇਪਨ ਵਾਲੀਆਂ। ਅੱਜ ਹੋਛਾਪਨ ਬਹੁਤ ਆ ਗਿਆ ਨਾ ਸਾਡੇ 'ਚ। ਦ੍ਰਿੜ ਵਾਲੀ ਗੱਲ ਨਹੀਂ। ਆਪ ਪ੍ਰਚਾਰਕ ਹੈ ਨਹੀਂ, ਹੋਛੀਆਂ ਇੰਨੀਆਂ ਗੱਲਾਂ ਕੀਤੀਆਂ। ਦੁਨੀਆ ਧੰਬੜ ਤਸਾ ਇੰਨਾ ਪਾਉਂਦੀ ਹੁੰਦੀ ਸੀ। ਬਾਬਾ ਜੀ ਬੜਾ ਇਕੱਠ ਹੁੰਦਾ। ਮੈਂ ਕਿਹਾ ਖੋਰੀ ਦੀ ਅੱਗ ਥੋੜ੍ਹਾ ਚਿਰ ਹੁੰਦੀ ਆ, ਇਹ ਤਾਂ ਸੁਆਬ ਨਹੀਂ ਲੱਗਦੀ ਭਾਂਡਾ ਮਾਂਜਣਾ। All that glitter will never be gold। ਚਮਕਣ ਵਾਲੀਆਂ ਸਾਰੀਆਂ ਚੀਜ਼ਾਂ ਸੋਨਾ ਨਹੀਂ ਹੁੰਦੀਆਂ। ਚਮਕ ਦਮਕ ਲੋਕ ਦੇਖਦੇ, ਅਸਲੀਅਤ ਨਹੀਂ। ਇਸ ਕਰਕੇ ਮੁੜ ਕੇ ਟਕਸਾਲੀ ਉਹ ਤੁਹਾਡੇ ਮੁੰਡਿਆਂ ਤੇ ਆਉਣਾ, ਪਰ ਤਕੜੇ ਹੋ ਕੇ ਰਹੋ। ਮਹਾਰਾਜ ਕਹਿੰਦੇ ਸਿਮਰਤ ਵੇਦ ਪੁਰਾਣ ਪੁਕਾਰਨ ਪੋਥੀਆਂ। ਇਹ ਸਭ ਪੁਕਾਰ ਕੇ ਲਲਕਾਰ ਕੇ ਕਹਿ ਰਹੇ ਆ ਕਿ ਨਾਮ ਬਿਨਾਂ ਸਭ ਕੂੜ। ਪਰਮੇਸ਼ਰ ਦੇ ਨਾਮ ਤੋਂ ਬਿਨਾਂ ਇਹ ਸਾਰੀਆਂ ਗੱਲਾਂ ਕੂੜ ਝੂਠ ਹਨ ਔਰ ਹੋਛੇਪਨ ਵਾਲੀਆਂ ਹਨ। ਨਾਮ ਨਿਧਾਨ ਅਪਾਰ ਭਗਤਾਂ ਮਨ ਵਸੈ। ਹੋਛੀਆਂ ਕਿਵੇਂ ਹੁੰਦੀਆਂ ਉਹ ਵੀ ਦੱਸਦੇ ਆ। ਉਹ ਕਿਸੇ ਦੇ ਕੋਲ ਮਰ ਗਿਆ ਨੌਜਵਾਨ, ਉਹ ਬੁੜਾ ਕਹਿੰਦਾ ਬੜੇ ਪੁੱਤ ਨੂੰ ਪਿਜਾ ਮਕਾਨ ਦੇ ਆ। ਉਹ ਕਹਿੰਦੀ ਮੈਂ ਅੱਗੇ ਗਿਆ ਨਹੀਂ। ਕਹਿੰਦੇ ਇਉਂ ਕਰੀ ਜਿਵੇਂ ਲੋਕ ਕਹਿੰਦੇ ਉੱਥੇ ਦੇਖੇ। ਉਹ ਜੇ ਲਿਆਓ ਚੁੱਪ ਕਰਕੇ ਬੈਠੇ। ਨੌਜਵਾਨ ਮਰਿਆ ਸੀ, ਉਹ ਵੀ ਬਹਿ ਬੂ ਕੇ ਆ ਗਿਆ। ਕਹਿੰਦੇ ਸੁਣਾ। ਕਹਿੰਦੇ ਚੁੱਪ ਬੈਠੇ ਮੈਂ ਵੀ। ਕਹਿੰਦੇ ਉਹ ਮੂਰਖਾ ਮਾੜਾ ਮੋਟਾ ਕਰਦਾ, ਮਾੜਾ ਹੋਇਆ ਚੰਗਾ ਹੋਇਆ। ਫਿਰ ਦੂਏ ਨੂੰ ਭੇਜਿਆ ਵੀ ਤੂੰ ਜਾ। ਉਹ ਚਲੇ ਗਿਆ, ਉਹਨੂੰ ਕਿਤੇ ਬੈਰੀ ਮਿਲ ਗਿਆ। ਉਹਨਾਂ ਨੇ ਚੰਗਾ ਹੋਇਆ ਗਲੋਂ ਲਿਆ, ਮਰ ਗਿਆ। ਉਹ ਹੈਂ ਕਹਿਆ, ਉਹਨੇ ਫੜ ਕੇ ਚੰਗਾ ਕੁੱਟਿਆ। ਕਹਿੰਦੇ ਬਾਪੂ ਚੰਗਾ ਮੁਕਾਨੀ ਭੇਜਿਆ, ਮੇਰੇ ਤੇ ਚੰਗੀ ਪਰੇਡ ਹੋਈ। ਕਹਿੰਦੇ ਚਲੋ ਮੈਂ ਜਾਣਾ। ਕਹਿੰਦੇ ਹੁਣ ਉਹ ਤਾਂ ਦੋਨੋਂ ਮੂਰਖ ਨਿਕਲ ਜਾਓ, ਤੁਹਾਡੇ ਕੋਲ ਮਰਿਆ ਹੁਣ ਮੈਂ ਕਰੂੰਗਾ ਅੱਗੇ। ਕਹਿੰਦੇ ਇਹਨਾਂ ਨੂੰ ਕਹਿਣਾ ਬੂਟਾ ਹੀ ਝੋਲੇ ਦਾ ਮਾਰਿਆ। ਹੋਛੇ ਬੰਦਿਆਂ ਨੇ ਇਸ ਤਰ੍ਹਾਂ ਦੀਆਂ ਹੋਛੀਆਂ ਗੱਲਾਂ ਹੁੰਦੀਆਂ, ਕਿਉਂਕਿ ਪੱਲੇ ਨਾਮ ਨਹੀਂ ਹੁੰਦਾ। ਜਿਹੜਾ ਨਾਮ ਦੀ ਬਰਕਤ ਵਾਲਾ ਬੰਦਾ ਜਦੋਂ ਗੱਲ ਕਰੇਗਾ ਸੋਲਿਡ ਕਰੇਗਾ, ਉਹਦੇ 'ਚ ਬਰਕਤ ਹੁੰਦੀ ਹੈ। ਨਾਮ ਨਿਧਾਨ ਅਪਾਰ ਭਗਤਾਂ ਮਨ ਵਸੈ। ਅਪਾਰ ਜਿਹਦਾ ਪਾਰਾਵਾਰ ਨਹੀਂ ਪਾਇਆ ਜਾਂਦਾ, ਉਸ ਪਰਮੇਸ਼ਰ ਦਾ ਜਿਹੜਾ ਨਾਮ ਖਜ਼ਾਨਾ ਰੂਪਿਆ, ਭਗਤਾਂ ਨੂੰ ਇਹਦੀ ਕੀਮਤ ਦਾ ਪਤਾ, ਉਹਨਾਂ ਦੇ ਮਨ ਵਿੱਚ
ਪਰਮੇਸ਼ਰ ਦਾ ਨਾਮ ਵਸਦਾ ਹੈ। ਜਨਮ ਮਰਨ ਮੋਹ ਦੁਖ ਸਾਧੂ ਸੰਗ ਨਸੈ। ਦੁੱਖ ਬਹੁਤ ਆ, ਜੰਮਣ ਦਾ ਦੁੱਖ ਇੰਨਾ ਕਿ ਕਹਿੰਦੇ 10,000 ਬਿੱਛੂ ਡੰਗ ਮਾਰੇ, ਇੱਕ ਬਿੱਛੂ ਪੱਥਰ ਡੰਗ ਮਾਰੇ ਸੰਖਿਆ ਬਣ ਜਾਂਦਾ, ਇੰਨੀ ਜ਼ਹਿਰ 10,000 ਦਾ ਲਾ ਜੰਮਣ ਵੇਲੇ। ਤੇ ਜਿਹੜੇ ਮਰਦਾ 60,000 ਜਿੰਦ ਨਮਾਣੀ ਕੱਢਿਆ, ਹੱਡਾਂ ਕੋ ਕੜਕਾਏ, ਸਾਹੇ ਲਿਖਣ ਚੱਲਣੇ, ਕਿੰਨਾ ਕਲੇਸ਼। ਇਸ ਕਰ ਕਹਿੰਦੇ ਜੰਮਣ ਮਰਨ ਦਾ ਦੁੱਖ, ਮੋਹ ਦਾ ਦੁੱਖ। ਆ ਧਿਰਤਰਾਸ਼ਟਰ ਮੋਹ 'ਚ ਫਸਿਆ ਸੀ, ਪੁੱਤ ਵੀ ਮਰਾ ਲੈ, 18 ਖੂਣੀਆਂ ਖਪਾਤੀਆਂ, ਤੇ ਗੁਲਾਮੀ ਦਾ ਨੀਂਹ ਪੱਥਰ ਰੱਖਿਆ ਗਿਆ। ਬਹੁਤ ਹਮਲੇ ਹੋਣੇ ਸ਼ੁਰੂ ਹੋ ਗਏ ਹਿੰਦੁਸਤਾਨ ਤੋਂ। ਫਿਰ ਮਹਾਂਭਾਰਤ ਦੇ ਯੁੱਧ ਤੋਂ ਬਾਅਦ ਨਾ ਗੁਲਾਮੀ ਸ਼ੁਰੂ ਹੋ ਗਈ, ਗੁਲਾਮੀ ਦਾ ਮੀਲ ਪੱਥਰ ਰੱਖਿਆ ਗਿਆ। ਇਸ ਕਰਕੇ ਕਹਿੰਦੇ ਆ ਇਹ ਮੋਹ ਦਾ ਦੁੱਖ ਸਾਧੂ ਸੰਗ ਨਸੇ। ਜੇ ਤਾਂ ਮਹਾਤਮਾ ਜਨਾਂ ਦੀ ਨਿਰਮੋਹ ਪੁਰਸ਼ਾਂ ਦੀ ਸੰਗਤ ਕਰੀਏ, ਇਹ ਵੀ ਨਸ ਜਾਂਦਾ, ਦੂਰ ਹੋ ਜਾਂਦਾ ਹੈ। ਰਹਾਉ ਮੋਹਿ ਬਾਦ ਅਹੰਕਾਰ ਸਰ ਪਰ ਰੁੰਨਿਆ। ਉਹ ਸਾਡੇ ਲੰਗਰ 'ਚ ਸੰਤ ਹੁੰਦੇ ਸੀ ਬਹਾਲ ਸਿੰਘ ਜੀ, ਉਹਨਾਂ ਦੀ ਮਾਂ ਹੋ ਗਈ ਬਿਮਾਰ ਮੁਕਤਸਰ। ਉਹਨੂੰ ਭੇਜਿਆ, ਪਹਿਲਾ ਨਾਂ ਸੀ ਬਹਾਲੀ ਰਾਮ, ਹਿੰਦੂ ਪਰਿਵਾਰ 'ਚੋਂ ਆਏ ਸੀ, ਕਿ ਬਹਾਲੀ ਰਾਮ ਮੈਨੂੰ ਮਿਲ ਜਾਏ। ਸੰਤ ਮਹਾਂਪੁਰਖਾਂ ਨੂੰ ਪੁੱਛਿਆ, ਸੰਤਾਂ ਨੇ ਇਜਾਜ਼ਤ ਨਹੀਂ ਦਿੱਤੀ। ਕਹਿੰਦੇ ਜੇ ਇਜਾਜ਼ਤ ਦੇਤੀ ਨਾ 2 ਕੁ ਦਿਨ ਹੋਣਾ ਤੇਰਾ, ਫਿਰ ਬਾਕੀ ਜੇ ਉਹ ਜੇ ਪੁੱਤ ਉਹਨਾਂ 'ਚ ਤੈਂ ਰਲ ਜਾਣ। 2 ਕੁ ਦਿਨ ਹੀ ਹੋਣਾ ਵੀ ਆਇਆ। ਕਹਿੰਦੇ ਹੁਣ ਜਿਹੜੇ ਨਹੀਂ ਭੇਜਿਆ ਉਹਦਾ ਖਿਆਲ ਹੋਣਾ ਵੀ ਸੰਤਾਂ ਨੇ ਭੇਜਿਆ ਨਹੀਂ, ਉਹਦਾ ਖਿਆਲ ਮੇਰੇ 'ਚ ਰਹੂਗਾ। ਜੇ ਮਰ ਗਈ ਤੇ ਚੰਗੀ ਗਤੀ ਮਿਲ ਜਾਊਗੀ। ਗੱਜ ਕੇ ਬੋਲੋ। ਦੇਖੋ ਮਹਾਂਪੁਰਖਾਂ ਦੀ ਸੋਚ ਵਿਵੇਕੀ ਪੁਰਸ਼ਾਂ ਦੀ ਕਿੱਥੇ ਦੀ ਸੋਚਦੇ ਆ। ਇਸ ਕਰਕੇ ਜਿਹੜਾ ਮਹਾਂਪੁਰਖ ਆ ਉਹਦੀ ਸੰਗਤ ਕਰਕੇ ਇਹ ਮੋਹ ਮਮਤਾ ਦੇ ਦੁੱਖ ਦੂਰ ਹੋ ਜਾਂਦੇ ਆ। ਰਾਹ ਵਿਸ਼ਰਾਮ ਦੇ ਕੇ ਕਿਰਪਾ ਕਰਦੇ ਹਨ। ਮੋਹਿ ਬਾਦ ਅਹੰਕਾਰ ਸਰ ਪਰ ਰੁੰਨਿਆ। ਬਸ ਮੋਹ ਵਿੱਚ ਪਏ ਆ, ਬਾਦ ਵਿਅਰਥ ਝਗੜਿਆਂ 'ਚ ਪਏ ਆ, ਹੰਕਾਰ ਕਰਦੇ ਆ। ਸਰ ਪਰ ਅਵਸ਼ ਮੇਬ, ਇਹਨਾਂ ਔਗਣਾਂ ਨੂੰ ਧਾਰਨ ਵਾਲਿਆਂ ਨੂੰ ਰੋਣਿਆ ਮੈਨੇ ਰੋਣਾ ਪੈਂਦਾ ਹੈ। ਸੁਖ ਨਾ ਪਾਇਨ ਮੂਲ ਨਾਮ ਵਿਛੁੰਨਿਆ। ਉਹ ਲੋਕ ਮੂਲ ਕਦਾਚਿਤ ਵੀ ਸੁਖ ਨਹੀਂ ਪਾਉਂਦੇ ਜਿਹੜੇ ਨਾਮ ਸਿਮਰਨ ਨਾਲ ਵਿਛੁੰਨੇ, ਵਿਛੜੇ ਹੋਏ, ਟੁੱਟੇ ਹੋਏ ਲੋਕ। ਨਾਮ ਜਿਹੜਾ ਹੈ ਰੱਬ ਨਾਲ ਸਾਡੀ ਗੰਢ ਪਾਉਂਦਾ। ਨਾਮ ਜਿਹੜਾ ਨਾਮ ਨੂੰ ਟੁੱਟ ਗਿਆ, ਗੰਢ ਟੁੱਟ ਗਈ। ਨਾਮ ਨਾਲ ਗੰਢ ਪੈਂਦੀ। ਇਸ ਕਰਕੇ ਕਹਿੰਦੇ ਫਿਰ ਉਹ ਜਿਹੜੇ ਲੋਕ ਆ ਨਾਮ ਤੋਂ ਵਿਛੁੰਨਾ, ਇਸ ਨਾਲੋਂ ਵਿਛੜੇ ਹੋਏ, ਉਹ ਵਾਰਤਾਲਾਪ ਕਰਦੇ। ਪਰ ਨਾਮ ਲੈਣਾ ਔਖਾ ਵੀ ਬਹੁਤ ਹੈ। ਉਹ ਲਾਲਾ ਜੀ ਹੁੰਦੇ ਸੀ ਨਾ, ਉਹਨਾਂ ਨੂੰ ਕਹਿਣਾ ਰਾਮ ਰਾਮ ਜਪ, ਕਹਿੰਦੇ ਤੁਸੀਂ ਤਾਂ ਮੈਨੂੰ ਮਾਰਨਾ ਚਾਹੁੰਦੇ ਹੋ। ਉਹ ਨਹੀਂ ਕਿਹਾ ਵੀ ਉਵੇਂ ਦਾ ਨਾਂ ਲੈਂਦਾ ਨਹੀਂ, ਇਹ ਇੱਕ ਟੀਚਰ ਬੜਾ ਬਾਣੀਆਂ ਵੀ ਇਹਦੇ ਜਵਾਈ ਦਾ ਨਾਂ ਹੈ ਰਾਮ ਲਵਾਇਆ। ਉਹਨੂੰ ਲਿਆ ਕੇ ਦੇ ਮੂਹਰੇ ਖੜਾ ਕਰ ਦਿੱਤਾ, ਪੁੱਛਾਂਗੇ ਇਹ ਕੌਣ ਆ, ਤੇ ਬਹਾਨੇ ਨੇ ਰਾਮ ਅੱਖਰ ਨਿਕਲ ਜੂ। ਉਹ ਲਿਆ ਖੜਾ ਕੀਤਾ, ਕਹਿੰਦੇ ਲਾਲਾ ਜੀ ਕੌਣ ਆ ਸੇਠ ਸਾਹਿਬ? ਕਹਿੰਦੇ ਮੈਨੂੰ ਪਤਾ ਨਹੀਂ, ਮੇਰੀ ਕੁੜੀ ਦਾ ਕਸਮ ਨਾ। ਉਹ ਰਾਮ ਅੱਖਰ ਫੇਰ ਨਹੀਂ ਮੂੰਹ ਨਿਕਲਿਆ। ਬੜਾ ਔਖਾ ਹੈ, ਬੜਾ ਔਖਾ ਹੈ ਇਹ ਆਖਣ ਔਖਾ ਸਾਚਾ ਨਾਮ ਹੈ। ਇਸ ਕਰਕੇ ਜਿਹੜੇ ਲੋਕ ਐਸੇ ਹਨ ਨਾਮ ਤੋਂ ਵਿਛੁੰਨੇ, ਵਿਛੜੇ ਹੋਏ, ਉਹ ਸੁੱਖ ਨਹੀਂ ਪਾਉਂਦੇ। ਫਿਰ ਕਿਸ ਤਰ੍ਹਾਂ ਬੈਡਾਂ ਤੇ ਪੈ ਪੈ ਕੇ ਰੋਂਦੇ ਪਿੱਟਦੇ ਸਰੀਰ ਛੱਡਦੇ ਆ। ਜਿਹੜੇ ਨਾਮ ਜਪਣ ਵਾਲੇ ਆ ਜਿਵੇਂ ਸੱਪ ਕੁੰਜ ਤਿਆਗਦਿਆਂ ਚੱਲ ਜਾਂਦੇ ਆ, ਕੋਈ ਕਲੇਸ਼ ਹੀ ਨਹੀਂ, ਆਨੰਦ ਦੇ ਵਿੱਚ ਹੀ। ਹਾਂਜੀ। ਮੇਰੀ ਮੇਰੀ ਧਾਰ ਬੰਧਨ ਬੰਧਿਆ। ਬਸ ਮੇਰੀ ਮੇਰੀ ਧਾਰੀ ਹੋਈ ਹੈ, ਮੋਹ ਮਮਤਾ ਦੇ ਬੰਧਨਾਂ ਦੇ ਵਿੱਚ ਬੱਝੇ ਪਏ ਹਨ। ਨਰਕ ਸੁਰਗ ਅਵਤਾਰ ਮਾਇਆ ਧੰਦਿਆ। ਕਦੀ ਨਰਕਾਂ 'ਚ ਕਦੀ ਸੁਰਗਾਂ 'ਚ ਅਵਤਾਰ ਮੈਨੇ ਜੰਮਦੇ ਮਰਦੇ ਆ। ਮਾਇਆ ਦੇ ਧੰਦਿਆਂ, ਮਾਇਆ ਦੇ ਕੀੜੇ ਬਣੇ ਹੋਏ। ਧੰਦਾ ਕਿਸੇ ਨੇ ਜਿੱਤਿਆ, ਸਭ ਧੰਦੇ ਹਾਰੀ। ਜੇ ਅੱਜ ਕੱਲ੍ਹ ਕਹੀਏ ਸੰਗ 'ਚ ਆਇਆ ਕਰੋ, ਕਹਿਣਗੇ ਬਾਬਾ ਜੀ ਸਾਨੂੰ ਤਾਂ ਮਰਨ ਦਾ ਬੇਲ ਨਹੀਂ। ਮੈਂ ਕਿਹਾ ਤੁਹਾਨੂੰ ਬੇਲ ਨਹੀਂ, 4 ਜਣੇ ਫੱਟਾ ਚੁੱਕ ਲੈਣਗੇ, ਕੋਈ ਗੱਲ ਨਹੀਂ। ਬੇਲੇ ਬਥੇਰੇ ਇੰਡੀਆ 'ਚ ਘੁੰਮਦੇ ਆ, ਕੰਮ ਨਹੀਂ ਉਹਨਾਂ ਨੂੰ, ਲੈ ਜਾਣਗੇ ਸੀੜੀ ਚੱਕ ਕੇ।
ਇਸ ਕਰਕੇ ਮਾਇਆ ਔਰ ਪਦਾਰਥਾਂ ਦੇ ਧੰਦਿਆਂ 'ਚ ਫਸੇ ਹੋਏ ਅਵਤਾਰ ਇਹ ਨਾ ਸਮਝ ਲਓ ਵੀ ਈਸ਼ਵਰ ਦੇ ਅਵਤਾਰ ਆ, ਉਹ ਜੰਮਦੇ ਮਰਦੇ ਰਹਿੰਦੇ ਹਨ। ਸੋਧਤ ਸੋਧਤ ਸੋਧ ਤਤ ਵਿਚਾਰਿਆ। ਸੋਧਦਿਆਂ ਵਿਚਾਰ ਕਰਦਿਆਂ, ਸੋਧ ਕੇ ਵਿਚਾਰ ਕਰਕੇ ਅਸੀਂ ਤਤ ਵਸਤੂ ਦਾ ਵਿਵੇਚਨ ਕੀਤਾ, ਵਿਚਾਰ ਕੀਤੀ ਹੈ। ਨਾਮ ਬਿਨਾ ਸੁਖ ਨਾਹਿ ਸਰ ਪਰ ਹਾਰਿਆ। ਕਹਿੰਦੇ ਨਾਮ ਜਪੇ ਬਿਨਾਂ ਸੁਖ ਨਹੀਂ, ਸਰ ਪਰ ਅਵਸ਼ ਮੇਵ। ਉਹ ਜੀਵਨ ਦੀ ਬਾਜੀ ਹਾਰ ਕੇ ਜਾਂਦੇ, ਭਾਵੇਂ ਦੁਨਿਆਵੀ ਤੌਰ ਤੇ ਜੇਤੂ ਆ, ਪਰ ਪਰਮਾਰਥੀ ਲੋਕਾਂ ਦੀ ਦ੍ਰਿਸ਼ਟੀ ਜੋ ਜੀਵਨ ਦੀ ਬਾਜੀ ਹਾਰ ਜਾਂਦੇ ਹਨ। ਆਵਹਿ ਜਾਹੇ ਅਨੇਕ ਮਰ ਮਰ ਜਨਮ ਤੇ। ਆਉਂਦੇ ਆ ਜਾਂਦੇ ਆ, ਮਰ ਮਰ ਜੰਮਦੇ ਆ, ਮਰਦੇ ਆ। ਬਸ ਇਸ ਤਰ੍ਹਾਂ ਘਟੀ ਜੰਤਰ ਦੀ ਨਿਆਈ 84 ਲੱਖ ਜੂਨਾਂ ਦੇ ਚੱਕਰ ਵਿੱਚ ਘੁੰਮੀ ਜਾਂਦੇ ਹਨ। ਬਿਨ ਬੂਝੇ ਸਭ ਬਾਦ ਜੋਨੀ ਭਰਮ ਤੇ। ਬਿਨਾਂ ਗਿਆਨ ਵਿਚਾਰ ਦੀ ਗੱਲ ਨੂੰ ਬੁੱਝਿਆ ਸਭ ਬਾਦ ਵਿਅਰਥ ਹੀ ਜੂਨੀਆਂ ਦੇ ਚੱਕਰਾਂ 'ਚ ਭਰਮਦੇ ਹਨ। ਕਈ ਕੋਟ ਜਨਮ ਪੈ ਕੀਟ ਪਤੰਗਾ, ਕਈ ਸ਼ਬਦ ਹੈਗਾ, ਬਸ ਇਸ ਤਰ੍ਹਾਂ ਘੁੰਮੀ ਫਿਰੀ ਜਾਂਦੇ ਹਨ। ਜਿਨ ਕਉ ਭਏ ਦਇਆਲ ਤਿਨ ਸਾਧੂ ਸੰਗ ਭਇਆ। ਜਿਹਦੇ ਤੇ ਉਹ ਦਿਆਲੂ ਹੁੰਦਾ ਉਹਨੂੰ ਸੰਤ ਮਹਾਂਪੁਰਸ਼ਾਂ ਦੀ ਸੰਗਤ ਪ੍ਰਾਪਤ ਹੋ ਜਾਂਦੀ ਹੈ। ਅੰਮ੍ਰਿਤ ਹਰਿ ਕਾ ਨਾਮ ਤਿਨੀ ਜਨੀ ਜਪ ਲਿਆ। ਇਹ ਅੰਮ੍ਰਿਤ ਮੌਤ ਤੋਂ ਰਹਿਤ ਕਰਨ ਵਾਲਾ ਪਰਮੇਸ਼ਰ ਦਾ ਨਾਮ ਉਹਨਾਂ ਜਨਾਂ ਨੇ ਸੰਤਾਂ ਤੋਂ ਸਿੱਖਿਆ ਲੈ ਕੇ ਇਹਨੂੰ ਜਪ ਲੈਣਾ ਕੀਤਾ ਹੈ। ਖੋਜਹਿ ਕੋਟ ਅਸੰਖ ਬਹੁਤ ਅਨੰਤ ਕੇ। ਕਰੋੜਾਂ ਅਸੰਖਾਂ ਉਸ ਅਨੰਤ ਮਾਲਕ ਦੀ ਬਹੁਤ ਖੋਜ ਕਰਦੇ ਹਨ। ਜਿਸ ਬੁਝਾਏ ਆਪ ਨੇੜਾ ਤਿਸ ਹੈ। ਜਿਨ੍ਹਾਂ ਨੂੰ ਆਪੇ ਗਿਆਨ ਦੀ ਗੱਲ ਬੁਝਾ ਦੇਵੇ ਨਾ, ਉਹਨਾਂ ਨੂੰ ਪਰਮਾਤਮਾ ਨੇੜੇ ਹੀ ਹੈ। ਬੁੱਢਣ ਸ਼ਾਹ ਪੀਰ ਕੋ ਗਏ ਸੀ ਨਾ, ਸੁਣਾਓ ਪੀਰ ਜੀ। ਉਹਨੂੰ ਸੀ ਮੇਰਾ ਬੱਕਰੀਆਂ ਨੂੰ ਸ਼ੇਰ ਚਾਹ ਰਿਹਾ, ਇੱਥੇ ਇੱਕ ਮਨ ਖੜਿਆ ਸੀ ਵੀ ਦੇਖ ਲਓ ਮੇਰਾ ਹੁਕਮ ਸ਼ੇਰ ਮੰਨਦਾ, ਬੱਕਰੀ ਦਾ ਸ਼ੇਰ ਵਿਰੋਧੀ ਹੈ ਨਾ। ਇੱਥੇ ਮਾਰੇ ਕਹਿੰਦੇ ਪੀਰ ਜੀ ਅੱਗੇ ਮਜਲ ਬਹੁਤ ਦੂਰ ਆ, ਕਹਿੰਦੇ ਕਿਰਪਾ ਕਰ ਦਿਓ ਆ ਦੁੱਧ ਚਗੋ, ਕਹਿੰਦੇ ਛੇਵੇਂ ਜੰਮੇ। ਫੇਰ ਕਿਰਪਾ ਕੀਤੀ, ਇੱਕ ਤਾਂ ਇੱਧਰ ਬਾਬਾ ਬੁੱਢਾ ਸਾਹਿਬ ਹੋਏ ਆਪਣੇ, ਤੇ ਮੁਸਲਮਾਨਾਂ ਚੋਂ ਬੁੱਢਣ ਸ਼ਾਹ ਫੜ ਲਿਆ ਮਹਾਰਾਜ, ਕਿਰਪਾ ਕਰਤੀ ਨਾ। ਇਸ ਕਰਕੇ ਅੰਮ੍ਰਿਤ ਹਰ ਕਾ ਨਾਮ ਉਹਨਾਂ ਜਨਾਂ ਨੇ ਜਪ ਲਿਆ। ਅਨੰਤਾਂ ਹੀ ਖੋਜ ਕਰਦੇ ਆ ਉਸ ਅਨੰਤ ਬੇਅੰਤ ਪਰਮਾਤਮਾ ਦੀ, ਜਿਹਨੂੰ ਬੁਝਾ ਦਿੰਦਾ ਉਹਨਾਂ ਦਾ ਪਰਮਾਤਮਾ ਨੇੜੇ ਆ, ਬਾਕੀ ਤਾਂ ਦੂਰ ਹੀ ਆ। ਭਗਤ ਨਾਮਦੇਵ ਨੂੰ ਪੁੱਛਿਆ ਸੀ ਰੱਬ ਨੇੜੇ ਕਿ ਦੂਰ? ਭਗਤ ਜੀ ਨੇ ਬੜਾ ਠੋਕ ਕੇ ਗਿਆ, ਕੋਈ ਬੋਲਿਆ ਨਿਰਵਾ, ਕੋਈ ਬੋਲਿਆ ਦੂਰ, ਜਲ ਕੀ ਮਛਲੀ ਚਰੇ ਖਜੂਰ। ਤੇ ਤਾੜਨਾ ਕਰ ਕਹਿੰਦੇ ਆ ਕਾਹੇ ਰੇ ਬਕਵਾਦ ਲਾਇਓ, ਕਿਉਂ ਬਕਵਾਸ ਕਰਦੇ ਆ? ਜਿਨ ਹਰ ਪਾਇਓ ਤਿਨੇ ਛੁਪਾਇਓ। ਉਹ ਨਹੀਂ ਡੇਂਗਾ ਮਾਰਦਾ, ਰੌਲਾ ਨਹੀਂ ਪਾਉਂਦਾ, ਉਹ ਤਾਂ ਗੈਰ ਗੰਭੀਰ। ਛੋਟੀਆਂ ਨਦੀਆਂ ਉਛਲੀਆਂ ਫਿਰਦੀਆਂ ਨਾ, ਭੁੜਕਦੀਆਂ, ਤੇ ਸਮੁੰਦਰ ਕਿੰਨੇ ਪਈ ਜਾਂਦੇ, ਉਹ ਗੰਭੀਰ ਹੋਈ ਜਾਂਦਾ। ਤੇ ਜਿਹੜਾ ਉਹਦੇ 'ਚ ਭੇਦ ਹੋ ਗਿਆ, ਗੈਰ ਗੰਭੀਰ ਹੋ ਗਿਆ, ਉਹ ਨਹੀਂ ਉਛਲਦਾ। ਜਦੋਂ ਤਤੀ ਦੇਵੀ ਦੇ ਬੈਠੇ ਸੀ ਮਹਾਰਾਜ, ਭਾਈ ਜੇਠਾ ਪੁਰਾਣਾ ਉਛਲੇ ਸੀ, ਮਹਾਰਾਜ ਹੁਕਮ ਕਰੋ। ਦਿਲ ਲਾਹੌਰ ਦੀ ਇੱਟ ਨੇ ਖੜਕਾ ਜੀ, ਕਹਿੰਦੇ ਕਿੱਥੋਂ ਲਈ ਜਗਤ? ਕਹਿੰਦੇ ਤੁਹਾਡੇ ਚਰਨਾਂ 'ਚ। ਕਹਿੰਦੇ ਚੋਨਾਂ 'ਚ ਹੈ ਨਹੀਂ ਖਮੋਸ਼। ਸਾਈਂ ਮੀਆਂ ਮੀਰ ਸਾਹਿਬ ਆ ਰਿਹਾ ਹੁਕਮ, ਖੋਲੋ ਅੱਖਾਂ ਮੀਟੋ, ਇੰਨੀਆਂ ਸ਼ਕਤੀਆਂ ਬਸ ਜਰਜੋ। ਬ੍ਰਹਮ ਗਿਆਨੀ ਦਾ ਧੀਰਜ ਏਕ ਜੋ ਬਸਦਾ ਕੋ ਖੋਦਾ, ਕੋ ਚੰਦਨ ਲੇਪ। ਧਰਤੀਆਂ ਦੇ ਭੁਚਾਲ ਆ ਜਾਂਦੇ, ਅਰਥ ਕਵੇਕ ਆ ਜਾਂਦੇ ਆ, ਪਰ ਉਹ ਚੱਲ ਰਹਿੰਦੇ ਆ ਮਹਾਂਪੁਰਖ ਜਿਹੜੇ। ਇਸ ਕਰ ਕਹਿੰਦੇ ਆ ਜਿਹਨੂੰ ਬੁਝਾ ਦਿੰਦਾ ਉਹਦੇ ਨੇੜੇ ਆ, ਤੇ ਜਿਹਨੂੰ ਨਹੀਂ ਬੁਝਾਉਂਦਾ ਨੇੜੇ ਹੁੰਦਾ ਵੀ ਦੂਰ। ਕਈ ਅੰਮ੍ਰਿਤਸਰ ਜੰਮੇ, ਅੰਮ੍ਰਿਤਸਰ 'ਚ ਮਰ ਜਾਣਾ, ਪਰ ਦਰਬਾਰ ਸਾਹਿਬ ਮੱਥਾ ਨਹੀਂ ਟੇਕ ਪਾਉਣਾ। ਗੱਜ ਕੇ ਬੋਲੋ, ਪੁੱਛ ਲਿਓ ਡੈਰੀ ਲੈ ਕੇ ਅੰਮ੍ਰਿਤਸਰ 'ਚ, ਇਹੋ ਜਿਹੇ ਬਹੁਤ ਮਿਲ ਜਾਣੇ ਜਿਹੜੇ ਕਦੀ ਨਹੀਂ ਗਏ ਹੋਣੇ। ਜਿੱਦਣ ਗੁਰੂ ਨਾਨਕ ਸਾਹਿਬ ਆਏ ਸੀ ਭਾਗਾਂ ਵਾਲਿਆਂ ਨੂੰ ਸੇਵਾ ਲਈ, ਨਹੀਂ ਤਾਂ ਉਹੋ ਜਿਹਾ ਵੀ ਬਹੁਤ ਸੀ। ਕੋਈ ਆਖੇ ਭੂਤਨਾ, ਕੋ ਕਹੈ ਬੇਤਾਲਾ, ਕੋਈ ਆਖੇ ਆਦਮੀ ਨਾਨਕ ਬੇਚਾਰਾ, ਪਿਆ ਦਵਾਨਾ ਸ਼ਾਹ ਕਾ ਨਾਨਕ ਬੋਰਾਨਾ। ਉਸ ਵੇਲੇ ਵੀ ਬੇਬੇ ਨਾਨਕੀ ਨੇ ਦੇਖਿਆ, ਤੁਲਸਾਂ ਨੇ ਦੌਲਤਾਂ ਦਾਈ ਰਾਏ ਬਲਾਰ,
ਭਾਈ ਬਾਲਾ ਮਰਦਾਨਾ ਸਾਹਿਬ, ਬਾਬਾ ਬੁੱਢਾ ਸਾਹਿਬ ਜਿਹਨੂੰ ਬੁਝਾ ਦਿੰਦਾ, ਉਹ ਤਾਂ ਜਾਣ ਲੈਂਦੇ ਖੁਦ ਹੀ ਆ। ਜਿਹੜੇ ਮਹਾਰਾਜ ਜਾਂਦੇ ਸੀ ਨਾ, ਪੀਰ ਆਉਂਦਾ ਸੀ, ਮੱਥਾ ਟੇਕਿਆ, ਉਹ ਚੇਲੇ ਕਹਿੰਦੇ ਮਹਾਰਾਜ ਤੁਸੀਂ ਇਸਲਾਮ ਦੀ ਤੋਹੀਨ ਕੀਤੀ ਹੈ, ਕਾਫਰਾਂ ਦੇ ਗੁਰੂ ਮੱਥਾ ਟੇਕਿਆ। ਕਹਿੰਦੇ ਉਹ ਕਾਫਰ ਤਾਂ ਤੁਸੀਂ ਆ, ਜਿਹੜੇ ਅੱਗੇ ਜਾਂਦੇ ਇਹੀ ਬੈਠਾ ਹੁੰਦਾ ਉੱਥੇ ਸੱਚਖੰਡ, ਸੱਚਖੰਡ ਵਸੇ ਨਿਰੰਕਾਰ ਇਹੀ ਹੁੰਦਾ ਉੱਥੇ, ਇਹ ਕਈ ਚੋਜ ਕਰ ਰਿਹਾ ਹੈ, ਇਹੀ ਹੈ। ਉਹ ਜਿਹੜੇ ਪੀਰ ਉਤਰਿਆ, ਚੇਲੇ ਦਾ ਪਿਓ ਘੁੱਟਣ ਘਟਣ, ਮਰਦਾਨੇ ਕਹਿੰਦੇ ਮਹਾਰਾਜ ਪਾਲਕੀ ਜਾਇਆ, ਇਹਨੂੰ ਥਕੇਵਾਂ ਕਾਹਦਾ ਹੋ ਗਿਆ, ਲੱਤਾਂ ਘਟਾਈ ਜਾਂਦਾ, ਬਾਂਹ ਘਟਾਈ ਜਾਂਦਾ। ਮਹਾਰਾਜ ਫਿਰ ਕਹਿੰਦੇ ਮਰਦਾਨਿਆਂ, ਪਿਛਲੇ ਜਨਮ ਕੇ ਤਪ ਕੀਏ, ਪਾਲੇ ਸਹੇ ਅਡੰਗ, ਤਪ ਕੇ ਥਾਕੇ ਨਾਨਕਾ, ਅਬ ਹੀ ਮੁੰਡਾਏ ਅੰਗ। ਕਹਿੰਦੇ ਰੱਬ ਨੂੰ, ਖੁਦਾ ਨੂੰ ਮਿਲਣ ਸ਼ੌਂਕ ਸੀ, ਜਲ ਧਾਰਾ ਕੀਤੀਆਂ, ਧੂਣੇ ਤਪਾਏ, ਬੜੇ ਸਾਧਨ ਕੀਤੇ, ਉਦੋਂ ਸੁੱਖ ਨਹੀਂ ਲਿਆ। ਫਿਰ ਰੱਬ ਨੂੰ ਮਿਲਾਂ, ਬਾਟ ਲੰਮੀ ਆ, ਰਹਿ ਨਾ ਜਾਵਾਂ ਇਸ ਜਨਮ 'ਚ, ਮਜਲ ਪਹੁੰਚ ਗਿਆ। ਕਹਿੰਦੇ ਹੁਣ ਲੱਤਾਂ ਬਾਂਹ ਘਟਾ ਰਿਹਾ, ਕਹਿੰਦੇ ਸਾਧੂ ਤੇ ਤਰਕ ਨਹੀਂ ਕਰੀਦਾ। ਕਹਿੰਦੇ ਮਹਾਰਾਜ ਮਹਾਂਪੁਰਸ਼ਾਂ ਬੜਾ ਕਰਦੇ ਆ, ਕਹਿੰਦੇ ਜਿਵੇਂ ਅੱਗ ਵਿੱਚ ਲੋਹਾ ਪਾ ਦਈਏ ਨਾ, ਅੱਗ ਤੋਂ ਤਾਂ ਬਚ ਜਾਊ, ਉਹ ਤੱਤਾ ਲੋਹਾ ਜੋ ਨਹੀਂ ਛੱਡਦਾ। ਇਹ ਕਹਿੰਦੇ ਜਿਹੜੇ ਮਹਾਂਪੁਰਖ ਆ, ਉਹਦੀ ਬੰਦਗੀ ਕਰਕੇ ਇਹਨਾਂ ਦੇ ਅੰਦਰ ਉਹ ਕਲਾ ਆ ਜਾਂਦੀ ਹੈ, ਇਸ ਕਰਕੇ ਇਹਨਾਂ ਦਾ ਸਤਿਕਾਰ ਕਰੀਦਾ ਹੁੰਦਾ, ਭਜਨ ਵਾਲਿਆਂ ਦਾ, ਬੰਦਗੀ ਵਾਲਿਆਂ ਦਾ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿਨ੍ਹਾਂ ਨੂੰ ਬੁਝਾ ਦਿੰਦਾ ਉਹਨਾਂ ਨੂੰ ਮਾਲਕ ਨੇੜੇ ਆ, ਦੁਇਆਂ ਦੀ ਬੁੱਧੀ ਤੇ ਪੜਦਾ ਪਿਆ, ਕੋਲ ਰਹਿੰਦਾ ਵੀ ਨਜ਼ਰ ਨਹੀਂ ਆਉਂਦਾ ਹੈ। ਬਿਸਰ ਨਾਹੀ ਦਾਤਾਰ, ਆਪਣਾ ਨਾਮ ਦੇਹੋ। ਅਖੀਰੀ ਸ਼ਬਦ ਦੀ ਸੰਪੂਰਨਤਾ ਕਰਦੇ ਹੋਏ ਪੰਜਵੇਂ ਪਾਤਸ਼ਾਹ ਸਾਨੂੰ ਸਮਤ ਦਿੰਦੇ ਹਨ ਕਿ ਇਉਂ ਅਰਦਾਸ ਕਰਿਆ ਕਰੋ, ਵਿਸਰ ਨਾਹੀ ਦਾਤਾਰ ਆਪਣਾ। ਇਹ ਦਾਤਾ ਕਿਰਪਾ ਕਰੋ, ਸਾਨੂੰ ਕਦੀ ਭੁੱਲੇ ਭੁਲਾਇਓ ਨਾ, ਆਪਣੇ ਨਾਮ ਦੀ ਦਾਤ ਦੇ ਦੇਣਾ ਕਰੋ। ਗੁਣ ਗਾਵਾ ਦਿਨ ਰਾਤ, ਨਾਨਕ ਚਾਓ ਇਹੋ। ਤੇਰੇ ਗੁਣ ਦਿਨ ਰਾਤ ਗਾਉਂਦੇ ਰਹੀਏ, ਸਾਡੇ ਮਨ ਵਿੱਚ ਚਾਹ ਬਣਿਆ ਰਹੇ। ਚਾਹ ਇੱਕ ਤਾਂ ਹੁੰਦਾ ਨਾ ਬੱਧਾ ਚੱਟੀ ਭਰਨੀ, ਬੱਧਾ ਚੱਟੀ ਜੋ ਭਰੇ ਨਾ ਗੁਣ ਨਾ ਅੱਗੇ ਕਿਵੇਂ ਗਿਆਨੀ ਉਪਕਾਰ। ਹਾਂ, ਬੱਧਾ ਚੱਟੀ ਜਿਹੜੇ ਮੋਹ ਦੀ ਬੱਧੀ ਚੱਟੀ, ਅੱਜ ਲੈ ਕਹੀਏ ਕਹਿੰਦੇ ਲਓ ਜੀ ਆ ਨਿਆਣਿਆਂ ਦੀ ਇਹ ਵੀ ਤਾਂ ਸੇਵਾ ਹੀ ਹੈ। ਮੈਂ ਕਿਹਾ ਤਾਂ ਬੋਧੀ ਚੱਟੀ ਭਰਦੇ ਆ, ਕਦੀ ਗੁਆਂਢੀ ਦੇ ਨਿਆਣੇ ਦੀ ਵੀ ਸੇਵਾ ਕੀਤੀ ਹੈ? ਗੱਜ ਕੇ ਬੋਲੋ। ਆਪਣਾ ਤਾਂ ਮਾਂ ਕਹੋ ਕਿ ਮੇਰਾ ਚੰਦ ਆ, ਤੇ ਦੂਏ ਦਾ ਇਹ ਤਾਂ ਸਿੰਡਲ ਆ, ਨੜੀ ਚੋਚੋ ਕਾਂਬੋਚੋ ਆ। ਇਹ ਜੇ ਤਾਂ ਉਹ ਦ੍ਰਿਸ਼ਟੀ ਉੱਥੇ ਬਣ ਗਈ ਫਿਰ ਤਾਂ ਠੀਕ ਆ, ਤੇ ਨਹੀਂ ਤਾਂ ਬਹੁਤ ਔਖਾ। ਆਪਣਾ ਤਾਂ ਬਹੁਤ। ਉਹ ਬੀਰਬਲ ਨੂੰ ਕਿਹਾ ਸੀ ਨਾ, ਸੋਹਣਾ ਮੁੰਡਾ ਲਿਆ ਲਾ ਜੇ ਕੇ, ਸੋਹਣਾ ਉਹਦਾ ਆਪਣਾ ਕਾਲਾ ਕਲੂ ਤੁਸੀਂ ਲੈ ਆ। ਕਹਿੰਦੇ ਤੂੰ ਇਹ ਲੈ ਆ, ਕਹਿੰਦੇ ਮਾਰਾ ਆਪਣਾ ਸੋਹਣਾ ਲੱਗਦਾ। ਆਪਣਾ ਤਾਂ ਬਹੁਤ ਚੰਗਾ ਲੱਗਦਾ, ਬਗਾਨੀ ਮਾਂ ਦਾ ਪੁੱਤ ਸਾਧ ਹੋਵੇ ਉਹ ਵੀ ਚੰਗਾ ਨਹੀਂ ਲੱਗਦਾ। ਆਪਣਾ ਚੋਰ ਵੀ ਚੰਗਾ, ਸ਼ਰਾਬੀ ਵੀ ਚੰਗਾ, ਤੰਬਾਕੂ ਫੱਕਣ ਵਾਲਾ ਵੀ ਚੰਗਾ, ਮੂੰਹ ਸਿਰ ਮੁੰਨਿਆ ਵੀ ਚੰਗਾ, ਚੋਰੀਆਂ ਡਾਕੀਆਂ ਬਦਮਾਸ਼ੀਆਂ ਕਰੇ ਉਹਦੇ ਵਾਸਤੇ ਵੀ ਜੇਲ੍ਹਾਂ 'ਚ ਤੁਰੇ ਫਿਰਦੇ ਪਰੌਠੀਆਂ ਲੈ ਕੇ, ਬਗਾਨੀ ਮਾਂ ਦਾ ਪੁੱਤ ਭਜਨ ਬਾਣੀ ਵੀ ਕਰੇ ਉਹ ਵੀ ਲੋਕਾਂ ਨੂੰ ਚੰਗਾ ਨਹੀਂ ਲੱਗਦਾ। ਸਾਧੂ ਦੀ ਆਲੋਚਨਾ ਕਰਨਗੇ। ਇਹ ਸੰਸਾਰ ਦੀ ਦਸ਼ਾ ਐਸੀ ਹੈ। ਖੋਟੇ ਕੋ ਖਰਾ ਕਹੇ, ਖਰੇ ਸਾਰ ਨਾ ਜਾਣੇ, ਅੰਧੇ ਕਾ ਨਾਮ ਪਾਰਕੂ ਕਲੀ ਕਾਲ ਬਡਾਉਣੇ। ਇਹ ਕਲਯੁਗ ਦੇ ਲੱਛਣ ਹੈ। ਇਲਤ ਕਾ ਨਾਮ ਚੌਧਰੀ, ਇਹ ਕਲਯੁਗ ਦਾ ਲੱਛਣ ਹੈ। ਘੋਰ ਕਲੂ ਜਬ ਆਏਗੋ ਸਾਧ ਨਾ ਮੰਨੇ ਕੋਏ, ਕਾਮੀ ਕ੍ਰੋਧੀ ਮਸ਼ਕਰਾ ਤਾਂ ਕੀ ਪੂਜਾ ਹੋ। ਅੱਜ ਸੰਸਾਰ ਤੇ ਇਹੀ ਕੁਛ। ਸੋ ਇਸ ਕਰਕੇ ਪਿਆਰਿਓ, ਧੰਨ ਗੁਰੂ ਨਾਨਕ ਪਾਤਸ਼ਾਹ, ਗੁਰੂ ਅਰਜਨ ਸਾਹਿਬ ਕਲਗੀ ਵਾਲੇ ਪਾਤਸ਼ਾਹ ਦਾ ਧੰਨਵਾਦ ਕਰੀਏ। ਆ ਸਾਨੂੰ ਬਚਾਉਣ ਵਾਸਤੇ ਆਪਣਾ ਸਾਰਾ ਕੁਝ ਕੁਰਬਾਨ ਕਰ ਗਏ। ਅਸੀਂ ਆਪਣਾ ਆਪ ਬਰਬਾਦ ਕਰਨ ਲਈ ਤਾਣਾ ਪੇਟਾ ਲਾ ਰਹੇ ਹਾਂ। ਪਹਿਲਾਂ ਧੰਨ ਗੁਰੂ ਅਰਜਨ ਸਾਹਿਬ, ਨੌਵੇਂ ਪਾਤਸ਼ਾਹ, ਸਾਹਿਬਜ਼ਾਦੇ, ਮਾਤਾ ਜੀ, ਪ੍ਰਾਣਾਂ ਨੂੰ ਪਿਆਰੇ ਗੁਰਸਿੱਖ, ਇਹ ਸਾਨੂੰ ਬਚਾਉਣ ਲਈ ਕੁਰਬਾਨ ਕੀਤਾ। ਹੁਣ ਅਸੀਂ ਆਪਣਾ ਆਪ ਤਬਾਹ ਆਪੇ ਕਰੀ ਜਾਂਦੇ ਹਾਂ। ਆਪ ਅੱਗੇ ਡਰ ਹੁੰਦਾ ਮੁਸਲਮਾਨਾਂ ਤੋਂ, ਗੋਰਿਆਂ ਤੋਂ, ਦੁਇਆਂ ਤਿਆਂ ਤੋਂ,
ਹੁਣ ਸਿੱਖ ਦੀਆਂ ਜੜ੍ਹਾਂ ਵੱਢ ਰਿਹਾ, ਸਿੱਖ ਆਪਣੀਆਂ ਜੜ੍ਹਾਂ ਆਪ ਵੱਢ ਰਿਹਾ, ਤੇ ਫੇਰ ਆਪਾਂ ਬਚਾਂਗੇ ਕਿਵੇਂ? ਹੁਣ ਆਪਾਂ ਨੂੰ ਆਪਣਾ ਬਚਾਉਣਾ ਪੈਣਾ, ਤਾਂ ਹੀ ਬਚੂਗਾ ਜੇ ਗੁਰੂ ਦੇ ਸਿਧਾਂਤ ਤੇ ਚੱਲਾਂਗੇ। ਸੋ ਇਸ ਕਰਕੇ ਮਹਾਰਾਜ ਕਹਿੰਦੇ ਗੁਣ ਗਾਵਾਂ ਦਿਨ ਰਾਤ, ਨਾਨਕ ਚਾਓ ਇਹੋ। ਦਿਨ ਰਾਤ ਗੁਣ ਗਾਉਂਦੇ ਰਹੀਏ, ਇਹ ਸਾਡੇ ਮਨ ਵਿੱਚ ਤੇਰੇ ਚਰਨਾਂ ਦੀ ਪ੍ਰੀਤੀ ਦਾ ਚਾਅ ਪਿਆਰ ਬਣਿਆ ਰਹੇ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨ। ਮਹਾਰਾਜ ਸੱਚੇ ਪਾਤਸ਼ਾਹ ਗੁਰੂ ਮਹਾਰਾਜ ਨੇ ਕਿਰਪਾ ਕੀਤੀ ਹੈ ਕਿ ਸੰਗਤ ਦਾ ਪਿਆਰ ਸੀ। ਡਾਕਟਰ ਸਾਹਿਬ ਵੀ, ਸਾਰੇ ਸਿੰਘ ਆਪਣੇ, ਟਕਸਾਲ ਵਾਲੇ, ਬਾਬਾ ਠਾਕਰ ਸਿੰਘ, ਤੁਹਾਡਾ ਸਾਰਿਆਂ ਦਾ ਰਾਹ ਖੁੱਲ੍ਹ ਗਿਆ। ਕਿੰਨੀ ਕਿਰਪਾ ਮਹਾਂਪੁਰ ਕਰ ਗਏ। ਤੇ ਹੁਣ ਉਹਨਾਂ ਦੀ ਵਰਸੀ ਵੀ ਹੈ 24-25, ਤੇ ਉਦਣ ਫੇਰ ਆਪਾਂ ਵਿਚਾਰਾਂ ਕਰਾਂਗੇ। ਸੋ ਮਹਾਰਾਜ ਸੱਚੇ ਪਾਤਸ਼ਾਹ ਨੇ ਮਿਹਰ ਕੀਤੀ ਹੈ ਕਿ ਸਾਨੂੰ ਗੁਰੂ ਮਹਾਰਾਜ ਦੇ ਚਰਨਾਂ 'ਚ ਜੁੜ ਮਿਲ ਕੇ ਬੈਠਣ ਦਾ ਇੱਕ ਪਵਿੱਤਰ ਸਮਾਂ ਬਖਸ਼ਿਸ਼ ਕੀਤਾ ਹੈ। ਆਈ ਸੰਗਤ ਨੂੰ ਜੀ ਆਇਆਂ। ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਸਭ ਨੂੰ ਨਾਮਦਾਨ, ਸਿੱਖੀ ਦਾਨ, ਭਰੋਸਾ, ਤੰਦਰੁਸਤੀ ਬਖਸ਼ਿਸ਼ ਕਰਨ। ਇੱਥੋਂ ਦੇ ਪ੍ਰਬੰਧਕ, ਸੇਵਾਦਾਰ, ਸਾਰੇ ਸਮੁੱਚੇ ਸੇਵਾਦਾਰਾਂ ਦਾ ਸਮੁੱਚੇ ਰੂਪ 'ਚ ਧੰਨਵਾਦ। ਖਾਲਸਾ ਪੰਥ ਵਿੱਚ ਏਕਤਾ, ਇਤਫਾਕ, ਪਿਆਰ, ਚੜ੍ਹਦੀ ਕਲਾ ਬਖਸ਼ਿਸ਼ ਕਰਨ। ਮਹਾਰਾਜ ਮਿਹਰ ਕਰਨ। ਹਾਂਜੀ, ਪੜ੍ਹ ਦਿਓ ਆਖਰੀ ਪੰਕਤੀਆਂ। ਵਿਸਰ ਨਾਹੀ ਦਾਤਾਰ, ਆਪਣਾ ਨਾਮ ਦੇਹੋ। ਗੁਣ ਗਾਵਾਂ ਦਿਨ ਰਾਤ, ਨਾਨਕ ਚਾਓ ਇਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।